ਮੈਨੂੰ ਫਖਰ ਨਹੀਂ ਹੈ ਕਿ ਇਹ ਮੇਰਾ ਮੁਲਕ ਹੈ। ਹੁਣ ਇਹਦੇ ਤੇ ਤੁਸੀਂ ਕੀ ਕਹੋਗੇ? ਮੈਨੂੰ ਜਬਰੀ ਇਹ ਕਹੋਗੇ ਕਿ ਤੇਰਾ ਮੁਲਕ ਇਹ ਹੈ। ਉਸੇ ਮੁਲਕ ਦੀ ਮੈਂ ਕਹਿ ਰਿਹਾ, ਉਸੇ ਮੁਲਕ ਦੀ ਸਭ ਤੋਂ ਟੌਪ ਫੋਰਸ ਦੇ ਅੰਦਰ ਟੌਪ ਮੈਂ ਕਹਾਂ ਕਿ IPS ਜਿਹੜਾ ਹੁੰਦਾ, ਤੁਸੀਂ IPS ਬਣੇ। ਉਹ ਤਾਂ ਫਿਰ ਮੈਂ ਇਹ ਮਿਹਨਤ ਆਪਣੀ ਕਰਕੇ ਤੇ ਬਣ ਗਿਆ ਹੈ, ਪਰ ਮੈਂ ਇਹ ਸੰਤੁਸ਼ਟ ਤਾਂ ਨਹੀਂ ਕਦੇ ਰਿਹਾ ਕਿ ਮੈਂ ਇਹ ਇੰਡੀਆ ਦੀ ਸਰਵਿਸ ਕਰ ਰਿਹਾ ਅਤੇ ਨਾ ਮੈਂ ਕਦੇ ਜੈ ਹਿੰਦ ਕਿਹਾ ਸੀਗਾ। ਇੱਕ MLA ਸੀਗਾ ਇਹ ਫਿਰੋਜ਼ਪੁਰ ਦਾ, ਉਹ ਮੇਰੇ ਦਫ਼ਤਰ 'ਚ ਆ ਗਿਆ, ਹਾਂ ਮੈਨੂੰ ਕਹਿੰਦਾ ਜੈ ਹਿੰਦ ਮਾਨ ਸਾਹਿਬ। ਮੈਂ ਕਿਹਾ ਓਏ ਜੈ ਹਿੰਦ ਕੀ ਹੁੰਦੀ ਹੈ MLA ਸਾਹਿਬ? ਨਕਸਲਵਾੜੀ ਮੂਵਮੈਂਟ ਚੱਲ ਰਹੀ ਸੀ ਉਦੋਂ ਕਿ ਉਹ ਮਾਨ ਨੇ ਮਰਵਾਏ, ਸਿਮਰਨਜੀਤ ਮਾਨ ਨੇ ਉਹ ਮੁੰਡੇ ਮਰਵਾਏ, ਇਸ ਤਰ੍ਹਾਂ ਦਾ ਕਾਮਰੇਡ ਐਲੀਗੇਸ਼ਨ ਲਾਉਂਦੇ ਤੁਹਾਡੇ ਵਿੱਚ। ਕਾਮਰੇਡਾਂ ਨੂੰ ਤਾਂ ਮੈਂ ਬਚਾਇਆ। ਇਹ ਤਾਂ ਏਡੇ ਕਾਇਰ ਬੰਦੇ ਹੈ, ਅੱਜ ਕਾਮਰੇਡਾਂ ਨੂੰ ਮਾਓਵਾਦੀ ਕਹਿ ਕੇ, ਨਕਸਲਾਈਟ ਕਹਿ ਕੇ ਛੱਤੀਸਗੜ੍ਹ ਦੇ ਵਿੱਚ, ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਠਾਹ ਦੇਣੇ ਸਰਕਾਰ ਗੋਲੀ ਮਾਰਦੀ ਹੈ। ਅਤੇ ਬੋਲਦਾ ਕੌਣ ਹੈ? ਅਕਾਲੀ ਦਲ ਅੰਮ੍ਰਿਤਸਰ ਅਤੇ ਸਿਮਰਨਜੀਤ ਸਿੰਘ ਮਾਨ। ਤੁਹਾਡਾ ਆਈਡੀਅਲ ਕੌਣ ਰਿਹਾ? ਮੈਂ ਪੁੱਛ ਰਿਹਾ, ਖਾਲਿਸਤਾਨ ਦੇ ਵਿਚਾਰ ਦੇ ਨਾਲ ਸਹਿਮਤੀ ਤੋਂ ਬਾਅਦ ਖਾਲਿਸਤਾਨ ਦੇ ਲਈ ਪ੍ਰਚਾਰ ਕਰਨਾ ਜਾਂ ਖਾਲਿਸਤਾਨ ਬਣਾਉਣ ਲਈ ਜਦੋਜਹਿਦ ਕਰਨੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਇਹ ਉਹਨਾਂ ਨੇ ਕੁਰਬਾਨੀ ਕੀਤੀ ਹੈ ਸਿੱਖ ਕੌਮ ਦੇ ਲਈ। ਤੁਹਾਨੂੰ ਮੈਸੇਜ ਕਿੱਥੋਂ ਆਉਂਦਾ ਸੀ? ਮਤਲਬ ਮਹਾਰਾਜਾ ਪਟਿਆਲੇ ਤੋਂ। ਅੱਛਾ, ਰਾਜੀਵ ਦਾ ਮੈਸੇਜ? ਹਾਂ, ਉਹ ਮਹਾਰਾਜੇ ਨੂੰ ਆਉਂਦਾ ਸੀ, ਮੈਨੂੰ ਥੋੜ੍ਹੀ ਆਉਂਦਾ ਸੀ। ਮਹਾਰਾਜੇ ਦਾ ਇੰਟਰਸਟ ਸੀ ਇਹ ਮਸਲਾ ਸੋਲਵ ਹੋਵੇ। ਹਾਂ, ਮਹਾਰਾਜੇ ਦਾ ਤਾਂ ਸੀਗਾ ਕਿ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਗੜਬੜ ਨਾ ਹੋਵੇ। ਸੈਂਟਰ ਸੰਤਾਂ ਨੂੰ ਰੈਕਗਨਾਈਜ਼ ਨਹੀਂ ਸੀ ਕਰਦਾ। ਉਹ ਕਹਿੰਦਾ ਸੀਗਾ ਜਿਹੜੇ ਬਾਦਲ, ਲੌਂਗੋਵਾਲ ਹੈ, ਟੋੜਾ ਹੈ, ਇਹ ਅਕਾਲੀ ਹੈ, ਇਹਨਾਂ ਨਾਲ ਗੱਲ ਕਰਨੀ ਹੈ। ਇਹਨਾਂ ਨੇ ਜਾ ਕੇ ਇੰਦਰਾ ਗਾਂਧੀ ਨੂੰ ਕਹਿਤਾ ਕਿ ਸਾਡੇ ਹੱਥ ਦੇ ਵਿੱਚ ਸੰਤ ਜਰਨੈਲ ਸਿੰਘ ਹੈ ਨਹੀਂ, ਜਿੰਨਾ ਚਿਰ ਤੁਸੀਂ ਉੱਥੇ ਫੌਜ ਨਹੀਂ ਭੇਜਦੇ ਇਹਨੇ ਉਸ ਵੇਲੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਉਣਾ ਅਤੇ ਉੱਥੇ ਫੜ ਲਿਓ। ਜਰਨੈਲਾਂ ਦਾ ਜਰਨੈਲ ਸੀਗਾ ਜਰਨੈਲ ਸਿੰਘ ਭਿੰਡਰਾਂਵਾਲਾ, ਜਿਹਨੇ 72 ਗੋਲੀਆਂ ਆਪਣੀ ਸੀਨੇ 'ਚ ਖਾਧੀਆਂ ਅਤੇ ਜਾਂ ਤਾਂ ਜਾ ਕੇ ਸਰੀਰ ਛੱਡਿਆ। ਜਦੋਂ ਮੈਂ BBC ਦੀ ਖਬਰ ਸੁਣੀ ਕਿ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਤਾ, ਮੈਥੋਂ ਤਾਂ ਰਿਹਾ ਨਹੀਂ ਗਿਆ। ਮੈਂ ਆਪਣੀ ਸਾਰੀ ਜ਼ਿੰਦਗੀ 'ਚ ਪਹਿਲੀ ਵਾਰੀ ਅਥਰੂ ਸਿੱਟੇ ਥੱਲੇ, ਨਹੀਂ ਤਾਂ ਮੈਂ ਤਾਂ ਨਹੀਂ ਕਦੇ ਰੋਇਆ। ਕਦੇ ਡਰ ਲੱਗਿਆ ਕਿਸੇ ਗੱਲ ਦਾ ਜ਼ਿੰਦਗੀ 'ਚ? ਕਦੇ ਡਰ ਲੱਗਿਆ ਹੋਵੇ ਕਿਸੇ ਗੱਲ ਦਾ? ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੋਲ ਗਿਆ ਸੀਗਾ। ਮੈਂ ਕਿਹਾ ਬਾਬਾ ਜੀ ਮੈਨੂੰ ਡਰ ਲੱਗਦਾ, ਹੁਣ ਮੈਂ ਦਿੱਲੀ ਚੱਲਿਆ, ਮੈਨੂੰ ਤਾਂ ਇਹਨਾਂ ਨੇ ਫੜ ਲੈਣਾ ਕੰਜਰਾਂ ਨੇ। ਹੁਣ ਵੀ ਐਂ ਲੱਗਦਾ? ਹਾਂ, ਹਰ ਵਾਰ ਜਦੋਂ ਦਿੱਲੀ ਉਤਰਦੇ ਐਂ ਲੱਗਦਾ ਵੀ ਫੜ ਸਕਦਾ। ਹਾਂ, ਇਹ ਡਰ ਲੱਗਦਾ ਹੈ। ਭੈਣਾਂ ਨੇ ਤੁਹਾਡੇ ਪਤਨੀ ਤੇ ਪਨੀਤ ਕੌਰ ਜੀ, ਇਹਦੀ ਆਫਰ ਮਤਲਬ ਇਹਦਾ ਵਿਚੋਲਾ ਕੌਣ ਸੀਗਾ ਤੁਹਾਡਾ? ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਦਿਆਂ ਦੇਖ ਕੇ ਕਦੇ ਤੁਹਾਨੂੰ ਨਹੀਂ ਲੱਗਿਆ ਕਿ ਮੈਂ ਗਲਤੀਆਂ ਕਰ ਗਿਆ, ਐਵੇਂ ਖਾਲਿਸਤਾਨ ਦੇ ਮੁੱਦੇ ਚੱਕਦਾ ਰਿਹਾ, ਮੇਰਾ ਵੀ CM ਬਣਨ ਦਾ ਮੌਕਾ ਸੀਗਾ? ਮੈਂ ਤੁਹਾਨੂੰ ਕਿਹਾ ਮੈਂ CM ਨਹੀਂ ਬਣਨਾ ਹੀ ਨਹੀਂ ਸੀਗਾ। ਹਾਂ, ਤੁਸੀਂ PM ਹੀ ਬਣਨਾ ਖਾਲਿਸਤਾਨ ਦਾ ਜਦੋਂ ਬਣਨਾ। ਮੈਂ ਕਿਉਂ ਬਣਾ? ਜੇ ਨਹਿਰੂ 5 ਸਾਲ 4 ਸਾਲ ਕੱਟ ਕੇ ਆਇਆ ਅਤੇ ਉਹ ਪ੍ਰਾਈਮ ਮਿਨਿਸਟਰ ਬਣ ਜੇ ਅਤੇ ਸਿਮਰਨਜੀਤ ਸਿੰਘ ਮਾਨ ਕਿਉਂ ਇਹ ਚੀਫ ਮਿਨਿਸਟਰ ਬਣੇ? ਤੁਹਾਨੂੰ ਲੱਗਦਾ ਤੁਹਾਡੇ ਜਿਉਂਦੇ ਜੀ ਤੁਸੀਂ ਦੇਖ ਲਓਗੇ ਕੁਝ ਜੋ ਤੁਸੀਂ ਸੋਚਦੇ ਹੋ? ਕੀ ਪਤਾ ਯਾਰ, ਕੀ ਦੇਖ ਲਈਏ ਨਾ ਦੇਖੀਏ। ਤੁਹਾਡੀ એનર્ਜੀ ਦਾ ਸੋਰਸ ਕੀ ਹੈ? ਤੁਹਾਨੂੰ 70 ਸਾਲ ਦੀ ਉਮਰ 'ਚ ਉੱਠ ਕੇ ਤੁਰਨ ਦੇ ਲਈ ਕਿਹੜੀ ਚੀਜ਼ એનર્ਜੀ ਦਿੰਦੀ ਹੈ? ਤਾਂ ਕਹਿੰਦਾ ਖਾਲਿਸਤਾਨ ਹੀ ਦਿੰਦਾ ਹੋਊਗਾ, ਹੋਰ ਕੀ ਹੈ। ਬੰਦਾ ਆਪਣੀਆਂ ਯਾਦਾਂ ਦਾ ਪੁਤਲਾ ਹੁੰਦਾ ਹੈ। ਕਿਸੇ ਵੀ ਮੁੱਦੇ, ਮਸਲੇ, ਖੇਤਰ ਨਾਲ ਜੁੜੀ ਪਹਿਲੀ ਗੱਲ ਬੰਦੇ ਨੂੰ ਤਾਉਮਰ ਯਾਦ ਰਹਿੰਦੀ ਹੈ। ਜਿਵੇਂ ਰਾਜਨੀਤੀ ਬਾਰੇ ਮੇਰੀ ਪਹਿਲੀ ਯਾਦ ਚੋਣ ਨਿਸ਼ਾਨ ਚੜ੍ਹਦਾ ਸੂਰਜ ਹੈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਮੇਰੇ ਪਿਤਾ ਜੀ ਸਰਦਾਰ ਲੱਖਾ ਸਿੰਘ ਢਾਲੀਵਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਹਮਦਰਦ ਸੀ, ਜਿੱਥੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਰਾਜਨੀਤੀ ਕੀ ਹੁੰਦੀ ਹੈ, ਚੋਣਾਂ ਕੀ ਹੁੰਦੀਆਂ ਨੇ। ਜਦੋਂ ਉਹ ਸਰਗਰਮੀ ਸਾਡੇ ਮਹੱਲੇ ਅਤੇ ਘਰ 'ਚੋਂ ਚੱਲਦੀ ਸੀ,
ਉਸ ਤੋਂ ਬਾਅਦ ਮੈਂ ਪੱਤਰਕਾਰੀ 'ਚ ਆਇਆ, ਸਿਮਰਨਜੀਤ ਸਿੰਘ ਮਾਨ ਨੂੰ ਜਾਣਨਾ ਸ਼ੁਰੂ ਕੀਤਾ। ਉਹ ਵੱਖਰੀ ਗੱਲ ਆ, ਮੇਰੇ ਪਿਤਾ ਨਾਲ ਸਿਆਸੀ ਮਤਭੇਦ ਕਾਫੀ ਰਹੇ, ਪਰ ਇਹ ਗੱਲ ਬੜੀ ਅਹਿਮ ਸੀ ਕਿ ਸਿਮਰਨਜੀਤ ਸਿੰਘ ਮਾਨ ਇੱਕ ਅਜਿਹਾ ਕਰੈਕਟਰ ਸੀ ਜਾਂ ਇਹੋ ਜਿਹਾ ਕਿਰਦਾਰ ਸੀ ਰਾਜਨੀਤੀ ਦਾ, ਜਿਨ੍ਹਾਂ ਦੀ ਪ੍ਰਸ਼ੰਸਾ ਵੀ ਬਹੁਤ ਹੁੰਦੀ ਸੀ ਅਤੇ ਜਿਨ੍ਹਾਂ ਦੀ ਆਲੋਚਨਾ ਵੀ ਬਹੁਤ ਹੁੰਦੀ ਰਹੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜ਼ਿੰਦਗੀ ਕੀ ਰਹੀ, ਅੱਜ ਉਹਨਾਂ ਦੀ ਜ਼ਿੰਦਗੀ ਨੂੰ ਫਰੋਲਣ, ਉਹਨਾਂ ਦੇ ਘਰ ਬੈਠਿਆਂ ਉਹਨਾਂ ਦੇ ਕਿਲ੍ਹੇ, ਕਿਉਂਕਿ ਪਾਕਿਸਤਾਨ ਦੇ ਅੰਦਰ ਜਾਂ ਲਹਿੰਦੇ ਪੰਜਾਬ 'ਚ ਉਹਨਾਂ ਦਾ ਕਿਲ੍ਹਾ ਹੁੰਦਾ ਸੀ, ਸਰਦਾਰ ਹਰਨਾਮ ਸਿੰਘ ਕਿਲ੍ਹਾ, ਉਹਨਾਂ ਨੇ ਇਸ ਘਰ ਦਾ ਨਾਂ ਵੀ ਰੱਖਿਆ ਹੋਇਆ। ਉੱਥੇ ਬੈਠਿਆਂ ਯਾਦਾਂ ਉੱਥੇ ਹੀ ਜੁੜੀਆਂ ਹੋਈਆਂ ਨੇ, ਉੱਥੇ ਸ਼ੁਰੂ ਕਰਾਂਗੇ ਕਿ ਜ਼ਿੰਦਗੀ ਕਹੀ ਜੀ ਸੀ। ਸਵਾਗਤ ਹੈ ਮਾਨ ਸਾਹਿਬ, ਬਹੁਤ ਬਹੁਤ ਪ੍ਰੋ ਪੰਜਾਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਤੁਸੀਂ ਮੇਰੇ ਘਰੇ ਆਏ ਹੋ, ਥੈਂਕ ਯੂ। ਮਾਨ ਸਾਹਿਬ, ਸਭ ਤੋਂ ਪਹਿਲਾਂ ਮੈਂ ਸ਼ੁਰੂ ਇੱਥੋਂ ਹੀ ਕਰਨਾ ਚਾਹੁੰਦਾ, ਵੰਡ ਕਿਵੇਂ ਯਾਦ ਆ ਤੁਹਾਨੂੰ? ਵੰਡ ਦੀਆਂ ਯਾਦਾਂ ਕੀ ਨੇ ਤੁਹਾਡੇ ਮਨ 'ਚ? ਔਰ ਕਹਿੰਦੇ 325 ਮਰਬੇ ਜ਼ਮੀਨ ਸੀ ਤੁਹਾਡੀ ਉੱਥੇ। ਹਾਂ, 326 ਮਰਬੇ ਸੀਗੀ, ਅਤੇ ਮੈਂ ਉਸ ਵੇਲੇ ਸਿਰਫ 2-2.5 ਸਾਲਾਂ ਦਾ ਹੋਊਂਗਾ। ਮੈਨੂੰ ਆਪਣੇ ਪਿਛੋਕੜ ਦਾ ਜ਼ਿਆਦਾ ਪਤਾ ਨਹੀਂ ਹੈ ਕਿ ਅਸੀਂ ਉਸ ਵੇਲੇ ਸ਼ਿਮਲੇ ਆਏ ਹੋਏ ਸੀਗੇ ਜਦੋਂ ਇਹ ਰੌਲੇ ਪਏ ਹੈ, ਅਤੇ ਮੇਰੇ ਪਿਤਾ ਦੇ ਦੋਸਤ ਮਹਾਰਾਜਾ ਮੰਡੀ ਦੇ ਸੀਗੇ, ਉਹ ਇਕੱਠੇ ਪੜ੍ਹੇ ਸੀਗੇ, ਅਤੇ ਉਹਨਾਂ ਨੇ ਆਪਣਾ ਘਰ ਮਸ਼ੋਬਰੇ ਸ਼ਿਮਲੇ ਦੇ ਵਿੱਚ ਬਹੁਤ ਵੱਡਾ ਸਾਨੂੰ ਦਿੱਤਾ ਸੀਗਾ। ਅਤੇ ਮੈਨੂੰ ਉੱਥੋਂ ਪਤਾ ਹੈ ਕਿ ਕੀ ਕੁਛ ਹੁੰਦਾ ਸੀਗਾ, ਅਤੇ ਕਿਵੇਂ ਮੁਸਲਮਾਨ, ਸਿੱਖ ਅਤੇ ਹਿੰਦੂ ਆਪਸ ਦੇ ਵਿੱਚ ਲੜਦੇ ਘੁਲਦੇ ਸੀਗੇ, ਖੂਨ ਵੀ ਕਰਦੇ ਸੀਗੇ। ਅਤੇ ਮੇਰੇ ਪਿੰਡੋਂ ਮੇਰਾ ਇੱਕ ਖਿਡਾਉਣ ਵਾਲਾ ਮੁਸਲਮਾਨ ਮੇਰੇ ਨਾਲ ਹੀ ਆਇਆ ਸੀ ਸ਼ਿਮਲੇ, ਉਹਦਾ ਨਾਂ ਸੀ ਹੁਸੈਨ। ਉਹਨੂੰ ਮੈਂ ਬਹੁਤ ਪਿਆਰ ਕਰਦਾ ਸੀਗਾ, ਪਰ ਇਹ ਮੈਨੂੰ ਯਾਦ ਹੈ ਕਿ ਮੇਰੇ ਬੀਪੀ ਜੀ ਨੂੰ ਉਹਨੇ ਕਈ ਵਾਰੀ ਕਿਹਾ ਕਿ ਇਹ ਮੈਨੂੰ ਹੁਸੈਨ ਸੱਦਦੇ ਹੈ ਅਤੇ ਮੈਨੂੰ ਮਰਵਾਉਣਗੇ, ਅਤੇ ਮੈਨੂੰ ਇਹ ਹੁਸੈਨ ਨਾ ਕਿਹਾ ਕਰਨ। ਅਤੇ ਮੈਨੂੰ ਬੜਾ ਅਜੀਬ ਲੱਗਦਾ ਸੀਗਾ, ਬੱਚਾ ਸੀਗਾ, ਅਤੇ ਸ਼ਾਇਦ ਮੈਂ ਫੇਰ ਕਹਿ ਦਿੰਦਾ ਸੀਗਾ। ਤਾਂ ਫਿਰ ਮੇਰੇ ਬਜ਼ੁਰਗ ਉਸ ਵੇਲੇ ਮਿਨਿਸਟਰ ਸੀਗੇ ਪੰਜਾਬ ਦੇ, ਅਤੇ ਉਹਨਾਂ ਦਾ ਦੌਰਾ ਸੀਗਾ ਅੰਮ੍ਰਿਤਸਰ ਦਾ। ਫਿਰ ਹੁਸੈਨ ਨੂੰ ਉਹਨਾਂ ਨੇ ਆਪਣੀ ਮੋਟਰ 'ਚ ਬਿਠਾ ਕੇ ਅਤੇ ਵਾਘੇ ਦੇ ਬਾਰਡਰ ਦੇ ਉੱਤੇ ਲਿਜਾ ਕੇ ਅਗਲੀ ਹੁਕੂਮਤ ਨੂੰ ਪੇਸ਼ ਕੀਤਾ ਕਿ ਇਹ ਸਾਡਾ ਬੰਦਾ ਹੈਗਾ, ਕਿਲ੍ਹਾ ਸਰਦਾਰ ਹਰਨਾਮ ਸਿੰਘ ਸ਼ੇਖੂਪੁਰੇ ਦਾ, ਇਸ ਨੂੰ ਉੱਥੇ ਪਹੁੰਚਾਇਆ ਜਾਵੇ। ਸੋ ਇਹੋ ਜਿਹੀਆਂ ਗੱਲਾਂ ਮੈਨੂੰ ਯਾਦ ਹੈਗੀਆਂ। ਕੀ ਤੁਹਾਡੇ ਮਾਤਾ ਪਿਤਾ ਦੱਸਦੇ ਹੋਣਗੇ, ਤੁਹਾਡੇ ਦਾਦਾ ਜੀ, ਦਾਦੀ ਜੀ, ਮਾਤਾ ਪਿਤਾ ਆਪਣੇ ਕਿਲ੍ਹੇ ਬਾਰੇ ਕੁਛ ਦੱਸੋਗੇ? ਕਿੰਨਾ ਵੱਡਾ ਕਿਲ੍ਹਾ ਸੀ, ਹੁਣ ਵੀ ਆ ਉੱਥੇ? ਹੁਣ ਤਾਂ ਮੈਨੂੰ ਪਤਾ ਨਹੀਂ, ਪਰ ਕਿਲ੍ਹੇ ਦੇ ਵਿੱਚ ਸਾਡਾ ਪੋਸਟ ਆਫਿਸ ਵੀ ਸੀਗਾ, ਅਤੇ ਡੰਗਰਾਂ ਦਾ ਹੌਸਪੀਟਲ ਵੀ ਸੀਗਾ, ਬੰਦਿਆਂ ਦਾ ਵੀ ਹੌਸਪੀਟਲ ਸੀਗਾ। ਸਾਰੀਆਂ ਸਹੂਲਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ, ਮੇਰੇ ਦਾਦਾ ਜੀ ਨੇ, ਸਰਦਾਰ ਹਰਨਾਮ ਸਿੰਘ ਨੇ, ਉਹ ਸਾਰੀਆਂ ਉੱਥੇ ਦਿੱਤੀਆਂ ਹੋਈਆਂ ਸੀਗੀਆਂ ਸਰਕਾਰ ਦੀਆਂ, ਜਿੰਨੀਆਂ ਵੀ ਸਹੂਲਤਾਂ ਹੈਗੀਆਂ। ਅਤੇ ਉਹ ਵੀ ਬਹੁਤ ਵੱਡੇ ਸਰਦਾਰ ਸੀਗੇ, ਅਤੇ ਮੇਰੇ ਮਤਲਬ ਹੈ ਕਿ ਸਿੱਖਾਂ ਦੇ ਵਿੱਚੋਂ ਅਸੀਂ ਬਹੁਤ ਵੱਡੇ ਲੈਂਡਲੋਰਡ ਸੀਗੇ। ਸਭ ਤੋਂ ਜ਼ਿਆਦਾ ਜ਼ਮੀਨ ਕਹਿੰਦੇ ਲਹਿੰਦੇ ਪੰਜਾਬ ਪਾਕਿਸਤਾਨ 'ਚ ਤੁਹਾਡੇ ਕੋਲ ਸੀਗੀ? ਸਭ ਤੋਂ ਜ਼ਿਆਦਾ ਜ਼ਮੀਨ ਵਾਲੇ ਤੁਸੀਂ? ਇੱਕ ਹੋਰ ਮਾਨ ਸਰਦਾਰ ਦੇ ਕੋਲ ਸੀਗੀ, ਅਸੀਂ 2 ਨੰਬਰ 'ਤੇ ਆਉਂਦੇ ਸੀਗੇ। ਉਹ ਇੱਥੇ ਉਹ ਫਿਰ ਇੱਥੇ ਆ ਕੇ ਕਿੱਥੇ, ਉਹ ਕਿਹੜਾ ਪਰਿਵਾਰ ਆ? ਉਹਨਾਂ ਦਾ ਪਰਿਵਾਰ ਫਿਰ ਆ ਕੇ ਯੂਪੀ ਵੱਸ ਗਿਆ, ਅਤੇ ਇੱਧਰ ਨਹੀਂ ਆਇਆ। ਉਹਨਾਂ ਨੂੰ ਜ਼ਮੀਨ ਜੀਂਦ ਦੇ ਵਿੱਚ ਅਲੋਟ ਹੋਈ ਸੀ, ਉਹ ਉੱਧਰ ਰਹਿ ਗਏ। ਉਹ ਕਿਹੜੀ ਫੈਮਿਲੀ ਆ ਹੁਣ? ਉਹ ਰਾਜਨੀਤੀ 'ਚ ਹੈ ਜਾਂ ਬਿਜ਼ਨਸ 'ਚ? ਨਹੀਂ, ਉਹ ਰਾਜਨੀਤੀ 'ਚ ਨਹੀਂ ਹੈ, ਪਰ ਜਿਹੜੇ ਸਰਦਾਰ ਸਾਹਿਬ ਸੀਗੇ ਵੱਡੇ ਮਾਨਾਂ ਵਿੱਚੋਂ, ਉਹਨਾਂ ਦੇ ਲੜਕੇ ਫਿਰ ਇਮਾਨ ਸਿੰਘ, ਜਿਹੜਾ ਮੇਰਾ ਲੜਕਾ ਹੈ, ਉਹਨਾਂ ਦੀ ਘਰਵਾਲੀ ਦੇ ਉਹ ਨਾਨਾ ਜੀ ਬਣੇ। ਸੋ ਇਸ ਤਰ੍ਹਾਂ ਫਿਰ ਸਾਡੀ ਰਿਸ਼ਤੇਦਾਰੀ
ਇੱਧਰਲੇ ਪਾਸਿਓਂ ਪੈ ਗਈ। ਹਾਂ ਤੇ ਤੁਹਾਡੇ ਦਾਦਾ ਜੀ ਕੀ ਰਾਜਨੀਤੀ ਸੀ ਉੱਥੇ, ਸਰਦਾਰ ਹਰਨਾਮ ਸਿੰਘ? ਹਾਂ, ਸਰ ਹਰਨਾਮ ਸਿੰਘ ਬਹੁਤ ਵੱਡੇ ਲੈਂਡਲੋਰਡ ਸੀਗੇ ਅਤੇ ਰਾਜਨੀਤੀ ਦੇ ਵਿੱਚ ਵੀ ਸੀਗੇ, ਅਤੇ ਆਹ ਜਿਹੜੇ ਬੋਰਡ ਬੂਡ ਹੁੰਦੇ ਉਹਨਾਂ ਦੇ ਵੀ ਮੈਂਬਰ ਹੁੰਦੇ ਸੀਗੇ, ਅਤੇ ਕਾਫੀ ਮੇਲ ਜੋਲ ਸੀਗਾ ਹਕੂਮਤ ਦੇ ਨਾਲ। ਹੁਣ ਤੁਹਾਡੇ ਕੋਲ ਇੱਥੇ 100 ਕਿੱਲਾ ਜ਼ਮੀਨ ਦਾ? 150 ਸੀਗਾ, ਹੁਣ ਤਾਂ 100 ਕੀ ਹੋਊਗਾ। ਤੁਹਾਡੇ ਕੋਲ ਟੋਟਲ ਜ਼ਮੀਨ 100 ਕਿੱਲਾ ਜ਼ਮੀਨ ਦਾ? ਹਾਂ। ਰਾਜਨੀਤੀ 'ਚ ਆਉਣ ਤੋਂ ਬਾਅਦ ਤੁਹਾਡੀ ਜ਼ਮੀਨ ਵਿਕੀ? ਹਾਂ ਵਿਕੀ ਹੈ, ਅਤੇ ਹੁਣ ਵੀ 5-6 ਸਾਲ ਹੋਏ ਆ, ਉਦੋਂ ਵੀ ਵਿਕੀ ਹੈ। ਕਿੰਨੀ ਜ਼ਮੀਨ ਵੇਚੀ ਹੈ ਮਾਨ ਸਾਹਿਬ? ਕੋਈ ਮੇਰੇ ਤਾਂ ਕੋਈ 35 ਕਿੱਲੇ ਵਿਕ ਗਏ ਆ। ਲੋਕ ਤਾਂ ਰਾਜਨੀਤੀ 'ਚੋਂ ਬਣਾਉਂਦੇ, ਇੱਥੇ ਤਾਂ ਫਾਰਮਾਂ ਦੇ ਫਾਰਮ ਬਣਾ ਲਏ, ਇੱਥੇ ਤਾਂ ਜ਼ਮੀਨਾਂ ਜਾਇਦਾਦਾਂ ਕੋਠੀਆਂ। ਮੈਂ ਤੁਹਾਡਾ ਘਰ ਵੀ ਦੇਖ ਰਿਹਾ, ਉਹੀ 47 ਵਾਲਾ ਘਰ ਆ ਤੁਹਾਡਾ ਪੁਰਾਣਾ। ਹਾਂ, ਫਿਰ ਮੇਰਾ ਮਤਲਬ ਹੈ ਰਾਜਨੀਤੀ ਜਾਂ ਅਫਸਰ ਬਣ ਕੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਿਖਾਇਆ ਗਿਆ ਸੀ ਅਸੀਂ ਪਬਲਿਕ ਸਰਵੈਂਟ ਹੈ ਅਤੇ ਪਬਲਿਕ ਦੀ ਸੇਵਾ ਕਰਨੀ ਹੈ, ਲੁੱਟ ਨਹੀਂ ਕਰਨੀ ਹੈਗੀ, ਸਗੋਂ ਸਾਰੀ ਸੇਵਾ ਹੀ ਸੇਵਾ ਹੁੰਦੀ ਹੈ। ਅੰਗਰੇਜ਼ ਵੀ ਚੰਗੀ ਨੌਕਰੀ ਤੋਂ ਜਾ ਕੇ ਫਿਰ ਪੋਲੀਟਿਕਸ ਦੇ ਵਿੱਚ ਆਉਂਦੇ ਹੈ, ਅਤੇ ਉਹਨਾਂ ਦੇ ਵਿੱਚ ਕਰਪਸ਼ਨ ਨਹੀਂ ਹੁੰਦੀ ਹੈਗੀ। ਉਹਦੇ ਨਾਲ ਬਦਨਾਮੀ ਹੁੰਦੀ ਹੈ, ਅਤੇ ਉਹਦੇ ਨਾਲ ਜਿਹੜਾ ਤੁਹਾਡਾ ਇਮੇਜ ਹੈ, ਜਿਹੜਾ ਤੁਹਾਡੀ ਦਿੱਖ ਹੈ, ਉਹ ਬਹੁਤ ਖਰਾਬ ਹੋ ਜਾਂਦੀ ਹੈ। ਮਾਨ ਸਾਹਿਬ, ਦੁੱਖ ਹੁੰਦਾ ਇਸ ਗੱਲ ਦਾ ਕਿ ਵੰਡ ਨੇ ਤੁਹਾਡੇ ਤੋਂ ਇੰਨਾ ਕੁਝ ਖੋਹ ਲਿਆ। ਤੁਸੀਂ ਐਡੇ ਵੱਡੇ ਸਰਦਾਰ ਸੀ, ਕਿਤੇ ਤੁਸੀਂ 100 ਕਿਤੇ 325 ਮੁਰੱਬੇ, ਇੱਕ ਮੁਰੱਬੇ 'ਚ 25 ਏਕੜ ਹੁੰਦੇ ਆ ਜੀ। ਕਿਤੇ ਤੁਸੀਂ ਹਜ਼ਾਰਾਂ ਏਕੜ ਦੇ ਮਾਲਕ, ਕਿਤੇ ਤੁਸੀਂ 100-150 ਏਕੜ ਦੇ ਮਾਲਕ ਰਹਿ ਗਏ, ਜਾਂ ਤੁਹਾਡਾ ਸਭ ਕੁਛ ਹੀ ਖੁੱਸਿਆ। ਇਹ ਗਾਂਧੀ ਨੇ ਅਤੇ ਨਹਿਰੂ ਨੇ ਸਿੱਖਾਂ ਦਾ ਸਾਥ ਨਹੀਂ ਦਿੱਤਾ ਹੈਗਾ, ਕਿਉਂ ਕਰਕੇ ਮਾਸਟਰ ਤਾਰਾ ਸਿੰਘ ਨੇ ਮੇਰੇ ਬਜ਼ੁਰਗਾਂ ਨੂੰ ਕਿਹਾ ਸੀਗਾ ਕਿ ਜੋਗਿੰਦਰ ਸਿੰਘ, ਇਹ ਪਹਿਲਾਂ ਅੰਗਰੇਜ਼ਾਂ ਨੂੰ ਆਪਾਂ ਕੱਢ ਲਈਏ ਅਤੇ ਫਿਰ ਹਿੰਦੂ ਭਰਾ ਸਾਨੂੰ ਸਾਰਾ ਕੁਛ ਦੇ ਦੇਣਗੇ। ਅਤੇ ਮੇਰੇ ਬਜ਼ੁਰਗ MLA ਸੀਗੇ, ਮਾਸਟਰ ਜੀ ਦੀ ਪਾਰਟੀ ਦੇ ਵਿੱਚ ਸੀਗੇ, ਬਹੁਤ ਨਜ਼ਦੀਕ ਸੀਗੇ। ਉਹਨਾਂ ਨੇ ਕਿਹਾ ਕਿ ਮਾਸਟਰ ਜੀ, ਤੁਸੀਂ ਐ ਮੈਨੂੰ ਦੱਸੋ ਕਿ ਜਦੋਂ ਪਿਓ ਮਰ ਜਾਂਦਾ ਹੈ ਅਤੇ ਜਿਹੜਾ ਵੱਡਾ ਭਰਾ ਹੈ ਉਹ ਛੋਟੇ ਭਰਾਵਾਂ ਨੂੰ ਸਾਰਾ ਕੁਛ ਦੇ ਦਿੰਦਾ, ਅਤੇ ਤੁਸੀਂ ਹਿੰਦੂ ਨੂੰ ਆਜ਼ਾਦ ਕਰਾ ਕੇ ਤੁਸੀਂ ਇਹਦੇ ਤੋਂ ਕਿਵੇਂ ਲਓਗੇ? ਤੁਹਾਡਾ ਹਿੱਸਾ ਅੰਗਰੇਜ਼ਾਂ ਦੇ ਹਿੱਸੇ ਆਉਂਦਾ, ਤੁਸੀਂ ਇਹਨਾਂ ਤੋਂ ਲਓ। ਪਰ ਮਾਸਟਰ ਜੀ ਕਹਿੰਦੇ ਕਿ ਨਹੀਂ ਜੋਗਿੰਦਰ ਸਿੰਘ, ਤੈਨੂੰ ਤਾਂ ਪਤਾ ਹੀ ਨਹੀਂ ਕੁਛ ਚੀਜ਼ ਦਾ। ਫਿਰ ਕੋਸ਼ਿਸ਼ ਉਹਨਾਂ ਨੇ ਬਹੁਤ ਕੀਤੀ ਕਿ ਸਾਡੀ ਸਟੇਟ ਅਲੱਗਾ ਬਣ ਜਾਵੇ। ਤੁਹਾਡੇ ਪਿਤਾ ਜੀ ਚਾਹੁੰਦੇ ਸੀ? ਹਾਂ। ਅਤੇ ਫਿਰ 1946 ਦੇ ਵਿੱਚ ਬਲਵੰਤ ਸਿੰਘ ਕੁੱਕੜ ਸੀਗੇ, SDPC ਦੇ ਮੈਂਬਰ ਜਲੰਧਰ ਤੋਂ। ਉਹਨਾਂ ਨੇ ਪਹਿਲੀ ਵਾਰੀ 1946 ਦੇ ਵਿੱਚ ਖਾਲਿਸਤਾਨ ਦਾ ਮਤਾ SDPC ਦੀ ਸਰਬਸੰਮਤੀ ਤੋਂ ਪਾਸ ਕਰਾਇਆ ਸੀਗਾ। ਪਰ ਇਹ ਤਾਂ ਫਾਇਦਾ ਨਹੀਂ ਹੋਇਆ, ਕਿਉਂ ਕਰਕੇ ਸਿੱਖਾਂ ਨੂੰ ਅਕਲ ਉਦੋਂ ਆਈ ਜਦੋਂ ਗੱਡੀ ਪਲੈਟਫਾਰਮ 'ਤੇ ਆਉਣ ਵਾਲੀ ਸੀ। ਹੁਣ ਜਦੋਂ ਗੱਡੀ ਪਲੈਟਫਾਰਮ 'ਤੇ ਆਉਣ ਵਾਲੀ ਹੈ, ਤੁਸੀਂ ਸਟੇਸ਼ਨ ਮਾਸਟਰ ਕੋਲ ਜਾਓ ਅਤੇ ਕਹੋ ਮੈਨੂੰ ਫਸਟ ਕਲਾਸ ਦੀ ਟਿਕਟ ਜਾਂ ਸੈਕਿੰਡ ਕਲਾਸ ਦੀ ਟਿਕਟ ਦਿਓ, ਉਹ ਤਾਂ ਇਹੀ ਜਵਾਬ ਦਊਗਾ ਕਿ ਭਾਈ ਸਾਹਿਬ ਹੁਣ ਤਾਂ ਵਿਕ ਗਈਆਂ ਸਾਰੀਆਂ। ਸੋ ਮੇਰਾ ਮਤਲਬ ਜੇ ਸਿੱਖਾਂ ਨੂੰ ਅਕਲ ਹੀ 1946 'ਚ ਆਈ, ਤਾਂ ਫਿਰ ਆਹ ਸਾਡਾ ਹਾਲ ਹੋਇਆ ਹੈਗਾ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ, ਪਹਿਲਾਂ ਅੰਗਰੇਜ਼ਾਂ ਨੂੰ ਆਪਾਂ ਕੱਢ ਕੇ ਫਿਰ ਅਸੀਂ ਜਿਹੜੇ ਸਿੱਖ ਇੱਧਰ ਆ ਗਏ ਹਿੰਦੂ ਦੇ ਗੁਲਾਮ ਹੋ ਗਏ, ਜਿਹੜੇ ਪਾਕਿਸਤਾਨ 'ਚ ਰਹਿ ਗਏ ਉਹ ਮੁਸਲਮਾਨ ਦੇ ਗੁਲਾਮ ਹੋ ਗਏ। ਸੋ ਸਿੱਖਾਂ ਨੂੰ ਆਜ਼ਾਦੀ ਅਜੇ ਤੱਕ ਮਿਲੀ ਨਹੀਂ ਹੈ। ਪਰ ਜਿਹੜੀਆਂ ਸਟੇਟਾਂ ਕਈ ਵਾਰ ਆਜ਼ਾਦ ਵੀ ਹੋਈਆਂ, ਉਹਨਾਂ 'ਚ ਵੀ ਲੋਕਾਂ ਦੀ ਹਾਲਤ ਤੇ ਬਾਅਦ 'ਚੋਂ ਮਾੜੀ ਹੋਈ। ਜੇ ਪਾਕਿਸਤਾਨ ਦੇ ਬਾਰੇ ਇਹ ਕਿਹਾ ਜਾਂਦਾ ਹੈਗਾ ਕਿ ਪਾਕਿਸਤਾਨ ਨੇ ਤਾਂ ਉਹਦਾ ਇਸਲਾਮਿਕ ਨੇਸ਼ਨ ਲੈ ਲਿਆ ਸੀਗਾ, ਉੱਥੇ ਕੀ ਆਮ ਲੋਕਾਂ ਦਾ, ਵਿਚਾਰਿਆਂ ਦਾ, ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਕੋਈ ਕਰਪਸ਼ਨ ਨਹੀਂ ਹੋਣੀ ਚਾਹੀਦੀ, ਚੰਗੇ ਲੋਕ ਹੋਣੇ ਚਾਹੀਦੇ ਆ। ਉਹਦਾ ਮੈਂ ਜਵਾਬ ਇਹੀ ਦਿੰਦਾ ਕਿ ਹਰੇਕ ਸਾਲ ਰੋਜ਼ਾ ਸ਼ਰੀਫ ਸਾਡਾ ਬਹੁਤ ਮੰਨਿਆ ਹੋਇਆ ਮੁਸਲਮਾਨਾਂ ਦਾ ਇਹ ਧਾਰਮਿਕ ਸਥਾਨ ਹੈ। ਇੱਥੇ ਹਰੇਕ ਸਾਲ ਮੇਲੇ ਦੇ ਉੱਤੇ ਮੁਸਲਮਾਨ ਆਉਂਦੇ ਆ ਸਾਰੀ ਦੁਨੀਆ ਤੋਂ, ਅਤੇ ਪਾਕਿਸਤਾਨ ਤੋਂ ਵੀ ਆਉਂਦੇ ਹੈ।
ਇੱਕ ਵਾਰੀ ਇਸੇ ਪਿੰਡ ਦੇ ਮੁਸਲਮਾਨ ਜਿਹੜੇ ਇੱਥੋਂ ਚਲੇ ਗਏ ਸੀਗੇ ਤੇ ਪਾਕਿਸਤਾਨ 'ਚ ਵਸੇ ਹੈ, ਉਹ ਵੀ ਆਏ। ਇੱਥੇ ਮੈਂ ਉਹਨਾਂ ਨੂੰ ਬਹੁਤ ਵਧੀਆ ਚਾਹ ਪਿਆਈ, ਪਿਆਰ ਕੀਤਾ, ਸਾਰਾ ਕੁਛ। ਕਈ ਉਹਨਾਂ ਦੀਆਂ ਕਬਰਾਂ ਉੱਥੇ ਸੀਗੀਆਂ, ਉਹ ਦੇਖਣ ਗਏ। ਉਹਨਾਂ ਨੇ ਕਿਹਾ ਜੀ ਤੁਸੀਂ ਬਹੁਤ ਸਾਂਭ ਕੇ ਰੱਖੀਆਂ, ਸਾਡੀਆਂ ਕਲੀ ਕੀਤੀਆਂ, ਸਾਰਾ ਕੁਛ ਕੀਤਾ ਹੈ। ਮੈਂ ਕਿਹਾ ਫਿਰ ਇਹ ਸਾਨੂੰ ਇੱਜ਼ਤ ਤਾਂ ਕਰਨੀ ਪੈਂਦੀ ਹੈ। ਅਤੇ ਫਿਰ ਮੈਂ ਕਹਿਤਾ ਕਿ ਦੇਖੋ ਤੁਸੀਂ ਇੱਥੋਂ ਉੱਜੜ ਕੇ ਪਾਕਿਸਤਾਨ ਚਲੇ ਗਏ, ਅਸੀਂ ਉੱਥੋਂ ਉੱਜੜ ਕੇ ਇੱਧਰ ਆ ਗਏ। ਤੁਹਾਨੂੰ ਪਤਾ ਉਹਨਾਂ ਨੇ ਜਵਾਬ ਕੀ ਦਿੱਤਾ ਮੈਨੂੰ? ਕਹਿੰਦੇ ਸਰਦਾਰ ਸਾਹਿਬ ਅਸੀਂ ਉੱਜੜੇ ਹਾਂ, ਪਰ ਸਾਨੂੰ ਆਪਣਾ ਮੁਲਕ ਅਤੇ ਕੌਮੀਅਤ ਮਿਲ ਗਈ ਹੈ ਅਤੇ ਸਾਨੂੰ ਫਖਰ ਹੈ ਕਿ ਸਾਡਾ ਅੱਜ ਕੌਮ ਦਾ ਘਰ ਹੈ, ਇੱਥੇ ਹੈ ਨਹੀਂ ਸੀ। ਉਦੋਂ ਮੈਨੂੰ ਅਕਲ ਆਈ ਕਿ ਜੇ ਮੁਸਲਮਾਨ ਇੱਥੋਂ ਉੱਜੜ ਕੇ ਗਿਆ ਅਤੇ ਕਹਿੰਦਾ ਕਿ ਹੁਣ ਸਾਨੂੰ ਕੌਮੀਅਤ ਮਿਲ ਗਈ ਹੈ ਪਾਕਿਸਤਾਨ 'ਚ, ਸਾਨੂੰ ਸਾਡਾ ਮੁਲਕ ਮਿਲ ਗਿਆ ਹੈ, ਅਤੇ ਸਾਨੂੰ ਫਿਰ ਸੁਆਹ ਮਿਲਿਆ ਇਹ, ਅਸੀਂ ਉੱਜੜ ਕੇ ਵੀ ਆਏ, ਫਿਰ ਵੀ ਹਿੰਦੂ ਦੇ ਗੁਲਾਮ ਹੈ। ਹੁਣ ਤੁਸੀਂ ਸ਼ਾਇਦ ਅਫਸੋਸ ਕਰੋਗੇ, ਪਰ ਉੱਥੇ ਵੀ ਐਂ ਹੁੰਦਾ ਕਿ ਜਦੋਂ ਪਾਰਲੀਮੈਂਟ 'ਚ 90% ਹਿੰਦੂ ਹੈਗੇ ਹੈ, ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈ ਨਹੀਂ ਗਾ, ਕੋਈ ਵੀ ਹਾਈ ਕੋਰਟ ਦਾ ਜੱਜ ਸਿੱਖ ਹੈ ਨਹੀਂ ਸਾਰੇ ਮੁਲਕ ਦਾ, ਸਾਰੇ ਮੁਲਕ ਦੇ ਵਿੱਚ ਕੋਈ ਗਵਰਨਰ ਤੁਹਾਡਾ ਸਿੱਖ ਨਹੀਂ ਹੈ, ਅਤੇ ਫਿਰ ਹੋਰ ਤੁਸੀਂ ਕੀ ਹੋ? ਤੁਸੀਂ ਇੱਥੋਂ ਦੇ ਰਾਜੇ। ਉੱਥੇ ਵੀ ਪੰਜਾਬੀ ਮੁਸਲਮਾਨ ਪਿੱਟਦੇ ਨੇ ਕਿ ਸਾਡੀ ਮਾਂ ਬੋਲੀ ਦੀ ਕਦਰ ਹੀ ਨਹੀਂ ਕੋਈ ਉੱਥੇ। ਮਸਾਂ ਲੜਾਈਆਂ ਲੜੀਆਂ ਜਾ ਰਹੀਆਂ ਨੇ ਉੱਥੇ। ਸਟੇਟ ਤਾਂ ਸਟੇਟ ਹੀ ਹੁੰਦੀਆਂ, ਨੇਸ਼ਨ ਸਟੇਟ ਤਾਂ ਨੇਸ਼ਨ ਸਟੇਟ ਵਾਂਗੂ ਚੱਲਦੀ ਹੈ ਕਿਤੇ ਵੀ। ਪਰ ਉਹਨਾਂ ਨੂੰ ਫਖਰ ਤਾਂ ਹੈ ਕਿ ਸਾਡਾ ਮੁਲਕ ਹੈ, ਮੈਨੂੰ ਫਖਰ ਨਹੀਂ ਹੈ ਕਿ ਇਹ ਮੇਰਾ ਮੁਲਕ ਹੈ। ਹੁਣ ਇਹਦੇ 'ਤੇ ਤੁਸੀਂ ਕੀ ਕਹੋਗੇ? ਮੈਨੂੰ ਜਬਰੀ ਇਹ ਕਹੋਗੇ ਕਿ ਤੇਰਾ ਮੁਲਕ ਇਹ ਹੈ? ਕਿਉਂ ਲੱਗਿਆ? ਕਿਉਂਕਿ ਜਿਹੜਾ ਉਸੇ ਮੁਲਕ 'ਚ ਮੈਂ ਤਾਂ ਜਿਹੜਾ ਮੁਲਕ ਹੁੰਦਾ ਹੈ ਉਹ ਇੱਕ ਫੀਲਿੰਗ ਹੁੰਦੀ ਹੈ ਨਾ, ਫੀਲਿੰਗ। ਉਸੇ ਮੁਲਕ ਦੀ ਮੈਂ ਕਹਿ ਰਿਹਾ, ਉਸੇ ਮੁਲਕ ਦੀ ਸਭ ਤੋਂ ਟੌਪ ਫੋਰਸ ਦੇ ਅੰਦਰ ਟੌਪ, ਮੈਂ ਕਹਾਂ ਕਿ IPS ਜਿਹੜਾ ਹੁੰਦਾ, ਤੁਸੀਂ IPS ਬਣੇ। ਉਹ ਤਾਂ ਫਿਰ ਮੈਂ ਇਹ ਮਿਹਨਤ ਆਪਣੀ ਕਰਕੇ ਤੇ ਬਣ ਗਏ ਹੈ, ਪਰ ਮੈਂ ਇਹ ਸੰਤੁਸ਼ਟ ਤਾਂ ਨਹੀਂ ਕਦੇ ਰਿਹਾ ਕਿ ਮੈਂ ਇਹ ਇੰਡੀਆ ਦੀ ਸਰਵਿਸ ਕਰ ਰਿਹਾ, ਅਤੇ ਨਾ ਮੈਂ ਕਦੇ ਜੈ ਹਿੰਦ ਕਿਹਾ ਸੀਗਾ। ਜਦੋਂ ਮੈਂ ਕੀ ਕਹਿੰਦੇ ਸੀ? ਜਦੋਂ ਮੈਂ SP ਹੈੱਡਕੁਆਟਰ ਸੀਗਾ ਫਿਰੋਜ਼ਪੁਰ ਦਾ, ਉੱਥੇ ਇੱਕ MLA ਸੀਗਾ ਇਹ ਫਿਰੋਜ਼ਪੁਰ ਦਾ, ਉਹ ਮੇਰੇ ਦਫ਼ਤਰ 'ਚ ਆ ਗਿਆ। ਹਾਂ, ਮੈਨੂੰ ਕਹਿੰਦਾ ਜੈ ਹਿੰਦ ਮਾਨ ਸਾਹਿਬ। ਮੈਂ ਕਿਹਾ ਓਏ ਜੈ ਹਿੰਦ ਕੀ ਹੁੰਦੀ ਹੈ ਮੇਰੇ ਸਾਹਿਬ? ਕਹਿੰਦਾ ਜੀ ਜੈ ਹਿੰਦ ਤਾਂ ਤੁਹਾਨੂੰ ਨਹੀਂ ਪਤਾ ਕੀ ਹੁੰਦੀ ਹੈ। ਮੈਂ ਕਿਹਾ ਮੈਨੂੰ ਕੋਈ ਨਹੀਂ ਪਤਾ, ਜਾਂ ਤੂੰ ਗੁੱਡ ਮਾਰਨਿੰਗ ਕਹਿ ਜਾਂ ਗੁੱਡ ਆਫਟਰਨੂਨ ਕਹਿ, ਮੇਰੇ ਕੋਲ ਆ ਕੇ ਜੈ ਜੂ ਹਿੰਦ ਨਹੀਂ ਹੋਣੀ ਹੈਗੀ, ਬਹਿ ਜਾ ਇੱਥੇ। ਹੁਣ ਦੱਸੋ ਹੁਣ ਤੁਸੀਂ ਕੀ ਕਰਦੇ ਸੀ ਫਿਰ? ਹੈਂ, ਤੁਸੀਂ ਕੀ ਕਹਿੰਦੇ ਸੀਗੇ? ਪੁਲਿਸ ਦੇ ਹਾਲ ਬੁਲਾਉਂਦੇ ਸੀਗੇ, ਵਾਹਿਗੁਰੂ ਜੀ ਕਾ ਖਾਲਸਾ, ਨਹੀਂ ਗੁੱਡ ਮਾਰਨਿੰਗ, ਨਿਊਟਰਲ ਰਹੀਦਾ ਸੀਗਾ। ਹਾਂ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਅੱਛਾ, ਇਹ ਇੰਸਪੀਰੇਸ਼ਨ ਤੁਹਾਨੂੰ ਕਿੱਥੋਂ ਮਿਲੀ ਕਿ ਤੁਸੀਂ IPS ਬਣਨਾ ਹੈ? ਤੁਹਾਨੂੰ ਕਿਹਨੇ ਇਹ ਚਿੰਗ ਲਾਈ? ਇਹ ਤਾਂ ਇੱਕ ਸਾਡੇ ਰਿਸ਼ਤੇਦਾਰ ਸੀਗੇ, ਉਹ ਕਹਿੰਦੇ ਕਿ ਤੇਰੇ ਜਿਹੜੇ ਬਜ਼ੁਰਗ ਹੈ ਨਾ, ਉਹਨਾਂ ਦਾ ਰੋਹ ਬਹੁਤ ਹੈ ਅਤੇ ਉਹਨਾਂ ਦੀ ਪੋਜੀਸ਼ਨ ਵੀ ਬਹੁਤ ਹੈ, ਅਤੇ ਜੇ ਤੂੰ ਉਹਨਾਂ ਦਾ ਮੁਕਾਬਲਾ ਨਹੀਂ ਕਰੇਗਾ, ਤੂੰ ਸਾਰੀ ਉਮਰ ਰੁਲਦਾ ਰਹੇਗਾ ਅਤੇ ਉਹਨਾਂ ਦੇ ਅਧੀਨ ਰਹੇਗਾ, ਅਤੇ ਤੂੰ ਪੜ੍ਹ ਕੇ ਕੁਛ ਬਣ। ਉਹ ਗੱਲ ਮੈਂ ਪੱਲੇ ਬੰਨ੍ਹ ਲਈ, ਅਤੇ ਫਿਰ ਮੈਂ ਪੜ੍ਹਿਆ ਬਹੁਤ, ਅਤੇ ਮੈਂ ਫਿਰ ਸਾਰੇ ਕਲੀਅਰ ਕਰਤੇ ਸੀ, IAS IFS IPS, ਪਰ ਮੈਨੂੰ ਇੰਟਰਵਿਊ ਦੇ ਵਿੱਚ IAS ਦੇ ਨੰਬਰ ਬੜੇ ਥੋੜ੍ਹੇ ਮਿਲੇ, ਪੁਲਿਸ ਦੇ ਬਹੁਤ ਜ਼ਿਆਦਾ ਦੇਤੇ, ਫੋਰਨ ਸਰਵਿਸ ਦੇ ਦੇਤੇ, ਪਰ ਜਿਹੜੇ ਮੇਰੇ ਦੇਣ ਵਾਲੇ ਸੀ ਮਾਰਕਸ, ਉਹਨਾਂ ਨੂੰ ਪਤਾ ਸੀ ਕਿ ਰਿਟਨ ਦੇ ਵਿੱਚ ਜੇ ਇਹਨੂੰ ਵੱਧ ਵੀ ਦੇ ਦਈਏ ਫੋਰਨ ਸਰਵਿਸ 'ਚ ਨਹੀਂ ਜਾ ਸਕਦਾ, ਪਰ ਜੇ ਇਹਨੂੰ IAS ਦੇ ਵੱਧ ਦੇਤੇ ਤਾਂ ਫਿਰ ਇਹ IAS 'ਚ ਲੈ ਜਾਊਗਾ। ਸੋ ਸਾਰੇ ਇੰਡੀਆ 'ਚ ਮੇਰੀ ਚੌਥੇ ਨੰਬਰ ਦੀ ਪੋਜੀਸ਼ਨ ਆਈ ਸੀਗੀ, ਸੋ ਮੈਂ IPS ਲੈ ਲਿਆ। ਕਿਵੇਂ ਰਿਹਾ ਫਿਰ ਉਹ ਸਾਰਾ ਕੁਛ? ਹਾਂ, ਕਿਵੇਂ ਰਿਹਾ? ਮਤਲਬ ਤੁਹਾਡਾ ਵੈਸੇ ਐਜ਼ ਏ ਜੋਬ
ਜੋ ਤੁਸੀਂ ਜਿਹਨੇ ਤੁਹਾਨੂੰ ਸਿਖਾਇਆ ਕਿ ਉਹ ਗੱਲ ਤੁਹਾਨੂੰ ਲੱਗੀ ਠੀਕ ਕਿ ਵੀ ਰੁਤਬਾ ਮਿਲ ਗਿਆ ਜਿਹੜਾ ਰੁਤਬਾ ਤੁਸੀਂ ਫਿਰ ਕਿਉਂਕਿ ਇੱਜ਼ਤ ਤਾਂ ਹੁੰਦੀ ਹੈ ਜੀ, ਫਿਰ ਇਹ ਘਰ 'ਚ ਵੀ ਇੱਜ਼ਤ ਹੁੰਦੀ ਹੈ, ਬਾਹਰ ਵੀ ਇੱਜ਼ਤ ਹੁੰਦੀ ਹੈ ਕਿ ਬੰਦੇ ਨੇ ਕੋਈ ਕਮਾਈ ਕੀਤੀ ਹੋਈ ਹੈ, ਐਵੇਂ ਥੋੜ੍ਹੀ ਤੁਰਿਆ ਫਿਰਦਾ। IPS ਐਵੇਂ ਥੋੜ੍ਹੀ ਬਣ ਜਾਂਦਾ ਜੀ ਕੋਈ। ਤੁਹਾਡੀ ਟਨਿਓਰ ਦੌਰਾਨ ਮਾਨ ਸਾਹਿਬ ਇੱਕ ਐਲੀਗੇਸ਼ਨ ਤੁਹਾਡੇ ਤੇ ਲੱਗਦਾ ਕਿ ਕੁਛ ਨਕਸਲਵਾੜੀ ਮੂਵਮੈਂਟ ਚੱਲ ਰਹੀ ਸੀ ਉਦੋਂ ਕਿ ਉਹ ਮਾਨ ਨੇ ਮਰਵਾਏ, ਸਿਮਰਨਜੀਤ ਮਾਨ ਨੇ ਉਹ ਮੁੰਡੇ ਮਰਵਾਏ, ਇਸ ਤਰ੍ਹਾਂ ਦਾ ਕਾਮਰੇਡ ਐਲੀਗੇਸ਼ਨ ਲਾਉਂਦੇ ਆ ਤੁਹਾਡੇ ਤੇ। ਨਹੀਂ ਉਹ ਗਲਤ ਹੈ। ਉਹ ਦੂਸਰਾ ਮਾਨ ਸੀਗਾ, ਇਹ ਮੈਂ ਨਹੀਂ ਕਾਮਰੇਡਾਂ ਨੂੰ ਮਰਵਾਇਆ ਹੈਗਾ। ਕਾਮਰੇਡਾਂ ਨੂੰ ਤਾਂ ਮੈਂ ਬਚਾਇਆ। ਇੱਕ ਭੋਲਾ ਸੀਗਾ, ਮੈਨੂੰ ਪਤਾ ਲੱਗਿਆ ਉਹਨੂੰ ਅਗਲੇ ਦਿਨ ਚੌਧਰੀ ਸੂਬੇ ਸਿੰਘ ਜਿਹੜੇ SSP ਸੀਗੇ ਸੰਗਰੂਰ ਦੇ, ਮੈਂ ਲੱਡਾ ਕੋਠੀ PAP ਦਾ ਕਮਾਂਡਰ ਸੀਗਾ, ਮੈਨੂੰ ਪਤਾ ਲੱਗਿਆ ਕਿ ਉਹਨੂੰ ਫੜ ਕੇ ਮਾਰ ਦੇਣਾ ਅਤੇ ਉਹਨਾਂ ਨੇ ਸਾਡੀ ਇਮਦਾਦ ਲੈਣੀ ਹੈ PAP ਦੀ। ਅਤੇ ਮੈਂ ਆਪਣੇ ਇੰਸਪੈਕਟਰ ਨੂੰ ਕਿਹਾ ਜਾ ਭੋਲੇ ਨੂੰ ਫੜ ਲਿਆ। ਉਹ ਫੜ ਲਿਆ ਆ ਅਤੇ ਉਹਨੂੰ ਤਾਂ ਮੈਂ ਘਰੇ ਰੱਖਿਆ। ਅਤੇ ਜਿਹੜਾ ਟ੍ਰਿਬਿਊਨ ਦਾ ਐਡੀਟਰ ਬਾਅਦ ਦੇ ਵਿੱਚ ਬਣਿਆ ਹਲਵਾਰਵੀ, ਹਾਂ ਹਰਭਜਨ ਹਲਵਾਰਵੀ, ਹਾਂ ਉਹਨੂੰ ਵੀ ਬਚਾਇਆ। ਉਹ ਤਾਂ ਐ ਮੁਰਗਾ ਬਣ ਕੇ ਸੁਧਾਰ ਦੇ ਚੌਂਕੀ 'ਚ ਬਿਠਾਇਆ ਹੋਇਆ ਸੀਗਾ ਅਤੇ ਮੈਂ ਕੁਦਰਤੀ ਚਲਿਆ ਗਿਆ। ਮੇਰਾ ਏਰੀਆ ਸੀਗਾ, ਮੈਂ ASP ਸੀਗਾ ਟ੍ਰੇਨਿੰਗ 'ਚ, ਅਤੇ ਮੈਂ ਥਾਣਿਆਂ ਦੀ ਇੰਸਪੈਕਸ਼ਨ ਕਰਨ ਚਲੇ ਗਿਆ ਚੌਂਕੀ ਦੀ। ਅਤੇ ਮੈਂ ਕਿਹਾ ਇਹ ਕੌਣ ਹੈ? ਕਹਿੰਦੇ ਜੀ ਇਹ ਹਰਭਜਨ ਸਿੰਘ ਹਲਵਾੜਵੀ ਹੈ, ਇਹ ਨਕਸਲਾਈਟ ਹੈ ਅਤੇ ਇਹਦੇ ਦੀ ਪੁਲਿਸ ਅੰਬਾਲੇ ਦੀ, ਇਹ ਰੋਪੜ ਦੀ ਆ ਰਹੀ ਹੈ। ਮੈਂ ਕਿਹਾ ਰੋਪੜ ਦਾ ਤਾਂ ਜਾਬਰ ਆਦਮੀ ਹੈ, ਸ਼ਰਮਾ ਉਹਨੇ ਤਾਂ ਫੜਦੇ ਇਹਨੂੰ ਮਾਰ ਦੇਣਾ। ਮੈਂ ਕਿਹਾ ਇਹਦੀ ਰਿਪੋਰਟ ਡੇਲੀ ਡਾਇਰੀ 'ਚ ਲਿਖੀ ਹੈ? ਕਹਿੰਦੇ ਨਹੀਂ ਜਨਾਬ ਇਹਦੀ ਨਹੀਂ। ਮੈਂ ਕਿਹਾ ਫੜਾ ਮੈਨੂੰ ਇਹ ਡਾਇਰੀ, ਅਤੇ ਮੈਂ ਉਹਦੀ ਹਾਜ਼ਰੀ ਪਾਈ ਕਿ ਸਾਡੇ ਕੋਲ ਇਹ ਆਇਆ ਹੈਗਾ, ਇੱਥੋਂ ਦਾ ਨੁਮਾਇੰਦਾ ਹੈਗਾ ਅਤੇ ਸਾਡੇ ਕਬਜ਼ੇ ਦੇ ਵਿੱਚ ਹੈ। ਉਹਦੇ ਨਾਲ ਉਹਦੀ ਜਾਨ ਅਤੇ ਸ਼ਰਮਾ ਬੜਾ ਔਖਾ ਹੋਇਆ ਕਿ ਇਹ ਮੇਰਾ ਬੰਦਾ ਜਿਹਨੂੰ ਮੈਂ ਠੋਕ ਦੇਣਾ ਸੀਗਾ। ਝੂਠਾ ਮੁਕਾਬਲਾ ਹੋਇਆ। ਹਾਂ ਮੈਂ ਨਹੀਂ ਮਾਰੇ ਨਕਸਲਾਈਟ। ਜਦੋਂ ਫਰੀਦਕੋਟ ਸੀ SSP ਉਦੋਂ ਕਿਹਾ ਜਾਂਦਾ, ਕਹਿੰਦੇ ਉਦੋਂ ਮਤਲਬ ਇਹ ਇਲਜ਼ਾਮ ਲੱਗਦਾ ਤੁਹਾਡੇ ਤੇ? ਲੱਗਦਾ ਹੋਊਗਾ, ਪਰ ਕਾਮਰੇਡਾਂ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਜੀ। ਇਹ ਤਾਂ ਐਡੇ ਕਾਇਰ ਬੰਦੇ ਹੈ। ਅੱਜ ਕਾਮਰੇਡਾਂ ਨੂੰ ਮਾਓਵਾਦੀ ਕਹਿ ਕੇ, ਨਕਸਲਾਈਟ ਕਹਿ ਕੇ ਛੱਤੀਸਗੜ੍ਹ ਦੇ ਵਿੱਚ, ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਠਾਹ ਦੇਣੇ ਸਰਕਾਰ ਗੋਲੀ ਮਾਰਦੀ ਹੈ। ਅਤੇ ਬੋਲਦਾ ਕੌਣ ਹੈ? ਅਕਾਲੀ ਦਲ ਅੰਮ੍ਰਿਤਸਰ ਅਤੇ ਸਿਮਰਨਜੀਤ ਸਿੰਘ ਮਾਨ। ਅਸੀਂ ਨਹੀਂ ਇਹੋ ਜਿਹਾ ਕੰਮ ਕਰਦੇ ਹੈਗੇ। ਮਾਨ ਸਾਹਿਬ ਫਿਰ ਉਹ ਦੌਰ ਆਉਂਦਾ ਜਦੋਂ ਤੁਸੀਂ IPS ਛੱਡ ਦਿੰਦੇ ਹੋ। ਹਾਂ, ਉਹ ਕਿਉਂ ਛੱਡ ਦਿਓਗੇ? ਉਦੋਂ ਪਹਿਲਾਂ ਇੰਸਪੀਰੇਸ਼ਨ ਕੌਣ ਸੀ ਤੁਹਾਨੂੰ? ਜਿਹੜੀ ਇਹ ਇੱਕ ਤਾਂ ਤੁਹਾਡੇ ਪਿਤਾ ਜੀ ਮਤਾ ਤੁਸੀਂ ਕਹਿੰਦੇ ਹੋ 46 ਦੇ ਅੰਦਰ ਜਿਹੜਾ ਖਾਲਿਸਤਾਨ ਦਾ ਪਿਆ, ਜਿਹਦਾ ਤੁਸੀਂ ਬੰਦੀ ਸਿੰਘਾਂ ਵਾਲੇ 'ਚ ਵੀ ਜ਼ਿਕਰ ਕੀਤਾ। ਹਾਂ, ਹੋਰ ਇੰਸਪੀਰੇਸ਼ਨ ਕੌਣ ਸੀਗਾ? ਉਦੋਂ ਪਹਿਲਾਂ ਮਿਲ ਲਏ ਸੀ ਸੰਤਾਂ ਨੂੰ, ਮਿਲ ਲਏ ਸੀ ਕਿਹਨੂੰ ਮਿਲ ਲਏ ਸੀ? ਸੰਤਾਂ ਨੂੰ ਇੰਸਪੀਰੇਸ਼ਨ ਸੀ ਤੁਹਾਡੀ? ਮੇਰਾ ਪਰਿਵਾਰ ਹਮੇਸ਼ਾ ਖਾਲਿਸਤਾਨ ਦੇ ਹੱਕ ਦੇ ਵਿੱਚ ਸੀਗਾ, ਪਰ ਉਹਨਾਂ ਦੀ ਪੇਸ਼ ਨਹੀਂ ਸੀ ਚੱਲਦੀ ਹੈਗੀ। ਅਤੇ ਕੁਦਰਤੀ ਹੈ ਕਿ ਇਹ ਮੇਰੇ 'ਚ ਵੀ ਉਹੀ ਦਾਰੂ ਭਰਿਆ ਗਿਆ ਹੋਣਾ ਕਿ ਆਪਣਾ ਮੁਲਕ ਲਹਿਦਾ ਹੋਣਾ ਚਾਹੀਦਾ, ਕਿਉਂ ਕਰਕੇ ਅਸੀਂ ਕੌਮ ਲਹਿਦਾ ਹੈਗੇ ਹਾਂ, ਅਸੀਂ ਮਜ਼ਹਬ ਲਹਿਦਾ ਹੈ, ਸਾਡੇ ਇਲਾਕੇ ਲਹਿਦਾ ਹੈ, ਸਾਡੀ ਬੋਲੀ ਲਹਿਦਾ ਹੈ, ਸਾਡੇ ਰਿਵਾਜ ਲਹਿਦਾ ਹੈਗੇ ਹੈ, ਅਤੇ ਸਾਡੀ ਕੌਮੀਅਤ ਲਹਿਦਾ ਹੈ। ਅਤੇ ਸ਼ੁਰੂ ਤੋਂ ਮੈਂ ਸਮਝਦਾ ਸੀ ਕਿ ਸਾਡਾ ਮੁਲਕ ਵੀ ਲਹਿਦਾ ਹੋਣਾ ਚਾਹੀਦਾ ਹੈ। ਅਤੇ ਮੇਰੇ ਮਾਪੇ ਵੀ ਇਹਦੇ ਹੱਕ ਸੀਗੇ ਕਿ ਖਾਲਿਸਤਾਨ ਹੋਣਾ ਚਾਹੀਦਾ, ਪਰ ਉਹਨਾਂ ਦੀ ਪੇਸ਼ ਨਹੀਂ ਚੱਲੀ, ਕਿਉਂ ਕਰਕੇ ਮੇਰੇ ਬਜ਼ੁਰਗ ਅੰਗਰੇਜ਼ਾਂ ਨਾਲ ਰਹਿ ਕੇ ਉਹ ਜੇਲ੍ਹ ਜਾਣ ਤੋਂ ਡਰਦੇ ਸੀਗੇ। ਅਤੇ ਮੇਰਾ ਡਰ ਲੱਥ ਗਿਆ ਫਿਰ ਜਦੋਂ ਮੈਂ ਰਿਜ਼ਾਈਨ ਕੀਤਾ ਹੈਗਾ। ਫਿਰ ਇਸ ਤਰ੍ਹਾਂ ਹੁਣ ਬਹੁਤ ਮੁਸ਼ਕਿਲ ਹੈ ਸਿੱਧੂ ਸਾਹਿਬ ਦੇ ਲਈ ਅਤੇ ਮਜੀਠੀਆ ਸਾਹਿਬ ਦੇ ਲਈ, ਜਿਨ੍ਹਾਂ ਨੇ ਕਦੇ ਜੇਲ੍ਹ ਨਹੀਂ ਦੇਖੀ। ਕਦੇ ਕੁਛ ਕਰਦੇ ਆ, ਕਦੇ ਕੁਛ ਕਰਦੇ ਆ, ਪਰ ਮੇਰਾ ਮਤਲਬ ਹੈ ਕਿ ਜੇਲ੍ਹ ਤਾਂ ਜੇਲ੍ਹ ਹੁੰਦੀ ਹੈ। ਜਦੋਂ ਫਿਰ ਉੱਥੇ ਕੀ ਨਖਰੇ ਕਰਨੇ ਆ, ਜਦੋਂ ਕਿ ਜੀ ਫਲਾਣਾ ਤੁਹਾਡੇ ਨਾਲ ਹੈ, ਫਲਾਣਾ ਤੁਹਾਡੇ ਨਾਲ ਹੈ। ਜਦੋਂ ਤੁਹਾਡਾ ਦਰਜਾ ਹੀ ਇੱਕ ਹੈ, ਤੁਸੀਂ ਵੀ ਕੈਦੀ ਹੋ, ਉਹ ਵੀ ਕੈਦੀ ਹੈ, ਅਤੇ ਫਿਰ ਤੁਹਾਨੂੰ ਕੀ ਫਰਕ ਪੈਂਦਾ ਹੈਗਾ ਕਿ ਉਹ ਫਲਾਣੀ ਹੈ, ਉਹ ਫਲਾਣੀ ਚੀਜ਼ ਹੈ ਨਾ। ਉਹਨੂੰ ਵੀ ਕੈਦ ਹੋਈ ਹੈ, ਤੁਹਾਨੂੰ ਵੀ ਕੈਦ ਹੋਈ ਹੈ,
ਹੈ ਫਿਰ ਉਹਦੇ 'ਚ ਦਰਜੇ 'ਚ ਕੀ ਫਰਕ ਹੈ? ਪਰ ਮਜੀਠੀਆ ਨੇ ਕਿਹਾ ਮੈਨੂੰ ਗੈਂਗਸਟਰਾਂ ਤੇ ਬੱਬਰ ਖਾਲਸਾ ਤੋਂ ਡਰ ਹੈ ਤੇ ਖਾਲਿਸਤਾਨੀ ਧਿਰਾਂ ਤੋਂ ਉਹਨਾਂ ਨੇ ਕਿਹਾ, ਉਹਨਾਂ ਦੇ ਰਿਪੋਰਟ ਵੀ ਆਈ ਹੈ। ਉਹਨੇ ਕੰਮ ਦੂਜੇ ਇਹੋ ਪਾਸੇ ਜਿਹੇ ਉਹਨੇ ਕੰਮ ਇਹੋ ਜਿਹੇ ਕੀਤੇ ਨਹੀਂ ਸੀ ਕਰਨੇ ਜਿਹਦੇ ਤੋਂ ਡਰਦਾ ਹੈਗਾ, ਹੈ ਨਾ। ਉਹੋ ਜਿਹੇ ਕੰਮ ਨਹੀਂ ਸੀ, ਸਿੱਖ ਨਹੀਂ ਸੀ ਮਰਵਾਉਣੇ, ਫਿਰ ਸਿੱਖਾਂ ਦੇ ਖਿਲਾਫ ਗਵਾਹੀਆਂ ਨਹੀਂ ਸੀ ਦੇਣੀਆਂ, ਫਿਰ ਸਿੱਖਾਂ ਦੇ ਉੱਤੇ ਜ਼ਬਰ ਨਹੀਂ ਸੀ ਕਰਾਉਣਾ, ਚੰਗੀ ਤਰ੍ਹਾਂ ਸਿੱਖਾਂ ਦੇ ਨਾਲ ਮਿਲ ਕੇ ਰਹਿੰਦਾ, ਫਿਰ ਉਹਨੂੰ ਕਾਹਦਾ ਖਤਰਾ ਸੀਗਾ? ਸਿੱਧੂ ਵੀ ਕਹਿੰਦਾ ਮੈਂ ਅਨਫਿਟ ਹਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਜੇਲ੍ਹ 'ਚ ਜਾ ਕੇ ਕਿਵੇਂ ਅਨਫਿਟ ਹੋ ਜਾਂਦੇ ਆ, ਪਹਿਲਾਂ ਤਾਂ ਫਿੱਟ ਹੁੰਦੇ ਆ। ਜਿੰਨੇ ਵੀ ਮੈਂ ਦੇਖੇ ਸਿਆਸੀ ਬੰਦੇ, ਉਹ ਜੇਲ੍ਹ 'ਚ ਜਾਣ ਲੱਗੇ ਕਹਿੰਦੇ ਅਸੀਂ ਅਨਫਿਟ ਹੋ ਗਏ ਹਾਂ। ਪਹਿਲਾਂ ਐਂ ਭੁੜਕਦੇ ਫਿਰਦੇ ਰਹਿੰਦੇ ਆ ਸਾਰੇ ਪਾਸੇ, ਐਂ ਹਿੱਕ ਕੱਢ ਕੇ ਤੁਰਦੇ ਆ। ਜੇਲ੍ਹ ਜਾਣ ਦੇ ਵਿੱਚ ਕਿਵੇਂ ਬਿਮਾਰੀ ਪੈ ਜਾਂਦੀ ਆ, ਮੈਨੂੰ ਨਹੀਂ ਸਮਝ ਆਈ। ਜੇ ਜੇਲ੍ਹ ਹੈ ਚੁੱਪ ਕਰਕੇ ਜਾਓ, ਆਪਣਾ ਬੈਠੋ, ਕੰਮ ਕਰੋ, ਪੜ੍ਹੋ, ਲਿਖੋ, ਸੋਚੋ, ਪਾਠ ਕਰੋ, ਫਿਰੋ, ਤੁਰੋ। ਤੁਹਾਡਾ ਆਈਡੀਅਲ ਕੌਣ ਰਿਹਾ? ਮੈਂ ਪੁੱਛ ਰਿਹਾ, ਖਾਲਿਸਤਾਨ ਦੇ ਵਿਚਾਰ ਦੇ ਨਾਲ ਸਹਿਮਤੀ ਤੋਂ ਬਾਅਦ ਖਾਲਿਸਤਾਨ ਦੇ ਲਈ ਪ੍ਰਚਾਰ ਕਰਨਾ ਜਾਂ ਖਾਲਿਸਤਾਨ ਬਣਾਉਣ ਲਈ ਜਦੋਜਹਿਦ ਕਰਨੀ, ਤੁਹਾਡਾ ਆਈਡੀਅਲ ਕੌਣ ਸੀਗਾ? ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਉਹਨਾਂ ਨੇ ਕੁਰਬਾਨੀ ਕੀਤੀ ਹੈ ਸਿੱਖ ਕੌਮ ਦੇ ਲਈ। ਇਸ ਸਦੀ ਦੇ ਵਿੱਚ ਬਹੁਤ ਭਾਰੀ ਇੱਕ ਗਿਆਨੀ ਦਿੱਤ ਸਿੰਘ ਦੀ ਹੈ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਚਲਾਈ। ਉਹ ਸਾਡੇ ਨਾਲ ਹੀ ਇੱਥੇ ਪਿੰਡ ਦੇ ਹੈਗੇ ਆ ਸੀਗੇ, ਅਤੇ ਇੱਕ ਜਰਨੈਲ ਸਿੰਘ ਭਿੰਡਰਾਂਵਾਲੇ ਹੈ। ਪਹਿਲੀ ਵਾਰ ਕਿਵੇਂ ਪਤਾ ਲੱਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਕੋਈ ਨੇ? ਤੁਹਾਨੂੰ ਪਹਿਲੀ ਵਾਰ ਕਿਵੇਂ ਪਤਾ ਲੱਗਾ ਸੀ? ਮੈਂ SSP ਸੀਗਾ ਫਰੀਦਕੋਟ ਦਾ। ਉਹਨਾਂ ਦਿਨਾਂ ਦੇ ਵਿੱਚ ਨਿਰੰਕਾਰੀਆਂ ਨੇ ਸਿੱਖ ਮਾਰਤੇ ਸੀ ਅੰਮ੍ਰਿਤਸਰ। ਉਹਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸੀਗੇ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਸ਼ਰਮਨਾਕ ਹੋਏ ਸੀਗੇ ਕਿ ਮੇਰੇ ਹੁੰਦਿਆਂ ਨਿਰੰਕਾਰੀਆਂ ਨੇ ਇੰਨੇ ਸਿੱਖ ਕਿਉਂ ਮਾਰਤੇ, ਅਤੇ ਉਹ ਫਿਕਰ ਸੀਗੇ। ਕੁਦਰਤੀ ਮੈਨੂੰ ਮਿਲਣ ਆ ਗਏ। ਮੇਰੇ ਜ਼ਿਲ੍ਹੇ ਰੋਡੇ ਦੇ ਸੀਗੇ ਅਤੇ ਮੇਰਾ ਉਹਨਾਂ ਨੂੰ ਮਿਲਣਾ ਮੇਰਾ ਫਰਜ਼ ਸੀਗਾ। ਜਿਵੇਂ ਗਿਆਨੀ ਜ਼ੈਲ ਸਿੰਘ ਮੇਰੇ ਜ਼ਿਲ੍ਹੇ ਦੇ ਸੀਗੇ, ਹਰਚਰਨ ਸਿੰਘ ਬਰਾੜ ਗਵਰਨਰ, ਬਾਅਦ ਦੇ ਵਿੱਚ ਚੀਫ ਮਿਨਿਸਟਰ ਰਹੇ ਹੈ, ਫਿਰ ਪ੍ਰਕਾਸ਼ ਸਿੰਘ ਬਾਦਲ ਰਹੇ ਹੈ। ਸੋ ਮੇਰੀ ਡਿਊਟੀ ਸੀ ਇਹਨਾਂ ਸਾਰਿਆਂ ਨਾਲ ਮਿਲਾਪ ਰੱਖਣ ਦੀ, ਕਿਉਂ ਕਰਕੇ ਜੇ SP ਸਾਰਿਆਂ ਨਾਲ ਮੌਜੂਦ ਆਦਮੀਆਂ ਨਾਲ ਮਿਲਾਪ ਰੱਖਦਾ ਫਿਰ ਨੁਕਸੇ ਅਮਨ ਨਹੀਂ ਹੁੰਦਾ ਅਤੇ ਅਮਨ ਦੇ ਵਿੱਚ ਕੋਈ ਖਰਾਬੀ ਨਹੀਂ ਪੈਂਦੀ ਹੈ। ਸੋ ਮੈਨੂੰ ਮਿਲਣ ਆਏ ਸੀਗੇ ਅਤੇ ਮੈਂ ਉਹਨਾਂ ਨੂੰ ਬਹੁਤ ਇੱਜ਼ਤ ਦੇ ਨਾਲ ਮਿਲਿਆ, ਬਿਠਾਇਆ, ਸਾਰਾ ਕੁਛ ਕੀਤਾ। ਅਤੇ ਮੇਰੇ ਕੋਲ ਲੋਹੇ ਦਾ ਗਲਾਸ ਨਹੀਂ ਸੀ, ਮੈਂ ਸੁਣਿਆ ਸੀ ਉਹ ਲੋਹੇ ਤੋਂ ਬਗੈਰ ਪਾਣੀ ਚਾਹ ਨਹੀਂ ਪੀਂਦੇ। ਸੋ ਮੈਂ ਕਿਹਾ ਬਾਬਾ ਜੀ ਮੇਰੇ ਕੋਲ ਤਾਂ ਹੈ ਨਹੀਂ। ਫਿਰ ਉਹਨਾਂ ਦਾ ਗੜਬਈ ਸੀਗਾ ਨਾਲ, ਉਹਨੇ ਫਿਰ ਇਹ ਗਲਾਸ ਆਪਣੇ ਝੋਲੇ 'ਚੋਂ ਕੱਢ ਕੇ ਉਹਨਾਂ ਨੂੰ ਪਾਣੀ ਪਿਆਇਆ, ਅਤੇ ਫਿਰ ਉਹਨਾਂ ਨੇ ਦੱਸਿਆ ਕਿ ਇਹ ਸਾਡੇ ਨਾਲ ਬਹੁਤ ਬੁਰਾ ਹੋਇਆ। ਅਤੇ ਮੈਂ ਕਿਹਾ ਕੋਈ ਨਹੀਂ ਬਾਬਾ ਜੀ, ਤੁਸੀਂ ਤਕੜੇ ਰਹੋ, ਅਸੀਂ ਤੁਹਾਡੀ ਇਮਦਾਦ ਕਰਾਂਗੇ, ਅਤੇ ਇਸ ਤਰ੍ਹਾਂ ਦਿਲ ਛੱਡਣ ਦੀ ਤਾਂ ਕੋਈ ਗੱਲ ਨਹੀਂ, ਅਸੀਂ ਖੜ੍ਹੇ ਹਾਂ ਤੁਹਾਡੇ ਨਾਲ। ਅਤੇ ਫਿਰ ਅੰਤ ਤੱਕ ਮੈਂ ਖੜ੍ਹਾ ਰਿਹਾ। ਸੰਤਾਂ ਨਾਲ ਪਹਿਲੀ ਅਤੇ ਆਖਰੀ ਮੁਲਾਕਾਤ ਸੀ? ਨਹੀਂ, ਉਸ ਤੋਂ ਬਾਅਦ ਕਈ ਹੋਈਆਂ। ਜਿਵੇਂ ਫਿਰ ਮਹਾਰਾਜਾ ਪਟਿਆਲੇ ਨੂੰ ਮਿਲਾਇਆ, ਫਿਰ ਇਹ ਰਾਜੀਵ ਗਾਂਧੀ ਮਿਲਣਾ ਚਾਹੁੰਦਾ ਸੀਗਾ, ਫਿਰ ਅਖੀਰਲੇ ਮੌਕੇ 'ਤੇ ਡਰ ਗਿਆ, ਨਹੀਂ ਆ ਸਕਿਆ। ਫਿਰ ਮਹਾਰਾਜਾ ਪਟਿਆਲੇ ਨੂੰ ਮਿਲਾਇਆ, ਉਹਨਾਂ ਦੀ ਗੱਲਬਾਤ ਕਰਾਈ। ਅਤੇ ਕੀ ਗੱਲ ਹੋਈ ਸੀ ਮਹਾਰਾਜਾ ਪਟਿਆਲਾ ਅਤੇ ਸੰਤ ਭਿੰਡਰਾਂਵਾਲੇ 'ਚ? ਮਹਾਰਾਜਾ ਪਟਿਆਲੇ ਦੇ ਹੱਥ ਦੇ ਵਿੱਚ ਤਾਂ ਕੁਛ ਹੈ ਨਹੀਂ ਸੀਗਾ, ਉਹਨਾਂ ਨੂੰ ਤਾਂ ਭੇਜਿਆ ਸੀਗਾ ਰਾਜੀਵ ਗਾਂਧੀ ਦੇ, ਅਤੇ ਰਾਜੀਵ ਗਾਂਧੀ ਦੇ ਹੱਥ ਦੇ ਵਿੱਚ ਤਾਂ ਕੁਛ ਹੈ ਨਹੀਂ ਸੀਗਾ, ਕਿਉਂ ਕਰਕੇ ਰਾਜ ਸੀਗਾ ਇੰਦਰਾ ਗਾਂਧੀ ਦਾ। ਸੋ ਕਾਹਦੀ ਗੱਲਬਾਤ ਹੋਈ ਹੋਣੀ ਹੈ, ਸਿਰਫ ਮੇਲ ਮਿਲਾਪ ਹੀ ਹੋਇਆ, ਹੋਰ ਕੀ ਹੋਇਆ ਇੱਥੇ? ਨਾ ਮਹਾਰਾਜਾ ਪਟਿਆਲਾ ਉਹਨਾਂ ਨੂੰ ਕੁਛ ਦੇ ਸਕਦਾ ਸੀ, ਨਾ ਕਹਿ ਸਕਦਾ ਸੀਗਾ। ਪਰ ਸੰਤ ਘਬਰਾਉਂਦੇ ਸੀਗੇ ਕਿ ਇਹ ਕਿਤੋਂ ਮੇਰੇ ਤੋਂ ਕੁਛ ਕੁਹਾ ਨਾ ਲੈਣ। ਅਤੇ ਮੈਂ ਕਿਹਾ ਤਾਂ ਉੱਥੋਂ ਕੀ ਕੁਹਾਉਣਾ ਬਾਬਾ ਜੀ, ਤੁਸੀਂ ਆਪਣੀ ਗੱਲ ਰੱਖਿਓ ਕਿ ਅਸੀਂ ਆਪਣੀ ਜਿਹੜੀਆਂ ਮੰਗਾਂ ਹੈਗੀਆਂ ਇਹ ਅਸੀਂ ਲੈਣੀਆਂ ਚਾਹੁੰਦੇ ਹਾਂ ਮਨਪਸੰਦ ਤਰੀਕੇ ਦੇ ਨਾਲ, ਅਤੇ ਜੇ ਗੌਰਮੈਂਟ ਟੇਬਲ 'ਤੇ ਬੈਠ ਕੇ ਗੱਲ ਕਰ ਲਵੇ ਤਾਂ ਮਸਲੇ ਹੱਲ ਹੋ ਜਾਣਗੇ।
ਤੇ ਸੰਤਾਂ ਨੂੰ ਖਦਸ਼ਾ ਸੀਗਾ? ਕਾਹਦਾ ਖਾਦਸਾ ਸੀ? ਖਦਸ਼ਾ ਸੀ ਸੰਤਾਂ ਨੂੰ ਕੋਈ ਗੜਬੜ ਨਾ ਕਰ ਦੇਣ? ਹਾਂ, ਕਿ ਇਹ ਸੈਂਟਰ ਦੇ ਬੰਦੇ ਆ ਕੇ ਮੈਨੂੰ ਗੁੰਮਰਾਹ ਨਾ ਕਰ ਦੇਣ, ਮੇਰੀ ਬੇਇੱਜ਼ਤੀ ਨਾ ਕਰ ਦੇਣ। ਮੈਂ ਕਿਹਾ ਨਹੀਂ ਕਰ ਸਕਦੇ, ਇਹ ਕੀ ਕਰ ਸਕਦੇ ਆ। ਜਦੋਂ ਤੁਸੀਂ ਇਹ ਗਏ ਸੁਨੇਹਾ ਲੈ ਕੇ ਕੈਪਟਨ ਦੇ ਮਿਲਣ ਵਾਲਾ, ਕਿ ਕੈਪਟਨ ਮਿਲਣਾ ਚਾਹੁੰਦੇ ਨੇ ਤੁਹਾਨੂੰ, ਹਾਂ, ਕੀ ਸੰਤਾਂ ਦਾ ਰਿਐਕਸ਼ਨ ਕੀ ਸੀਗਾ? ਕਿੱਥੇ ਮਿਲੇ ਸੀ ਤੁਸੀਂ? ਮੇਰਾ ਖਿਆਲ ਉਹਨਾਂ ਦੇ ਪਿੰਡ ਰੋਡੇ ਹੀ ਸੀਗੇ, ਜਾਂ ਇਹ ਉਦੋਂ ਤੱਕ ਪੁਲਿਸ ਦੀ ਨੌਕਰੀ ਉਦੋਂ ਤੱਕ ਪੁਲਿਸ ਦੀ ਨੌਕਰੀ 'ਚ ਹੀ ਸੀ ਤੁਸੀਂ? ਹਾਂ, ਮੈਂ ਪੁਲਿਸ ਦੀ ਨੌਕਰੀ ਸੀਗਾ। ਅੱਛਾ, ਤੁਸੀਂ ਸੁਨੇਹਾ ਲੈ ਕੇ ਗਏ ਕਿ ਤੁਹਾਨੂੰ ਮਿਲਣਾ ਚਾਹੁੰਦੇ ਆ ਕੈਪਟਨ? ਮੈਨੂੰ ਜ਼ਰੂਰਤ ਨਹੀਂ ਸੀ ਸੁਨੇਹਾ ਲੈ ਕੇ ਜਾਣ ਦੀ, ਤੁਹਾਡਾ ਸਿੱਧਾ ਹੀ ਸੀ? ਹਾਂ। ਉਹਨਾਂ ਦਾ ਕੀ ਰਿਐਕਸ਼ਨ ਸੀ ਉਦੋਂ ਵੀ ਮਿਲਦੇ ਆ? ਹਾਂ, ਚੰਗੀ ਤਰ੍ਹਾਂ ਮਿਲੇ, ਪਰ ਉਹਨਾਂ ਨੇ ਟਰਸਟ ਤਾਂ ਨਹੀਂ ਨਾ ਕੀਤਾ। ਰਾਜੀਵ ਵੇਲੇ ਵੀ ਫਿਰ ਉਹ ਤੁਹਾਨੂੰ ਮੈਸੇਜ ਕਿੱਥੋਂ ਆਉਂਦਾ ਸੀ, ਮਤਲਬ? ਮਹਾਰਾਜਾ ਪਟਿਆਲੇ ਤੋਂ। ਅੱਛਾ, ਰਾਜੀਵ ਦਾ ਮੈਸੇਜ? ਹਾਂ, ਉਹ ਮਹਾਰਾਜੇ ਨੂੰ ਆਉਂਦਾ ਸੀ, ਮੈਨੂੰ ਥੋੜ੍ਹੀ ਆਉਂਦਾ ਸੀ। ਮਹਾਰਾਜੇ ਦਾ ਇੰਟਰਸਟ ਸੀ ਇਹ ਮਸਲਾ ਸੋਲਵ ਹੋਵੇ? ਹਾਂ, ਮਹਾਰਾਜੇ ਦਾ ਤਾਂ ਸੀਗਾ ਕਿ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਗੜਬੜ ਨਾ ਹੋਈ, ਬਿਲਕੁਲ ਸੀਗਾ, ਪਰ ਉਹਨਾਂ ਦੇ ਕੋਲੇ ਪਾਵਰ ਹੈ ਨਹੀਂ ਸੀਗੀ ਅੱਗੇ ਜਾਣ ਦੀ। ਗੱਲ ਤਾਂ ਟੇਬਲ 'ਤੇ ਖਤਮ ਹੋਣੀ ਸੀਗੀ, ਅਤੇ ਸੈਂਟਰ ਸੰਤਾਂ ਨੂੰ ਰੈਕਗਨਾਈਜ਼ ਨਹੀਂ ਸੀ ਕਰਦਾ। ਉਹ ਕਹਿੰਦਾ ਸੀਗਾ ਜਿਹੜੇ ਬਾਦਲ, ਲੌਂਗੋਵਾਲ ਹੈ, ਟੌੜਾ ਹੈ, ਇਹ ਅਕਾਲੀ ਹੈ, ਇਹਨਾਂ ਨਾਲ ਗੱਲ ਕਰਨੀ ਹੈ। ਅਤੇ ਇਹਨਾਂ ਨੇ ਜਾ ਕੇ ਇੰਦਰਾ ਗਾਂਧੀ ਨੂੰ ਕਹਿ ਤਾ ਕਿ ਸਾਡੇ ਹੱਥ ਦੇ ਵਿੱਚ ਸੰਤ ਜਰਨੈਲ ਸਿੰਘ ਹੈ ਨਹੀਂ, ਜਿੰਨਾ ਚਿਰ ਤੁਸੀਂ ਉੱਥੇ ਫੌਜ ਨਹੀਂ ਭੇਜਦੇ, ਇਹਨੇ ਉਸ ਵੇਲੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਉਣਾ ਹੈ ਅਤੇ ਉੱਥੇ ਫੜ ਲਿਓ। ਪਰ ਉਹ ਤਾਂ ਨਾ ਹੋ ਸਕਿਆ। ਇਹਨਾਂ ਨੂੰ ਪਤਾ ਹੀ ਨਹੀਂ ਸੀ ਸੰਤ ਜਰਨੈਲ ਸਿੰਘ ਕਿਹੇ ਜਿਹੇ ਲੋਹੇ ਦੇ ਬੰਦੇ ਆ, ਪੂਰਨ ਸਿੱਖ ਹੈ। ਉਹ ਤਾਂ 72 ਘੰਟੇ 3 ਮੁਲਕਾਂ ਦੀ ਫੌਜ ਦੇ ਨਾਲ ਲੜੇ, ਸੋਵੀਅਤ, ਰੂਸ, ਬਰਤਾਨੀਆ ਅਤੇ ਇੰਡੀਆ ਦੀ ਫੌਜ ਦੇ ਨਾਲ। 72 ਘੰਟੇ ਉਹਨਾਂ ਨੇ 3 ਮੁਲਕਾਂ ਦੀ ਫੌਜ ਅੰਦਰ ਨਹੀਂ ਵੜਨ ਦਿੱਤੀ, ਅਤੇ ਆਖਰੀ ਦੇ ਵਿੱਚ ਦਮ ਉਹਨਾਂ ਨੇ ਜਿੱਥੇ ਆਪਣੇ ਨਿਸ਼ਾਨ ਸਾਹਿਬ ਹੈਗੇ ਅਕਾਲ ਤਖ਼ਤ ਸਾਹਿਬ ਦੇ, ਉੱਥੇ ਲੜਦਿਆਂ ਉੱਥੇ ਉਹਨਾਂ ਨੇ ਆਪਣਾ ਸਰੀਰ ਛੱਡਿਆ। ਉਹਨਾਂ ਦੀ ਛਾਤੀ ਦੇ ਵਿੱਚ 72 ਗੋਲੀਆਂ ਲੱਗੀਆਂ ਹੋਈਆਂ ਸੀਗੀਆਂ। ਅਤੇ ਇੱਕ ਪਾਕਿਸਤਾਨ ਦਾ ਲੇਖਕ ਹੈ, ਚੀਮਾ, ਉਹ ਚੀਮਾ ਸਭੋ ਦਾ ਪਿਆ ਇੱਥੇ, ਅਤੇ ਉਹ ਕਹਿੰਦਾ ਕਿ ਸਾਡਾ ਜਰਨੈਲ ਨਾਜ਼ੀ ਸੀ ਜਿਹੜਾ ਬੰਗਲਾਦੇਸ਼ ਨੂੰ ਹੱਥ ਖੜ੍ਹੇ ਕਰਕੇ ਇੰਡੀਆ ਦੇ ਆ ਗਿਆ, ਅਤੇ 93,000 ਸਾਡੀ ਫੌਜ ਇੰਡੀਆ ਦੇ ਕਾਬੂ ਕਰਵਾਤੀ। ਸਾਡਾ ਜਰਨੈਲ ਸੀਗਾ, ਕਹਿੰਦਾ, ਪਰ ਜੇ ਉਹਦੀ ਚੀਚੀ ਦੇ ਉੱਤੇ ਥੋੜ੍ਹਾ ਜਿਹਾ ਖੂਨ ਆ ਜਾਂਦਾ, ਅਸੀਂ ਸਮਝਦੇ ਕਿ ਇਹ ਸਾਡਾ ਜਰਨੈਲ ਨਾਜ਼ੀ ਹਿੰਦੁਸਤਾਨ ਦੇ ਨਾਲ ਲੜਿਆ। ਔਰ ਉਹ ਲਿਖਦਾ ਜਰਨੈਲਾਂ ਦਾ ਜਰਨੈਲ ਸੀਗਾ ਜਰਨੈਲ ਸਿੰਘ ਭਿੰਡਰਾਂਵਾਲਾ, ਜਿਹਨੇ 72 ਗੋਲੀਆਂ ਆਪਣੀ ਸੀਨੇ 'ਚ ਖਾਧੀਆਂ ਅਤੇ ਤਾਂ ਜਾ ਕੇ ਸਰੀਰ ਛੱਡਿਆ। ਇਹ ਤਾਂ ਬਹੁਤ ਵੱਡੀ ਪਰਸਨੈਲਿਟੀ ਹੈ। ਇਹ ਤਾਂ ਕੋਈ ਲਿਖਦਾ ਨਹੀਂ ਹੈ, ਡਰਦੇ ਹੈ। ਕਿਸੇ ਨੂੰ ਕਿਤਾਬ ਲਿਖਣੀ ਚਾਹੀਦੀ ਹੈ ਕਿ ਕਿੰਨੀ ਫੌਜ ਸੀ, ਸਾਰਾ ਕੁਛ ਕੀ ਹੋਇਆ, ਕੀ ਸਟ੍ਰੈਟਜੀ ਸੀ, ਜਨਰਲ ਸ਼ਬੇਗ ਸਿੰਘ ਕਿਵੇਂ ਆਏ, ਅਤੇ ਜਨਰਲ ਸ਼ਬੇਗ ਸਿੰਘ ਉੱਥੇ ਸ਼ਹੀਦ ਹੋਏ ਹੈ। ਜਿਹੜਾ ਫੌਜ ਦਾ ਰੂਲ ਹੈ, ਉਹਦਾ ਰੂਲ ਇਹ ਹੈ ਕਿ ਜਿਹੜਾ ਵੀ ਜਰਨੈਲ ਦੁਸ਼ਮਣ ਦਾ ਸ਼ਹੀਦ ਹੋ ਜੇ, ਉਸ ਦਾ ਜਦੋਂ ਸੰਸਕਾਰ ਜਾਂ ਦਫਨ ਕਰਨਾ ਹੁੰਦਾ ਹੈ, ਫਿਰ ਮਿਲਟਰੀ ਔਨਰ ਦੇ ਨਾਲ ਕਰੀਦਾ, ਅਤੇ ਗੋਲੀ ਚੱਲਦੀ ਹੈ, ਅਤੇ ਉਸੇ ਤਰ੍ਹਾਂ ਇਹ ਰਿਵਰਸ ਆਰਮਸ ਹੁੰਦੇ ਹੈ। ਇਹ ਸਾਰਾ ਕੁਛ ਤਾਂ ਕੀਤਾ ਹੀ ਨਹੀਂ। ਅੱਜ ਤੱਕ ਸਾਨੂੰ ਨਹੀਂ ਪਤਾ ਹੈਗਾ ਕਿ ਸੰਤਾਂ ਦਾ ਸੰਸਕਾਰ ਕਿੱਥੇ ਹੋਇਆ, ਭੋਗ ਕਿੱਥੇ ਪਿਆ, ਫੁੱਲ ਕਿੱਥੇ ਪਏ, ਨਾ ਸ਼ਬੇਗ ਸਿੰਘ ਜਨਰਲ ਸਾਹਿਬ ਦਾ, ਨਾ ਅਮਰੀਕ ਸਿੰਘ ਦਾ, ਨਾ ਹੋਰ ਕਿਸੇ ਦਾ। ਅਤੇ ਕਿਉਂ ਕਰਕੇ ਸਿੱਖਾਂ ਨੇ ਕਦੇ ਅਸੈਂਬਲੀ ਅਤੇ ਪਾਰਲੀਮੈਂਟ ਦੇ ਵਿੱਚ ਕੋਈ ਮੈਂਬਰ ਹੀ ਨਹੀਂ ਭੇਜੇ। ਤੁਸੀਂ ਜਦੋਂ ਗਏ ਤੁਸੀਂ ਉਠਾਏ ਸੀ? ਹਾਂ, ਮੈਂ ਉਠਾਇਆ ਸੀਗਾ ਸਾਰਾ। ਮੈਂ ਜੈਨੋਸਾਈਡ ਕਿਹਾ ਕਿ ਸਾਡੀ ਜੈਨੋਸਾਈਡ ਹੋਈ ਹੈ। ਉੱਪਰ ਇਹਨਾਂ ਤੋਂ ਲੈ ਲਿਓ ਇਹ ਮੇਰੀਆਂ ਸਪੀਚਾਂ।
ਲਿਖਣ ਦੀ ਕੋਸ਼ਿਸ਼ ਤੁਸੀਂ ਨਹੀਂ ਕੀਤੀ ਕਦੇ ਕਿ ਤੁਸੀਂ ਕਲਮਬੱਧ ਕਰੋ ਇਹਨੂੰ ਸਾਰੇ ਕਾਸੇ? ਮੈਂ ਕਰ ਤਾਂ ਸਕਦਾ, ਪਰ ਇਹ ਮੈਨੂੰ ਮੌਕਾ ਜਿਹਾ ਨਹੀਂ ਲੱਗਦਾ ਹੈਗਾ ਇਹ। ਕਿਉਂ? ਕਿਉਂ? ਗਰਮ ਰਾਜਨੀਤੀ ਕਰਕੇ? ਹਾਂ, ਕਦੇ ਟਾਈਮ ਨਹੀਂ ਕੱਢ ਸਕਦੇ? ਟਾਈਮ ਕੱਢ ਕੇ ਮੈਂ ਲਿਖਾਂ ਸਾਰਾ ਕੁਛ, ਤੁਹਾਡੇ ਕੋਲ ਤਾਂ ਇੰਨਾ ਕੁਛ ਆ। ਹਾਂ ਹੈਗਾ, ਪਰ ਚਲੋ ਦੇਖੋ ਜੇ ਕਿਤੇ ਹੋਇਆ। ਮੈਂ ਕੋਈ ਗਾਈਡ ਲੱਭਦਾ ਜਿਹੜਾ ਮੈਨੂੰ ਗਾਈਡ ਕਰ ਦੇ। ਕਿਤਾਬ ਲਿਖਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ, ਜਿਹੜਾ ਬੰਦਾ ਐਕਸਪੀਰੀਅੰਸ। ਕੈਪਟਨ ਸਾਹਿਬ ਤਾਂ ਹਰ ਸਾਲ ਬਾਅਦ, ਹਰ 2 ਸਾਲ ਬਾਅਦ ਉਹਨਾਂ ਦੀ ਕਿਤਾਬ ਹੋ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ। ਹਾਂ, ਫਿਰ ਉਹਨਾਂ ਨੂੰ ਪਤਾ ਕਿਵੇਂ ਲਿਖਣਾ ਹੈ, ਕਿਤਾਬ ਕਿਵੇਂ ਲਿਖਣੀ ਹੈ। ਕਈਆਂ 'ਚ ਹੁੰਦਾ ਇਹ। 1 ਜੂਨ ਤੋਂ 6 ਜੂਨ ਤੱਕ ਤੁਸੀਂ ਕਿੱਥੇ ਸੀਗੇ? 1 ਜੂਨ ਤੋਂ 6 ਜੂਨ ਤੱਕ ਮੈਂ ਬੰਬੇ ਤੋਂ ਆ ਗਿਆ ਸੀਗਾ, ਅਤੇ ਮੈਂ ਪੋਸਟਿੰਗ ਮਹਾਰਾਸ਼ਟਰ ਸੀ ਉਦੋਂ? ਹਾਂ, ਬੰਬੇ ਮੈਂ ਆ ਗਿਆ ਸੀ। ਸਰਕਾਰੀ ਕੰਮ ਦੇ ਉੱਤੇ ਆਇਆ ਹੋਇਆ ਸੀਗਾ, ਇੱਥੇ ਸੀਗਾ। ਅਤੇ 4 ਜੂਨ ਨੂੰ ਮੈਂ DGP ਦੇ ਦਫ਼ਤਰ ਵੀ ਗਿਆ, ਚੰਡੀਗੜ੍ਹ। ਸਰਦਾਰ ਹਰਜੀਤ ਸਿੰਘ IG ਇੰਟੈਲੀਜੈਂਸ ਦੇ ਸੀਗੇ, ਉਹਨਾਂ ਕੋਲ ਵੀ ਬੈਠਾ ਸੀ। ਅਤੇ ਸੁਰਿੰਦਰ ਕੁਮਾਰ ਮੇਰਾ DGP ਸੀਗਾ, CISF ਦਾ, ਜਿਹਦੇ ਵਿੱਚ ਮੈਂ ਗਿਆ ਹੋਇਆ ਸੀਗਾ। ਅਤੇ ਉਹ ਹੁਣ ਐਡਵਾਈਜ਼ਰ ਲੱਗਿਆ ਹੋਇਆ ਸੀ ਗਵਰਨਰ ਦਾ। ਉਹਨੇ ਸਰਦਾਰ ਹਰਜੀਤ ਸਿੰਘ ਨੂੰ ਟੈਲੀਫੋਨ ਕੀਤਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਇਸ ਮੌਕੇ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਗੱਲਬਾਤ ਕਰ ਰਿਹਾ ਹੈ। ਪਰ ਸਰਦਾਰ ਹਰਜੀਤ ਸਿੰਘ ਐਡੇ ਸੂਝਵਾਨ, ਇੰਨੇ ਸ਼ਾਂਤੀਪੂਰਵਕ, ਉਹਨਾਂ ਨੇ ਕਿਹਾ, ਯੂ ਬਲੈਡੀ ਬਾਸਟਰਡ, ਸਿਮਰਨਜੀਤ ਸਿੰਘ ਮਾਨ ਇਜ਼ ਸਿਟਿੰਗ ਵਿਦ ਮੀ ਰਾਈਟ ਹੇਅਰ। ਇੱਥੋਂ ਤੱਕ ਹਿੰਦੂ ਸਿੱਖ ਦਾ ਫਰਕ ਪੈ ਗਿਆ ਸੀਗਾ। ਜਿਹੜਾ ਐਡਵਾਈਜ਼ਰ ਹੈ ਗਵਰਨਰ ਦਾ, ਉਹਨੂੰ ਕਹਿੰਦਾ, ਯੂ ਬਲੈਡੀ ਬਗਰ, ਸਿਮਰਨਜੀਤ ਸਿੰਘ ਮਾਨ ਇਜ਼ ਸਿਟਿੰਗ ਰਾਈਟ ਹੇਅਰ ਵਿਦ ਮੀ। ਵਾਟ ਡੂ ਯੂ ਮੀਨ ਦੈਟ ਹੀ ਇਜ਼ ਵਿਦ ਸੰਤ ਜਰਨੈਲ ਸਿੰਘ? ਐਂ ਫਰਕ ਪੈ ਗਿਆ ਸੀ, ਬਿਲਕੁਲ ਤਰੇੜ ਹੋਈ ਪਈ ਸੀ ਅਫਸਰਾਂ 'ਚ ਵੀ ਸਭ। ਫਿਰ ਤੁਸੀਂ 4 ਨੂੰ, ਫਿਰ 5 ਨੂੰ ਫਿਰ ਅਫਸਰ ਤਾਂ ਹੀ ਮਾਰੇ ਜਦੋਂ ਇਹਨਾਂ ਨੇ ਦਾਰੂ ਪੀਤਾ ਫੌਜ ਦੇ ਵਿੱਚ। ਇਹਨਾਂ ਨੇ ਸੈਲੀਬ੍ਰੇਟ ਕੀਤਾ ਅਤੇ ਸਿੱਖ ਫੌਜਾਂ ਨੇ ਮਾਰਤੇ ਅਫਸਰ ਸਾਰੇ। 5 ਨੂੰ ਕਿੱਥੇ ਸੀ? 5 ਨੂੰ ਇੱਥੇ ਹੀ ਹੋਣਾ ਮੈਂ। ਇੱਥੇ ਵੀ ਆਏ? ਇੱਥੇ ਤਾਂ ਸੀਗਾ। ਅੱਛਾ। 6 ਨੂੰ ਮੈਂ ਤੁਹਾਨੂੰ ਦੱਸਿਆ, ਇੱਥੇ ਸਾਡਾ ਟਿਊਬਵੈੱਲ ਹੁੰਦਾ ਸੀ, ਇੱਥੇ ਮੈਂ ਨਹਾ ਰਿਹਾ ਸੀਗਾ ਜਦੋਂ ਮੈਂ BBC ਦੀ ਖਬਰ ਸੁਣੀ ਕਿ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਤਾ। ਮੈਥੋਂ ਤਾਂ ਰਿਹਾ ਹੀ ਨਹੀਂ ਗਿਆ। ਮੈਂ ਆਪਣੀ ਸਾਰੀ ਜ਼ਿੰਦਗੀ 'ਚ ਪਹਿਲੀ ਵਾਰੀ ਅਥਰੂ ਸਿੱਟੇ ਥੱਲੇ, ਨਹੀਂ ਤਾਂ ਮੈਂ ਤਾਂ ਨਹੀਂ ਕਦੇ ਰੋਇਆ। ਮੈਨੂੰ ਬਹੁਤ ਸਦਮਾ ਹੋਇਆ। ਬਹੁਤ ਸਾਰੇ ਲੋਕ ਚਲੇ ਗਏ ਸੀਗੇ ਇੱਥੋਂ, ਜਾਂ ਜਾਣ ਦੀ ਕੋਸ਼ਿਸ਼ ਕੀਤੀ। ਸੰਗਤਾਂ ਨੂੰ ਤੁਸੀਂ ਮਿਲਦੇ ਹੋਵੋਗੇ, ਫਿਰ ਤੁਹਾਡੇ ਮਨ 'ਚ ਉਦੋਂ ਇਹ ਨਹੀਂ ਸੀਗਾ? ਕਿਉਂਕਿ ਤੁਸੀਂ ਤੇ ਤੁਹਾਡਾ ਪਰਿਵਾਰ ਵੀ ਕਹਿੰਦੇ ਖਾਲਿਸਤਾਨ ਦੇ ਵਿਚਾਰਨਾ ਸੰਗ, ਤੁਸੀਂ ਨਹੀਂ ਗਏ ਵੀ ਜਿਵੇਂ ਸੰਤਾਂ ਨੇ ਕਿਹਾ ਸੀ ਜੇ ਅਟੈਕ ਹੋਣ ਲੱਗਿਆ ਆ ਜਿਓ, ਤੁਸੀਂ ਨਹੀਂ? ਨਹੀਂ, ਮੈਨੂੰ ਨਹੀਂ ਸੀ ਕਿਹਾ ਉਹਨਾਂ ਨੇ ਕਿਹਾ ਤੂੰ ਨਹੀਂ ਆਉਣਾ ਹੈਗਾ ਕਿਤੇ ਵੀ, ਤੂੰ ਬਾਹਰ ਰਹਿਣਾ। ਕਿਉਂ? ਕੋਈ ਕੰਮ ਲਾਇਆ ਹੈ ਤੁਹਾਨੂੰ? ਹਾਂ, ਕੋਈ ਕੰਮ ਲਾਇਆ ਹੈ ਤੁਹਾਨੂੰ? ਨਹੀਂ, ਕੰਮ ਤਾਂ ਮੈਨੂੰ ਕੀ ਲਾਉਣਾ ਸੀ, ਮੈਂ ਆਪ ਹੀ ਕੰਮ ਲੱਗਿਆ ਹੋਇਆ ਸੀਗਾ। ਉਹ ਕੀ ਲਾਉਣਾ ਸੀ ਮੈਨੂੰ ਪਤਾ ਸੀ ਜੋ ਕੁਛ ਹੋ ਰਿਹਾ ਸੀ। ਪਰ ਮੈਂ ਸਰਕਾਰ ਨੂੰ ਕਿਹਾ ਜ਼ਰੂਰ ਸੀਗਾ ਕਿ ਤੁਸੀਂ ਗੱਲਬਾਤ ਕਰੋ। ਅਤੇ ਮੈਨੂੰ ਸੁਰਿੰਦਰਨਾਥ ਜਿਹੜਾ ਮੇਰਾ DGP ਸੀਗਾ CISF ਦਾ, ਇਹ ਖਾਸ ਬੰਬੇ ਆਇਆ ਸੀ। ਇਹਨੇ ਮੈਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ, ਮੈਂ ਉੱਥੇ ਐਡਵਾਈਜ਼ਰ ਲੱਗ ਰਿਹਾ ਅਤੇ ਆਪਾਂ ਇਹ ਮਸਲੇ ਨੂੰ ਹੱਲ ਕਰਨਾ। ਕਿਉਂ ਕਰਕੇ ਆਪਾਂ ਹੀ ਕਰ ਸਕਦੇ ਹਾਂ। ਮੈਂ ਕਸ਼ਮੀਰ ਦਾ ਮਸਲਾ ਵੀ, ਜਿਹੜਾ ਇਹ ਮੁਹੰਮਦ ਸਾਹਿਬ ਦਾ ਵਾਲ ਗੁੰਮ ਗਿਆ ਸੀ, ਉਹ ਵੀ ਮੈਂ ਲੱਭਿਆ ਸੀ ਅਤੇ ਕਸ਼ਮੀਰੀ ਅਫਸਰਾਂ ਦੇ ਅਮਦਾਦ ਲੈ ਕੇ ਤਾਂ ਮੈਨੂੰ ਲੱਭਿਆ ਸੀਗਾ। ਅਤੇ ਜੇ ਤੂੰ ਚੱਲੇਗਾ ਅਤੇ ਇਹ ਅਸੀਂ ਮਸਲਾ ਹੱਲ ਕਰਾਂਗੇ। ਮੈਂ ਕਿਹਾ ਜੀ ਇਹ ਮਸਲਾ ਹੈਗਾ ਇਹ ਸਿਆਸੀ, ਤੁਸੀਂ ਇਸ ਨੂੰ ਹੱਲ ਕਰਨਾ ਚਾਹੁੰਦੇ ਹੋ ਐਡਮਿਨਿਸਟ੍ਰੇਸ਼ਨ ਅਤੇ ਸਰਕਾਰੀ ਤੌਰ ਦੇ ਉੱਤੇ,
ਤੇ ਇਹ ਕੰਮ ਦੇ ਵਿੱਚ ਮੈਂ ਮਾਰ ਕਟਾਈ ਦੇ ਵਿੱਚ ਆਪਣੀ ਕੌਮ ਦੇ ਵਿੱਚ ਨਹੀਂ ਹੋਣਾ ਹੈਗਾ। ਮੈਂ ਜਵਾਬ ਦੇਤਾ ਸੀਗਾ ਸੁਰਿੰਦਰ ਕੁਮਾਰ ਨੂੰ। ਬੜੀ ਵੱਡੀ ਗੱਲ ਸੀ DGP ਨੂੰ ਕਹਿ ਦੇਣਾ ਕਿ ਮੈਂ ਨਹੀਂ ਇਹ ਤੇਰੇ ਨਾਲ ਚੱਲਦਾ ਨਾ, ਇਹ ਸਿਆਸੀ ਮਸਲਾ, ਸਿਆਸੀ ਹੱਲ ਹੋਵੇ ਤੇ ਸਾਰਾ ਕੁਝ ਠੀਕ ਹੋ ਜੂਗਾ। ਫਿਰ ਤੁਸੀਂ ਰਿਜ਼ਾਈਨ ਕੀਤਾ? ਕਿੰਨੀ ਜੂਨ ਨੂੰ ਕੀਤਾ ਰਿਜ਼ਾਈਨ? 17 ਜੂਨ ਨੂੰ। ਉਦੋਂ ਕੀ ਸੋਚ ਕੇ ਰਿਜ਼ਾਈਨ ਕੀਤਾ? ਫਿਰ ਪਹਿਲਾਂ ਕਿਉਂ ਨਹੀਂ ਕੀਤਾ? ਪਹਿਲਾਂ ਮੈਂ ਸੋਚਿਆ ਕੀਤਾ, ਇਹ ਤਾਂ ਸਵਾਲ ਮੈਨੂੰ ਪੁੱਛਿਆ ਭਾਗਲਪੁਰ ਜੇਲ੍ਹ ਦੇ ਵਿੱਚ ਸੈਂਟਰ ਦੇ ਵੀ ਤੇ ਬਿਹਾਰ ਦੇ ਵੀ IAS ਅਫਸਰ ਆਏ। ਉਹ ਕਹਿੰਦੇ ਕਿ ਤੂੰ ਇੰਨੇ ਕਹਿ ਦੇ ਕਿ ਮੈਂ ਇਹ ਇਮੋਸ਼ਨਲ ਹੋ ਕੇ ਅਸਤੀਫਾ ਦੇਤਾ ਸੀਗਾ ਅਤੇ ਤੈਨੂੰ ਹੁਣ ਵਾਪਸ ਕਰ ਲੈਂਦੇ ਹਾਂ ਸਾਰਾ ਕੁਛ, ਅਤੇ ਅੱਜ ਹੀ ਤੇਰੀ ਜੇਲ੍ਹ ਖਤਮ ਕਰਦੇ ਹਾਂ। ਮੈਂ ਕਿਹਾ ਕਿ 6 ਤਰੀਕ ਨੂੰ ਬਲੂ ਸਟਾਰ ਹੋਇਆ, ਮੈਂ 17 ਨੂੰ ਅਸਤੀਫਾ ਦਿੰਦਾ, ਅਤੇ ਮੈਂ ਕਿਵੇਂ ਕਹਿ ਸਕੂੰਗਾ ਕਿ ਮੈਂ ਇਮੋਸ਼ਨਲ ਹੋ ਕੇ ਦਿੱਤਾ। ਮੈਂ ਤਾਂ ਸੋਚ ਸਮਝ ਕੇ ਦਿੱਤਾ ਕਿ ਬਹੁਤ ਭਾਰੀ ਬਰਬਾਦੀ ਸਿੱਖ ਕੌਮ ਦੀ ਹੋਈ ਹੈ ਅਤੇ ਮੈਂ ਬਰਦਾਸ਼ਤ ਨਹੀਂ ਕੀਤਾ, ਮੈਂ ਅਸਤੀਫਾ ਦੇਤਾ। ਕਹਿੰਦੇ ਤੂੰ ਨਹੀਂ ਸੋਚ ਸਕਦਾ ਫਿਰ? ਮੈਂ ਕਿਹਾ ਨਹੀਂ, ਬਿਲਕੁਲ ਨਹੀਂ ਸੋਚ ਸਕਦਾ, ਇਹ ਗਲਤ ਹੋਊਗਾ, ਕਿਉਂ ਕਰਕੇ ਇਹ ਤਰੀਕਾਂ ਬਾਅਦ ਦੇ ਵਿੱਚ ਮਿਲ ਜਾਣਗੀਆਂ ਕਿ 6 ਤਰੀਕ ਨੂੰ ਉਹ ਹੁੰਦਾ, ਤਰੀਕ ਲਿਖੀ ਹੋਈ ਹੈ ਮੇਰੇ ਅਸਤੀਫੇ ਦੀ 17 ਤਰੀਕ ਦੀ, ਅਤੇ ਉਹ ਕੌਣ ਕਹੂਗਾ ਕਿ ਇਹਨੇ ਜਜ਼ਬਾਤੀ ਹੋ ਕੇ ਦਿੱਤਾ? ਇਹ ਤਾਂ ਸੋਚ ਸਮਝ ਕੇ ਦਿੱਤਾ ਮੈਂ ਆਪਣੀ ਕੌਮ ਦੇ ਪਿੱਛੇ। ਤੇ ਫਿਰ ਉਸ ਤੋਂ ਬਾਅਦ ਜੇਲ੍ਹ 'ਚ ਕਿੰਨਾ ਚਿਰ ਰਹੇ? 5 ਸਾਲ ਭਾਗਲਪੁਰ ਜੇਲ੍ਹ। ਇਹ ਠੀਕ ਹੈ ਮਾਨ ਸਾਹਿਬ ਕਿ ਤੁਹਾਡੇ 9 ਪੱਟੇ ਗਏ, ਤੁਹਾਡੇ ਤਸ਼ੱਦਦ ਹੋਇਆ? ਬਹੁਤੇ ਲੋਕ ਕਹਿੰਦੇ ਸੱਚ ਹੈ ਜੀ, ਕੋਈ ਕਹਿੰਦਾ ਝੂਠ ਹੈ ਜੀ, ਇਹ ਤਾਂ ਐਵੇਂ ਜਾਣ ਬੁੱਝ ਕੇ ਪੋਲੀਟੀਕਲ ਸਟੇਟਮੈਂਟ ਆ। ਚਲੋ ਜਿਵੇਂ ਵੀ ਹੈ, ਇਹਨੂੰ ਆਪਾਂ ਲੁਕੋ ਕੇ ਰੱਖੀਏ, ਕਿਉਂ ਕਰਕੇ ਉਹਨਾਂ ਦਾ ਫਿਰ ਝੂਠ ਨਾ ਨਿਕਲ ਜੇ ਜਿਹੜੇ ਕਹਿੰਦੇ ਆ ਕਿ ਸਿਆਸੀ ਤੌਰ 'ਤੇ ਇਹ ਕਹਿ ਰਿਹਾ। ਪੈਰਾਂ ਦੇ 9 ਪੱਟੇ? ਹਾਂ, ਅਤੇ ਆਹ ਮੇਰੀ ਦਾੜੀ ਕਿਉਂ ਖੋਦੀ ਹੋਈ ਪਈ ਹੈ ਇੱਥੋਂ, ਇਹ ਰਜਵਾੜਾ ਕਿਉਂ ਭੱਜਿਆ ਹੋਇਆ ਹੈ? ਇਹ ਕਿਹਾ ਗਿਆ ਕਿ ਤੁਸੀਂ ਪ੍ਰਿਵਿਲੇਜਡ ਫੈਮਿਲੀ 'ਚੋਂ ਸੀਗੇ, ਤੁਹਾਡੀ ਇਹਨਾਂ ਸਾਰਿਆਂ ਨਾਲ ਦੋਸਤੀ ਸੀ। ਸਤਿੰਦਰਪਾਲ ਜਿਹੜੇ MP ਰਹੇ ਪਟਿਆਲਾ ਤੋਂ, ਉਹ ਤੁਹਾਡੇ 'ਤੇ ਬੜੇ ਗੰਭੀਰ ਐਲੀਗੇਸ਼ਨ ਲਾਉਂਦੇ ਨੇ ਰਾਜੀਵ ਗਾਂਧੀ ਨਾਲ ਦੋਸਤੀ ਦੇ। ਇੱਥੋਂ ਤੱਕ ਤੁਹਾਡੇ ਬਾਰੇ ਕਹਿ ਦਿੰਦਾ ਸੀ ਕਿ ਮਾਨਤਾ ਜੀ ਏਜੰਸੀਆਂ ਲਈ ਕੰਮ ਕਰਦੇ ਸੀ ਕਿਉਂਕਿ ਪੁਲਿਸ 'ਚ ਹੁੰਦੇ ਸੀ। ਕੀ ਜਵਾਬ ਹੈ ਇਸ ਗੱਲ ਦਾ? ਉਹਨੂੰ ਤੁਸੀਂ ਪੁੱਛੋ ਕਿ ਤੇਰੀ ਮਾਂ ਨੂੰ ਕੋਈ ਕਤਲ ਕਰ ਦੇਵੇ ਤੇ ਉਹ ਕਾਤਲ ਤੇਰਾ ਯਾਰ ਹੋਊਗਾ? ਪੁੱਛੋ ਸਤਿੰਦਰਪਾਲ ਨੂੰ, ਮੇਰੇ 'ਤੇ ਕਾਹਦਾ ਇਲਜ਼ਾਮ ਲੱਗਿਆ ਸੀਗਾ? ਹੁਣ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਇਹੋ ਜਿਹੇ ਸ਼ਬਦ ਬੋਲਣੇ ਹੈ, ਨਾ ਦਲੀਲ ਨਾ ਕੁਛ, ਐਵੇਂ ਬੋਲੀ ਜਾਣਾ, ਉਹਨਾਂ ਦਾ ਫਾਇਦਾ ਕੀ ਹੈ? ਹਾਂ, ਰਾਜੀਵ ਗਾਂਧੀ ਦੀ ਮਾਂ ਦਾ ਤਾਂ ਮੇਰੇ 'ਤੇ ਦੋਸ਼ ਲੱਗਿਆ ਸੀ। ਜੇ ਤੁਹਾਡੀ ਮਾਂ ਨੂੰ ਕੋਈ ਮਾਰ ਦੇਵੇ ਤੇ ਉਹ ਮਾਰਨ ਵਾਲਾ ਤੁਹਾਡਾ ਯਾਰ ਹੋਊਗਾ? ਹਾਂਜੀ, ਉਹਨੂੰ ਪੁੱਛਿਓ ਕਿਸੇ ਵੇਲੇ ਕਿ ਇਹੋ ਜਿਹੀਆਂ ਗੱਲਾਂ ਤੂੰ ਕਰਦਾ ਕਾਹਦੇ ਨਹੀਂ ਕਰਦਾ ਹੈਗਾ, ਅਤੇ ਤੂੰ ਕਿੰਨਾ ਕੁਛ ਲੈ ਲਿਆ ਸਰਕਾਰ ਤੋਂ, ਪੈਟਰੋਲ ਪੰਪ ਲੈ ਲਏ, ਸਾਰਾ ਕੁਛ ਲੈ ਲਿਆ, ਅਤੇ ਕਿਉਂ ਲਿਆ? ਤਾਂ ਫਿਰ ਜੇ ਤੂੰ ਇਨਕਲਾਬੀ ਸੀ ਅਤੇ ਇਹ ਲੈਣ ਦੀ ਲੋੜ ਕੀ ਸੀ ਤੈਨੂੰ? ਇਹਦਾ ਜਵਾਬ ਤਾਂ ਮੰਗੋ ਉਹਦੇ ਤੋਂ ਕਿ ਜੇ ਤੇਰੀ ਮਾਂ ਨੂੰ ਕੋਈ ਕਤਲ ਕਰਦੇ, ਉਹ ਕਾਤਲ ਤੇਰਾ ਦੋਸਤ ਹੋਊਗਾ? ਇਹ ਕਿਹਾ ਗਿਆ ਕਿ ਮਤਲਬ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਕਿਉਂਕਿ ਤੁਹਾਡੀਆਂ ਪੈਂਦੀਆਂ ਸੀ, ਭਾਗਲਪੁਰ ਜੇਲ੍ਹ 'ਚ ਵੀ ਤੁਹਾਨੂੰ ਵਧੀਆ ਟਰੀਟਮੈਂਟ ਮਿਲਦਾ ਰਿਹਾ ਇਸ ਤਰ੍ਹਾਂ ਦੀਆਂ? ਹਾਂ, ਮੈਨੂੰ ਸੈੱਲ 'ਚ ਦਿੱਤਾ ਹੋਇਆ ਸੀ ਜੀ, ਮੈਂ ਨਿਕਲਦਾ ਨਹੀਂ ਸੀ, ਛੋਟਾ ਜਿਹਾ ਸੈੱਲ ਸੀਗਾ ਅਤੇ ਠੰਡ ਵੀ ਲੱਗਦੀ ਸੀ। ਫਿਰ ਹੌਲੀ ਹੌਲੀ ਮੈਂ ਪੜ੍ਹਿਆ ਹੋਇਆ ਸੀਗਾ ਕਿ ਜਿਹੜੇ ਗਰੀਬ ਆਦਮੀ ਹੈ ਨਿਊਯਾਰਕ ਦੇ, ਸਰਦੀਆਂ ਦੇ ਵਿੱਚ ਉਹ ਕਾਗਜ਼ ਇਕੱਠੇ ਕਰ ਲੈਂਦੇ ਹੈ ਅਤੇ ਜਦੋਂ ਸੌਂਦੇ ਹੈ ਸੜਕਾਂ ਦੇ ਬਰਾਂਡੇ ਦੇ ਵਿੱਚ, ਫਿਰ ਉਹ
ਕਾਗਜ਼ ਥੱਲੇ ਵਿਛਾ ਲੈਂਦੇ ਆ। ਫਿਰ ਮੈਂ ਜਿਹੜੇ ਵੀ ਕਾਗਜ਼ ਆਉਂਦਾ ਸੀ ਮੈਂ ਉਹਨੂੰ ਇਕੱਠਾ ਕਰਕੇ ਆਪਣੇ ਬਲੋਕ ਦੇ ਉੱਤੇ ਵਿਛਾ ਲੈਂਦਾ ਸੀ। ਉਹਦੇ ਉੱਤੇ ਕੰਬਲ ਹੁੰਦਾ ਸੀਗਾ ਅਤੇ ਉਹਦੇ ਉੱਤੇ ਆਹ ਜਿਹੜੇ ਘੋੜਿਆਂ ਦੇ ਕੰਬਲ ਹੁੰਦੇ ਆ ਉਹ ਸੀਗਾ। ਥੋੜ੍ਹੀ ਜਿਹੀ ਗਰਮੈਸ਼ ਆਉਂਦੀ ਸੀਗੀ ਅਤੇ ਮੈਂ ਠੰਡੇ ਸਰਦੇ ਪਾਣੀ ਦੇ ਨਾਲ ਨਹਾ ਕੇ ਛੇਤੀ ਦਿਨੇ ਮੈਂ ਆਪਣੇ ਮੰਜੇ 'ਚ ਬਲੋਕ 'ਤੇ ਬਹਿ ਜਾਂਦਾ ਸੀਗਾ। ਜਦੋਂ ਠੰਡੇ ਪਾਣੀ ਨਾਲ ਨਹਾਈਏ ਨਾ ਫਿਰ ਗਰਮੀ ਆ ਜਾਂਦੀ ਆ। ਇਹ ਵੀ ਕਿਹਾ ਜਾਂਦਾ ਰਿਹਾ ਕਿ ਜਦੋਂ ਤੁਸੀਂ ਬਾਹਰ ਆ ਗਏ ਤੁਸੀਂ ਹੀ ਇੱਕ ਬੰਦੇ ਹੋ ਜਿਨ੍ਹਾਂ ਨੇ ਖਾਲਿਸਤਾਨ ਦੀ ਪੋਲੀਟਿਕਸ ਬੜੀ ਖੁੱਲ੍ਹ ਕੇ ਕੀਤੀ। ਜਿਹੜਾ ਕੋਈ ਹੋਰ ਕਰਦਾ ਸੀ ਉਹਨੂੰ ਤਾਂ ਚੱਕ ਕੇ ਪੁਲਿਸ ਜਾਂ ਮੁਕਾਬਲਾ ਬਣਾਉਣ ਦੀ ਸੀ ਜਾਂ ਅੰਦਰ ਦੇਣ ਦੀ ਸੀ। ਤੁਹਾਨੂੰ ਕਿਸੇ ਨੇ ਕੁਛ ਨਹੀਂ ਕਿਹਾ ਗਾ। ਇਹ ਤਾਂ ਜੇ ਮੈਂ ਦਲੀਲ ਨਾਲ ਗੱਲ ਕੀਤੀ ਹੈ, ਕੋਈ ਬੰਬ ਨਹੀਂ ਚਲਾਇਆ, ਕੋਈ ਬੰਦੂਕ ਨਹੀਂ ਰੱਖੀ, ਅਤੇ ਇਹ ਤਾਂ ਗੱਲ ਕਰਨ ਦਾ ਹੱਕ ਹੈ ਮੈਨੂੰ। ਅਤੇ ਸੁਪਰੀਮ ਕੋਰਟ ਨੇ ਮੰਨਿਆ ਮੇਰੀ ਦਲੀਲ ਨੂੰ। ਮੇਰੇ ਰੰਜਨ ਲਖਨਪਾਲ ਜੀ ਨੇ ਹਾਈ ਕੋਰਟ ਦੇ ਵਿੱਚ ਮੁਕੱਦਮੇ ਕੀਤੇ, ਸੁਪਰੀਮ ਕੋਰਟ 'ਚ ਕੀਤੇ, ਅਤੇ ਉਹਨਾਂ ਨੇ ਸਾਨੂੰ ਕੇਸ ਜਿੱਤ ਕੇ ਦਿੱਤਾ ਕਿ ਮੈਂ ਖਾਲਿਸਤਾਨ ਦੇ ਕਾਨਫਰੰਸ ਕਰ ਸਕਦਾ, ਮੀਟਿੰਗਾਂ ਕਰ ਸਕਦਾ, ਤੁਹਾਡੇ ਨਾਲ ਖਾਲਿਸਤਾਨ ਦੀ ਗੱਲ ਕਰ ਸਕਦਾ, ਸਾਰਾ ਕੁਛ ਹੈ। ਸੁਪਰੀਮ ਕੋਰਟ ਨੇ ਕਿਹਾ ਜੇ ਉਹ ਪੀਸਫੁਲੀ ਕਰਦਾ ਕੋਈ ਗੱਲ ਅਤੇ ਉਹਦਾ ਹੱਕ ਹੈ ਕਰਨ ਦਾ, ਜੋ ਮਰਜ਼ੀ ਕਰੀ ਜਾਵੇ। ਕਹਿੰਦੇ ਸੈਂਟਰ ਵੀ ਚਾਹੁੰਦਾ ਹੁੰਦਾ ਕਿ ਇੰਨਾ ਕੁ ਟਾਂਟਾ ਖੜਾ ਹੁੰਦਾ ਰਹੇ। ਜਦੋਂ ਸਰਬੱਤ ਖਾਲਸਾ ਤੋਂ ਬਾਅਦ ਤੁਸੀਂ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਇੱਥੇ ਅਹਿਮ ਮੁੱਦਾ, ਉਦੋਂ ਤੁਹਾਡੇ ਨਾਲ ਬਹੁਤ ਵੱਡਾ ਇਤਰਾਜ਼ ਹੋਇਆ ਕਿ ਕੌਮ ਤਾਂ ਇੱਕ ਦਿਸ਼ਾ ਵੱਲ ਵੱਧ ਰਹੀ ਹੈ, ਕੌਮ ਤਾਂ ਇੱਕ ਮਸਲਿਆਂ 'ਤੇ ਇਕੱਠੀ ਹੋ ਰਹੀ ਹੈ। ਮਾਨ ਸਾਹਿਬ ਨੇ ਆਪਦੀ ਸ਼ੁਰਲੀ ਛੱਡਤੀ ਜਾ ਕੇ ਆਪਣਾ ਸ਼ਗੂਫਾ। ਇਸ ਕਰਕੇ ਉਹ ਐਲੀਗੇਸ਼ਨ ਲਾਉਂਦੇ ਨੇ ਕਿ ਮਾਨ ਸਾਹਿਬ ਤਾਂ ਜੀ ਏਜੰਡੇ 'ਤੇ ਕੰਮ ਕਰਦੇ ਆ ਕਿਸੇ 'ਤੇ। ਪਤਾ ਨਹੀਂ ਜੀ ਕਿਹੜੇ ਏਜੰਡੇ 'ਤੇ ਮੈਂ ਕੰਮ ਕਰਦਾ। ਹੁਣ ਵੀ ਤੁਹਾਡੇ ਨਾਲ ਗੱਲ ਉਸੇ ਏਜੰਡੇ ਖਾਲਿਸਤਾਨ 'ਤੇ ਕਰੀ ਜਾ ਰਿਹਾ। ਅਤੇ ਉਸ ਵੇਲੇ ਸਰਬੱਤ ਖਾਲਸਾ ਕਾਹਦੇ ਲਈ ਇਕੱਠਾ ਕੀਤਾ ਸੀਗਾ? ਕੜਾਹ ਪ੍ਰਸ਼ਾਦ ਖਾਣ ਨੂੰ? ਜਾਂ ਪਰ ਉੱਥੇ ਇਸ਼ੂ ਹੋਰ ਸੀਗੇ ਨਾ। ਕਿਹੜੇ ਇਸ਼ੂ ਸੀਗੇ? ਹੋਰ ਕੋਈ ਇਸ਼ੂ ਹੀ ਨਹੀਂ ਸੀਗਾ। ਬਰਗਾੜੀ ਵਾਲਾ ਇਸ਼ੂ ਸੀ, ਹੋਰ ਸਾਰੇ ਇਸ਼ੂਆਂ ਦੇ ਉੱਤੇ ਇਕੱਠੇ ਲੋਕਾਂ ਨੇ ਜਿਹੜੇ ਇਕੱਠੇ ਆਏ। ਹਾਂ, ਉੱਥੇ ਤੁਸੀਂ ਬਾਅਦ 'ਚ ਦੂਜੇ ਦਿਨ ਸਟੇਟਮੈਂਟ ਦੇ ਦਿੱਤੀ ਅਖਬਾਰ 'ਚ ਕਿ ਇਹਦਾ ਖਾਲਿਸਤਾਨ ਇੱਥੋਂ ਦਾ ਇਸ਼ੂ ਸੀ, ਮੁੱਦਾ ਸੀ। ਹਾਂ, ਫਿਰ ਹਿੰਦੁਸਤਾਨ ਟਾਈਮ ਛਪੀ ਉਹ। ਨਾ ਕਿਤੇ ਵੀ ਛਪੀ ਹੋਵੇ, ਕਿਉਂ ਇਹ ਫਿਰ ਖਾਲਿਸਤਾਨ ਤੋਂ ਪਿੱਛੇ ਕਿਉਂ ਮੁੜਨਾ? ਜੇ ਤੁਸੀਂ ਖਾਲਿਸਤਾਨ ਸ਼ੁਰੂ ਕੀਤਾ ਫਿਰ ਅਖੀਰ ਤੱਕ ਜਾਏ ਬੰਦਾ ਇਹ ਖਾਲਿਸਤਾਨ ਦੇ ਲਈ। ਜਿਵੇਂ ਨਹਿਰੂ ਗਿਆ, ਜਿਨ੍ਹਾਂ ਗਿਆ, ਇਹ ਗਾਂਧੀ ਗਏ ਹੈ ਕਿ ਅਸੀਂ ਇਹ ਹਿੰਦੂਆਂ ਤੋਂ ਵੀ ਕਮਜ਼ੋਰ ਹਾਂ ਕੀ ਕਹਿ ਕੇ ਤਾਂ ਫਿਰ ਮੁੱਕਰ ਗਏ। ਹੁਣ ਗਾਂਧੀ ਤੋਂ ਤਾਂ ਨਹਿਰੂ ਤੋਂ ਤਾਂ ਮੈਂ ਤਕੜਾ ਹੈ, ਚੰਗੇ ਘਰ ਦਾ ਹੈ, ਚੰਗੇ ਸਕੂਲ 'ਚ ਪੜ੍ਹੇ ਹੈ, ਚੰਗੇ ਕਾਲਜ 'ਚ ਪੜ੍ਹੇ ਹੈ, ਮੇਮਾਂ ਮੇਰੀਆਂ ਨਰਸ ਸੀਗੀਆਂ, ਅਤੇ ਮੈਂ ਕਿਹੜਾ ਘੱਟ ਸੀਗਾ ਇਹ ਨਹਿਰੂ ਤੋਂ। ਇਹ ਵੀ ਮੈਂ ਕਹਿੰਦੇ ਤੁਹਾਨੂੰ ਇਹ ਅਸੀਂ ਚੀਫ ਮਿਨਿਸਟਰ ਬਣਾ ਦਾਂਗੇ। ਮੈਂ ਕਿਹਾ ਮੈਨੂੰ ਚੀਫ ਮਿਨਿਸਟਰ ਕਾਹਦਾ ਬਣਾਉਣਾ? ਨਹਿਰੂ ਤਾਂ ਘੱਟ ਕੈਦ ਕੱਟ ਕੇ ਆਇਆ ਸੀਗਾ ਅਤੇ ਉਹ ਤਾਂ ਪ੍ਰਾਈਮ ਮਿਨਿਸਟਰ ਬਣ ਗਿਆ, ਅਤੇ ਮੈਂ ਚੀਫ ਮਿਨਿਸਟਰ ਬਣੂੰਗਾ? ਮੈਂ ਨਹੀਂ ਚੀਫ ਮਿਨਿਸਟਰ ਬਣਦਾ। ਮੇਰੀ ਤਾਂ ਆਪਕਾ ਤਾਂ ਦਿਮਾਗ ਖਰਾਬ ਹੋ ਗਿਆ। ਮੈਂ ਕਿਹਾ ਹੋ ਗਿਆ ਹੋਊਗਾ, ਪਰ ਜਿਹੜੇ ਮੈਨੂੰ ਇੰਟੈਰੋਗੇਟ ਕਰਦੇ ਸੀਗੇ, ਮੈਂ ਕਿਹਾ ਹੋ ਗਿਆ ਹੋਊਗਾ ਕਿ ਮੈਂ ਫਿਰ ਇਹ ਆਹ ਕੈਦ ਇਸ ਕਰਕੇ ਕੱਟ ਰਿਹਾ ਮੈਂ ਚੀਫ ਮਿਨਿਸਟਰ ਬਣਾ ਤੁਹਾਡਾ। ਮੈਂ ਪ੍ਰਾਈਮ ਮਿਨਿਸਟਰ ਦੇ ਲੈਵਲ ਦਾ ਬੰਦਾ ਹੈ, ਅਤੇ ਪ੍ਰਾਈਮ ਮਿਨਿਸਟਰ ਤੋਂ ਘੱਟ ਨਹੀਂ ਮੈਂ ਗੱਲ ਕਰਨੀ ਕਿਸੇ ਨਾਲ। ਮਾਨ ਸਾਹਿਬ ਜਿਵੇਂ ਇੰਨਾ ਟੌਰਚਰ ਹੁੰਦਾ ਜਾਂ ਇਕੱਲਤਾ ਹੰਢਾਈ ਤੁਸੀਂ, ਮੈਂਟਲ ਹੈਲਥ 'ਤੇ ਅਸਰ ਪੈਂਦਾ ਬੰਦੇ ਦੀ? ਤੁਹਾਡੇ 'ਤੇ ਪਿਆ? ਮੈਂਟਲ ਹੈਲਥ ਦੇ ਉੱਤੇ ਕਹਿੰਦੇ ਹੈ ਫਰਕ ਪੈਂਦਾ, ਪਰ ਜਿਹੜਾ ਅੰਗਰੇਜ਼ਾਂ ਦਾ ਸਿਸਟਮ ਹੈ, ਜਦੋਂ ਇੰਨੀ ਦੇਰ ਬਾਅਦ ਉਹ ਕਿਸੇ ਨੂੰ ਕੱਢਦੇ ਹੈ ਬਾਹਰ, ਫਿਰ ਉਹਨਾਂ ਕੋਲ ਪਹਿਲਾਂ ਸਾਈਕੈਟਰਿਸਟ ਆਉਂਦਾ ਹੈ। ਉਹ ਉਹਨਾਂ ਨੂੰ ਦੱਸਦਾ ਹੈ ਕਿ ਹੁਣ ਜਦੋਂ ਤੂੰ ਬਾਹਰ ਜਾਏਗਾ, ਕਾਰਾਂ ਦਾ ਮਾਡਲ ਬਦਲਿਆ ਹੋਊਗਾ, ਤੇਰੀ ਵਹੁਟੀ ਇਹੋ ਜਿਹੀ ਹੋਊਗੀ, ਤੇਰੇ ਬੱਚੇ ਇਹੋ ਜਿਹੇ ਹੋਣਗੇ। ਉਹਨੂੰ ਤਿਆਰ ਕਰਦੇ ਹੈ ਕਿ ਬਾਹਰ ਜਦੋਂ ਜਾਏਗਾ ਤੂੰ ਇੱਕ ਨਵੀਂ ਦੁਨੀਆ ਦੇ ਵਿੱਚ ਪ੍ਰਵੇਸ਼ ਹੋਏਗਾ। ਇੱਥੇ ਇਹੋ ਜਿਹਾ ਸਿਸਟਮ ਹੈ ਨਹੀਂ ਗਾ। ਫਿਰ ਸਾਰਾ ਐਡਜਸਟ ਕਰਨਾ ਪਿਆ ਹੌਲੀ ਹੌਲੀ। ਸਮੱਸਿਆਵਾਂ ਆਈਆਂ ਤੁਹਾਨੂੰ? ਹਾਂ, ਸਮੱਸਿਆਵਾਂ ਆਈਆਂ ਕਦੇ ਤੁਹਾਨੂੰ? ਕੀ ਕਦੇ ਸਮੱਸਿਆਵਾਂ ਆਈਆਂ ਜਿਵੇਂ ਨੀਂਦ ਦਾ
ਉਹ ਹੋ ਜਾਣਾ, ਕੋਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਤੁਹਾਨੂੰ, ਮੈਂਟਲ ਹੈਲਥ ਇਸ਼ੂ ਆਏ ਤੁਹਾਨੂੰ? ਨਾ, ਮੈਂ ਸਰਾਣੇ ਤੋਂ ਬਗੈਰ ਸੌਂਦਾ ਸੀਗਾ ਉੱਥੇ, ਤੇ ਇੱਥੇ ਸਰਾਣਾ ਹੁੰਦਾ ਸੀਗਾ, ਸੋ ਉਹੀ ਸਮੱਸਿਆ ਸੀਗੀ ਕਿ ਮੈਂ ਸਰਾਣੇ ਨੂੰ ਪਾਸੇ ਸੁੱਟ ਦਿੰਦਾ ਸੀਗਾ। ਬਸ ਆਹੀ ਸੀ, ਹੋਰ ਤਾਂ ਕੁਛ ਹੈ ਬਾਅਦ ਚੋਂ ਕਹਿਣਾ ਮੈਂ, ਬਾਅਦ ਚੋਂ ਜੇਲ੍ਹ ਚੋਂ ਬਾਹਰ ਆ ਗਏ ਉਦੋਂ ਬਾਅਦ ਸਮੱਸਿਆਵਾਂ ਆਈਆਂ ਤੁਹਾਨੂੰ? ਨਹੀਂ, ਮੈਨੂੰ ਕੋਈ ਸਮੱਸਿਆ ਨਹੀਂ ਆਈ ਹੈ। ਫਿਜ਼ੀਕਲ ਮੈਂ ਜਿਵੇਂ ਸਮੱਸਿਆਵਾਂ ਆਉਂਦੀਆਂ ਨਾ ਬੰਦੇ ਨੂੰ, ਜੇਲ੍ਹ 'ਚ ਰਿਹਾ, ਤੁਸੀਂ ਕਹਿੰਦੇ ਟੌਰਚਰ ਹੋਇਆ ਹੈਗਾ ਬੰਦਾ, ਕਈ ਵਾਰ ਕਹਿੰਦਾ ਪੁਰੇ ਦੀ ਹਵਾ ਚੱਲਦੀ ਹੈ ਕਹਿੰਦੇ, ਜਦੋਂ ਜੇ ਜੇਲ੍ਹ ਦੀ ਕੁੱਟ ਪਈ ਹੋਵੇ ਤਾਂ ਹੱਡ ਦੁਖਦੇ ਆ। ਹਾਂ, ਫਿਰ ਉਹ ਤਾਂ ਹੁੰਦਾ। ਸਾਡਾ ਇੱਕ ਮਾਮਾ ਕਹਿੰਦਾ ਹੁੰਦਾ ਸੀਗਾ, ਉਹਦੇ ਪਈ ਸੀ। ਫਿਰ ਉਹ ਤਾਂ ਹੁੰਦਾ ਹੈ ਇਹ, ਪਰ ਫਿਰ ਉਹ ਤਾਂ ਛੋਟੀ ਜਿਹੀ ਗੱਲ ਹੈ। ਜੇ ਆਜ਼ਾਦੀ ਲੈਣੀ ਹੈ ਤਾਂ ਫਿਰ ਇਹੋ ਜਿਹੀਆਂ ਛੋਟੀਆਂ ਗੱਲਾਂ 'ਚ ਕਾਹਦੇ ਲਈ ਰੁੱਝਣਾ ਹੈਗਾ ਕਿ ਇਹ ਟੌਰਚਰ ਹੋਇਆ ਅਤੇ ਦਰਦਾਂ ਹੁੰਦੀਆਂ ਦਰਦਾਂ, ਸਾਰਾ ਕੁਛ ਝੱਲਣਾ ਪੈਂਦਾ ਜੀ, ਬਰਦਾਸ਼ਤ ਕਰਨਾ ਪੈਂਦਾ। ਜੇ ਬੰਦਾ ਪਹਿਲਾਂ ਹੀ ਇਹ ਨਾ ਕਰੇ ਇਹੋ ਜਿਹੇ ਕੰਮ, ਉਹਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਇਹ ਤਾਂ ਕੰਮ ਹੋਊਗਾ। ਇਹ ਕੀ ਕਾਰਨ ਸੀਗਾ ਕਿ ਤੁਸੀਂ 89 'ਚ ਇਲੈਕਸ਼ਨ ਲੜੇ? ਮੈਂ ਨਹੀਂ ਸੀ ਲੜਿਆ, ਮੈਨੂੰ ਇਹ ਕੌਮ ਨੇ ਪੁੱਟ ਅਪ ਕਰਤਾ ਸੀ। ਠੀਕ ਹੈ, ਉਸ ਤੋਂ ਬਾਅਦ ਨਜ਼ਰਬੰਦ ਸੀਗਾ। ਉਸ ਤੋਂ ਬਾਅਦ 92 ਵਾਲੀ ਇਲੈਕਸ਼ਨ ਇੱਕ ਪਹਿਲੀ ਹੈ ਜਿਹਦੇ 'ਚ ਜਿਹੜੀ ਪੋਸਟਪੋਨ ਹੋ ਜਾਂਦੀ ਹੈਗੀ। ਫਿਰ 92 ਵਾਲੀ ਦੂਜੀ ਇਲੈਕਸ਼ਨ ਆ ਜਿਹੜੀ ਤੁਸੀਂ, ਕਿਉਂਕਿ ਉਹ ਧਿਰ 'ਚ ਰਹੇ ਹੋ ਜਿਹੜੇ ਸਮਰਥਕ ਰਹੇ ਹੋ ਹਮੇਸ਼ਾ ਇਲੈਕਸ਼ਨ ਲੜਨ ਦੇ, ਇੱਕ ਧਿਰ ਰਹੀ ਚੋਣਾਂ ਦੇ ਬਾਈਕਾਟ ਵਾਲੀ, ਇੱਕ ਧਿਰ ਰਹੀ ਚੋਣਾਂ ਲੜਨ ਵਾਲੀ, ਤੁਸੀਂ ਉਹਦੇ ਮੋਹਰੀ ਬੰਦੇ ਸੀਗੇ, ਤੁਸੀਂ ਕਿਉਂ ਨਹੀਂ ਲੜੇ ਫਿਰ 92 ਦੀ ਇਲੈਕਸ਼ਨ? ਅਸੀਂ ਪਹਿਲੀ ਇਲੈਕਸ਼ਨ ਲੜੇ ਸੀਗੇ। ਸਾਡੀ ਜਿਹੜੀ ਪੰਥਕ ਕਮੇਟੀ ਸੀਗੀ, ਇਹਨਾਂ ਨੇ 2 ਸਾਡੇ ਕੈਂਡੀਡੇਟ ਮਾਰਤੇ ਸੀਗੇ, ਜਲੰਧਰ ਦਾ ਅਤੇ ਇੱਕ ਪਟਿਆਲੇ ਦਾ, ਅਤੇ ਉਹ ਇਲੈਕਸ਼ਨ ਆਖਰੀ ਮੌਕੇ ਦੇ ਉੱਤੇ ਸੈਸ਼ਨ ਨੇ ਜਾ ਕੇ ਕੈਂਸਲ ਕਰਾਤੇ ਸੀ। ਨਰਸਿਮਹਾ ਰਾਓ ਉਸ ਵੇਲੇ ਪ੍ਰਾਈਮ ਮਿਨਿਸਟਰ ਜਿੱਤਿਆ ਸੀ, ਪਰ ਉਸ ਨੇ ਪ੍ਰੈਜ਼ੀਡੈਂਟ ਤੋਂ ਬਤੌਰ ਪ੍ਰਾਈਮ ਮਿਨਿਸਟਰ ਦੀ ਸਹੁੰ ਨਹੀਂ ਸੀ ਚੱਕੀ। ਨਰਸਿਮਹਾ ਰਾਓ ਨੇ ਜਾ ਕੇ ਪ੍ਰੈਜ਼ੀਡੈਂਟ ਨੂੰ ਕਿਹਾ ਕਿ ਇਲੈਕਸ਼ਨ ਰੱਦ ਕਰੋ। ਹੁਣ ਜੇ ਪ੍ਰੈਜ਼ੀਡੈਂਟ ਸਿਆਣਾ ਹੁੰਦਾ ਜਾਂ ਉਹ ਨਿਰਪੱਖ ਹੁੰਦਾ, ਉਹਨੇ ਕਹਿਣਾ ਸੀਗਾ ਤੂੰ ਅਜੇ ਸਹੁੰ ਨਹੀਂ ਚੱਕੀ ਹੈਗੀ, ਤੂੰ ਮੈਨੂੰ ਰਾਏ ਕਾਹਦੀ ਦਿੰਦਾ। ਪਰ ਇੱਕ ਪ੍ਰਾਈਮ ਮਿਨਿਸਟਰ ਜਿਸ ਨੇ ਪ੍ਰਾਈਮ ਮਿਨਿਸਟਰ ਦੀ ਸਹੁੰ ਨਹੀਂ ਸੀ ਚੱਕੀ, ਉਹਦੇ ਰਾਏ ਦੇ ਉੱਤੇ ਪ੍ਰੈਜ਼ੀਡੈਂਟ ਨੇ ਰੱਦ ਕਰਤੇ। ਹੁਣ ਜਦੋਂ ਸਾਰਾ ਸਿਸਟਮ ਹੀ ਸਿੱਖ ਕੌਮ ਦੇ ਖਿਲਾਫ ਚੱਲ ਰਿਹਾ ਹੈ, ਤਾਂ ਫਿਰ ਸਰ ਸਾਹਿਬ ਇਹ ਤਾਂ ਬੜਾ ਮੁਸ਼ਕਿਲ ਹੈ ਉਹਦੇ 'ਚੋਂ ਨਿਕਲਣਾ। 92 'ਚ ਕਿਉਂ ਨਹੀਂ ਲੜੀ ਤੁਸੀਂ? 92 'ਚ ਫਿਰ ਇਹਨਾਂ ਨੇ ਬੋਇਕਟ ਕਰਤਾ, ਸਾਰੇ ਮਿਲੀਟੈਂਟਸ ਨੇ ਇਕੱਠੇ ਹੋ ਕੇ। ਜੇ ਅਸੀਂ ਲੜਦੇ ਤਾਂ ਫਿਰ ਤਾਂ ਆਮਣੇ ਸਾਹਮਣੇ ਇੱਕ ਦੂਜੇ ਦੇ ਨਾਲ ਜਿਹੜਾ ਮੁੱਦਾ ਇੱਕੋ ਸੀ, ਸਾਡਾ ਤਾਂ ਲੜ ਪੈਣਾ ਸੀ। ਸਾਨੂੰ ਉਹ ਮਾਰਦੇ, ਅਸੀਂ ਉਹਨਾਂ ਨੂੰ ਮਾਰਦੇ। ਇੰਨੀ ਤਾਂ ਸਿਆਣਪ ਕਰਤੀ ਕਿ ਨਹੀਂ ਲੜੇ ਫਿਰ। ਅਤੇ ਜਿਹੜੇ ਨਹੀਂ ਲੜੇ, ਨੁਕਸਾਨ ਤਾਂ ਸਾਰੇ ਜੁਝਾਰੂਆਂ ਨੂੰ ਹੋਇਆ, ਕਿਉਂ ਕਰਕੇ ਬੇਅੰਤ ਸਿੰਘ ਅਤੇ ਹਕੂਮਤ ਨੇ ਫੜ ਕੇ ਸਾਰੇ ਮਾਰਤੇ। ਫਿਰ ਮਿੰਨਤਾਂ ਤਰਲੇ ਕਰਦੇ ਸੀਗੇ ਇੱਥੇ ਆ ਕੇ, ਹੈ ਨਾ, ਕਿ ਜੀ ਸਾਨੂੰ ਛੱਡੋ, ਸਾਨੂੰ ਐਂ ਨਾ ਕਰੋ, ਉਹ ਨਾ ਕਰੋ। ਜਦੋਂ ਇਲੈਕਸ਼ਨ ਹੋ ਜਾਂਦੇ, ਤੁਹਾਡੀ ਸਰਕਾਰ ਬਣ ਜਾਂਦੀ, ਤੁਹਾਡੀ ਗੱਲਬਾਤ ਕਰਾਉਂਦੇ, ਗੱਲਬਾਤ ਕਰਾਉਣ ਨੂੰ ਤਾਂ ਚੰਦਰ ਸ਼ੇਖਰ ਜੀ ਨੇ ਮੈਨੂੰ ਕਿਹਾ ਸੀਗਾ ਚੱਲ ਇਹ ਕਰਾ, ਮੈਂ ਬਾਰਡਰ ਖੋਲ੍ਹਦਾ। ਇਹੀ ਗੱਲ ਤਾਂ ਤੁਹਾਡੇ 'ਤੇ, ਜਿਵੇਂ ਹਰਮਿੰਦਰ ਸੰਧੂ ਹੋਰਾਂ 'ਤੇ ਵੀ ਉਹਨਾਂ ਦਾ ਕਤਲ ਹੋਇਆ, ਜਿਹੜਾ ਹਰਮਿੰਦਰ ਸੰਧੂ ਕਹਤਾ ਮੈਂ, ਸੌਰੀ ਹਰਮਿੰਦਰ ਸੰਧੂ ਸੀ, ਹਾਂ, ਉਹਨਾਂ ਦਾ ਜਿਹੜਾ ਕਤਲ ਹੋਇਆ ਹਰਮਿੰਦਰ ਹੋਰਾਂ ਦਾ, ਉਸੇ ਤਰ੍ਹਾਂ ਤੁਹਾਡੇ ਦੇ ਉੱਤੇ ਇਹ ਲੱਗਦਾ ਗਾ ਕਿ ਇਹ ਕੌਣ ਨੇ ਪੂਰੀ ਮੂਵਮੈਂਟ ਦੇ ਬਿਹਾਫ ਦੇ ਉੱਤੇ ਸੈਂਟਰ ਨਾਲ ਗੱਲ ਕਰਨ ਵਾਲੇ? ਤੁਸੀਂ ਕੌਣ ਹੋਗੇ? ਮੈਂ ਇਲੈਕਟਿਡ ਮੈਂਬਰ ਸੀਗਾ, ਮੇਰੇ ਸਾਰੇ ਜਿੱਤੇ ਸੀਗੇ ਕੈਂਡੀਡੇਟ, ਹੋਰ ਕੋਈ ਨੁਮਾਇੰਦਾ ਡੈਮੋਕ੍ਰੈਟਿਕ ਹੈ ਹੀ ਨਹੀਂ ਸੀਗਾ ਜਿਹੜਾ ਗੱਲਬਾਤ ਕਰ ਸਕਦਾ ਸੀਗਾ। ਹੋਰ ਕੌਣ ਸੀਗਾ? ਇਹਨਾਂ ਨੇ ਆਪ ਹੀ ਤਾਂ ਮੈਨੂੰ ਵੋਟਾਂ ਪਾਈਆਂ ਸੀਗੀਆਂ। ਉੱਥੇ ਇਹ ਮੈਸੇਜ ਆਉਂਦਾ ਸੀ ਨਾ, ਇਹ ਖਾਲਸਾ ਪੰਚਾਇਤਾਂ ਦਾ ਕੰਸੈਪਟ ਕਿਉਂ ਲੈ ਕੇ ਆ ਰਹੇ ਆ ਜੀ, ਤੁਸੀਂ ਕਿਉਂ ਇਲੈਕਸ਼ਨਾਂ ਜਾ ਰਹੇ ਹੋ ਜੀ, ਇਹ ਤਾਂ ਸਰਕਾਰ ਨਾਲ ਮਿਲ ਗਏ, ਇਹ ਤਾਂ ਉੱਪਰ ਇਹਨਾਂ ਦੀ ਸੈਟਿੰਗ ਹੋ ਗਈ ਸੈਂਟਰ ਨਾਲ। ਪਤਾ ਨਹੀਂ ਕਿਵੇਂ ਸੈਟਿੰਗ ਹੋ ਗਈ ਜੀ। ਇਹ ਤੁਹਾਡੀ ਗੱਲ ਰੋਜ਼ ਬਾਤ ਹੁੰਦੀ ਸੀਗੀ ਸੈਂਟਰ ਦੇ ਨਾਲ, ਅਤੇ ਜੇ ਡੈਮੋਕ੍ਰੈਟਿਕ ਨੁਮਾਇੰਦਿਆਂ ਦੇ ਨਾਲ ਸਰਕਾਰ ਦੀ ਗੱਲ ਨਾ ਹੋਵੇ ਤਾਂ ਫਿਰ ਇਹ ਕਜੀਏ ਨੂੰ ਖ਼ਤਮ ਕਿਵੇਂ ਕਰਨਾ? ਡੈਮੋਕ੍ਰੈਟਿਕਲੀ ਇਲੈਕਟਿਡ ਆਦਮੀ ਗੱਲਬਾਤ ਕਰ ਸਕਦੇ ਆ,
ਆਪਣੀ ਕੌਮ ਦੇ ਲਈ, ਤੇ ਮੈਂ ਲੀਡਰ ਸੀਗਾ ਚੁਣਿਆ ਹੋਇਆ, ਮੈਨੂੰ 11 MP ਮਿਲੇ ਸੀਗੇ, ਤੇ ਮੈਂ ਗੱਲ ਨਹੀਂ ਸੀ ਕਰ ਸਕਦਾ? ਗੱਲ ਨਾਲ ਖਾਲਿਸਤਾਨ ਮਿਲ ਜਾਂਦਾ? ਮਿਲਦਾ ਨਾ ਮਿਲਦਾ, ਪਰ ਮੇਰਾ ਮਤਲਬ ਟੇਬਲ ਤੇ ਗੱਲਬਾਤ ਤਾਂ ਹੁੰਦੀ ਨਾ। ਮਿਲੇ ਨਾ ਮਿਲੇ ਉਹ ਲਹਿਦਾ ਗੱਲ ਹੈ, ਤੇ ਬੰਦੂਕਾਂ ਫੜ ਕੇ ਕਿਹੜਾ ਖਾਲਿਸਤਾਨ ਮਿਲ ਗਿਆ ਜੀ, ਦੱਸੋ ਮੈਨੂੰ। ਫਿਰ ਕਿਵੇਂ ਮਿਲੂਗਾ? ਮਿਲੂਗਾ ਇਹ ਨਾ ਤੁਹਾਡੇ ਵਾਲੇ ਨਾਲ ਮਿਲੇ, ਨਾ ਬੰਦੂਕਾਂ ਨਾਲ ਮਿਲੇ, 47 ਵੀ ਚੱਕੀਆਂ, ਤੁਸੀਂ ਵੀ ਲੜ ਕੇ ਦੇਖ ਲਿਆ ਸਾਰੀ ਉਮਰ। ਹਿੰਮਤ ਨਹੀਂ ਛੱਡਣੀ ਚਾਹੀਦੀ, ਕਰੀ ਜਾਣਾ ਚਾਹੀਦਾ, ਕਰੀ ਜਾਣਾ ਚਾਹੀਦਾ। ਹਾਲਾਤ ਇਹੋ ਜਿਹੇ ਇੰਟਰਨੈਸ਼ਨਲ ਪੈਦਾ ਹੋ ਜਾਂਦੇ ਹੈ ਜਿਹਦੇ ਨਾਲ ਤੁਹਾਡੀ ਵਾਰੀ ਆ ਜਾਂਦੀ ਹੈ। ਜੇ ਵਰਲਡ ਵਾਰ 1 ਤੋਂ ਬਾਅਦ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਸੀਗਾ, ਉਸ ਨੇ ਕਿਹਾ ਕਿ ਕੌਮੀਅਤ ਦੀ ਬਣਾ ਦੇ ਉੱਤੇ ਨਵੀਆਂ ਸਟੇਟਸ ਬਣਨਗੀਆਂ, ਅਤੇ ਉਹਨੇ ਨਵੀਆਂ ਸਟੇਟਸ ਕੌਮੀਅਤ ਦੀਆਂ ਬਣਾਤੀਆਂ। ਤੁਰਕੀ ਨੂੰ ਤੋੜ ਕੇ, ਹੰਗੇਰੀਅਨ ਅੰਪਾਇਰ ਨੂੰ ਤੋੜ ਕੇ, ਜਰਮਨ ਅੰਪਾਇਰ ਨੂੰ ਤੋੜ ਕੇ, ਸਾਰੇ ਜਿੰਨੀਆਂ ਵੀ ਅੰਪਾਇਰ ਸੀਗਾ ਉਹਨੇ ਇਹ ਕੌਮੀਅਤ ਦੇ ਤੌਰ ਦੇ ਉੱਤੇ ਨਵੇਂ ਮੁਲਕ ਬਣਾਤੇ, ਹੈ ਨਾ। ਅਤੇ ਇਸ ਤਰ੍ਹਾਂ ਬਣ ਜਾਂਦੇ ਹੈ। ਪਰ ਜੇ ਬੰਦਾ ਕਹੇ ਕਿ ਅਸੀਂ ਕਦੇ ਮਿਲਣਾ ਹੀ ਨਹੀਂ ਹੈ, ਤੁਹਾਨੂੰ ਲੱਗਦਾ ਖਾਲਿਸਤਾਨ ਜੇ ਕਦੇ ਵੀ ਬਣੂਗਾ, ਹਾਂ, ਉਹ ਇੰਟਰਨੈਸ਼ਨਲ ਹਾਲਾਤਾਂ 'ਚ ਹੀ ਬਣੂ, ਯਾਨੀ ਜੀਓ ਪੋਲੀਟਿਕਸ 'ਚ ਹੀ ਬਣੂਗਾ, ਵੈਸੇ ਨਹੀਂ ਬਣ ਸਕਦਾ? ਨਹੀਂ ਬਣ ਸਕਦਾ ਹੈਗਾ, ਕਿਉਂ ਨਹੀਂ ਬਣ ਸਕਦਾ ਹੈਗਾ? ਵੈਸੇ ਤੁਸੀਂ ਦੋਵੇਂ ਵੇ ਕਹਿੰਦੇ ਹੋ ਵੀ ਆਪਾਂ 47 ਵੀ ਚੱਕੀਆਂ ਤੇ ਹਾਂ, ਇਲੈਕਸ਼ਨਾਂ ਵੀ ਲੜੇ, ਮਿਲਿਆ ਨਹੀਂ ਉਹ। ਦੋਨੋਂ ਪਾਸੇ ਮਿਲ ਸਕੂਗਾ, ਕਿਉਂ ਨਹੀਂ ਮਿਲ ਸਕਦਾ? ਪਰ ਮਿਲੂਗਾ ਤੁਹਾਨੂੰ ਲੱਗਦਾ ਕਮਾਂਤਰੀ ਹਾਲਾਤਾਂ 'ਚ? ਨਹੀਂ, ਵੈਸੇ ਵੀ ਮਿਲ ਸਕਦਾ। ਹੁਣ ਜਿਵੇਂ ਕਸ਼ਮੀਰ ਦੇ ਵਿੱਚ ਮਾਰ ਕਟਾਈ ਹੋ ਰਹੀ ਹੈ, ਅਤੇ ਇੰਨਾ ਬਰੂਦ ਅਤੇ ਇੰਨਾ ਨਸ਼ਾ ਉੱਧਰੋਂ ਆ ਰਿਹਾ ਹੈ, ਅਤੇ ਸਰਕਾਰ ਇਹ ਤਾਂ ਦੱਸਦੀ ਨਹੀਂ ਕਿ ਇਹ ਬਰੂਦ ਅਤੇ ਨਸ਼ਾ ਕਾਹਦੇ ਲਈ ਆ ਰਿਹਾ ਹੈ। ਅਤੇ BSF ਜਿਹੜੀ ਗਾਰਡ ਕਰਦੀ ਹੈ ਬਾਰਡਰ ਨੂੰ, ਉਹਦੇ ਰਾਹੀਂ ਕਿਉਂ ਆ ਰਿਹਾ ਇਹ? ਜੇ BSF ਆਪਣਾ ਕੰਮ ਨਹੀਂ ਕਰ ਰਹੀ, ਫਿਰ ਸੈਂਟਰ ਨੇ ਉਹਦੀ ਹਦੂਦ ਕਿਉਂ ਵਧਾਤੀ ਹੈ 50 ਕਿਲੋਮੀਟਰ ਹੋਰ ਪੰਜਾਬ ਦੇ ਅੰਦਰ? ਇਹੀ ਹੈ ਕਿ ਉਹ ਸਿੱਖਾਂ ਨੂੰ ਦੇ ਉੱਤੇ ਇਤਬਾਰ ਨਹੀਂ ਰੱਖਦੀ ਹੈਗੀ, ਹੈ ਨਾ। ਜਿਹੜੇ ਕੰਮ ਲਈ ਫੌਜ ਬਣੀ ਆ ਉਹ ਤਾਂ ਕਰਦੀ ਨਹੀਂ, ਅਤੇ ਉਹਨਾਂ ਦੀ ਹਦੂਦ ਅੰਦਰ ਵਧਾ ਦਿਓ ਕਿ ਤੁਸੀਂ ਇੱਥੇ ਪਹਿਰਾ ਦਿਆ ਕਰੋ, ਚੋਰਾਂ ਨੂੰ ਫੜਿਆ ਕਰੋ, ਬਰੂਦ ਨੂੰ ਫੜਿਆ ਕਰੋ। ਪਰ ਇੱਕ ਪਾਸੇ ਬਰੂਦ ਆ ਰਿਹਾ, ਜਿਹੜਾ ਬਰੂਦ ਰੋਕਣ ਦੇ ਲਈ ਫੌਜ ਹੈ ਉਸ ਨੂੰ ਦੂਜੇ ਕੰਮ 'ਤੇ ਲਾਤਾ। ਹੁਣ ਆ ਜਿਹੜਾ ਪਟਿਆਲੇ ਰੌਲਾ ਪਿਆ, ਇਹ ਕਾਹਦਾ ਪਿਆ? ਉਹ ਜਿਹੜਾ ਇਹ ਸਿੰਗਲਾ ਸੀ, ਉਸ ਨੂੰ ਹੋਮ ਮਿਨਿਸਟਰ ਆਪਣਾ ਅਮਿਤ ਸ਼ਾਹ ਜੀ ਅਤੇ ਜਿਹੜੇ ਹੋਮ ਸੈਕਟਰੀ ਆ ਭੱਲਾ ਜੀ, ਉਸ ਨੂੰ 10 ਗਨਮੈਨ ਦਿੱਤੇ ਸੀਗੇ। ਕਾਹਦੇ ਲਈ ਇਹੋ ਜਿਹੇ ਬਦਮਾਸ਼ ਨੂੰ? ਅਤੇ ਸ਼ਿਵ ਸੈਨਾ ਦੇ ਲੀਡਰ DJP ਨੂੰ 4 ਦਿਨ ਪਹਿਲਾਂ 3 ਦਿਨ ਮਿਲ ਕੇ ਗਏ ਹੈ ਕਿ ਸ਼ਿਵ ਸੈਨਾ ਵਾਲੇ ਸਾਡੇ ਬੰਦੇ ਰੌਲਾ ਪਾਉਣਾ ਚਾਹੁੰਦੇ ਆ ਅਤੇ ਮਾਹੌਲ ਨੂੰ ਖਰਾਬ ਕਰਨਗੇ। ਫਿਰ DJP ਨੇ CM ਨੂੰ ਤਾਂ ਦੱਸਿਆ ਹੀ ਹੋਊਗਾ। ਫਿਰ ਸਰਕਾਰ ਨੇ ਕਿਉਂ ਨਹੀਂ ਇਹ ਐਕਸ਼ਨ ਲਿਆ? ਇਸੇ ਕਰਕੇ ਕਿ ਇਹ ਸੈਂਟਰ ਦੇ ਬੰਦੇ ਹੈ, ਸੈਂਟਰ ਇੱਥੇ ਰੌਲਾ ਪਹੁੰਚਾਉਣਾ ਚਾਹੁੰਦੀ ਹੈ, ਅਤੇ ਸ਼ਿਵ ਸੈਨਾ ਦੇ ਲੀਡਰ ਹੈ, ਇਹ ਨਹੀਂ ਕਰਾਉਣਾ ਚਾਹੁੰਦੇ, ਅਤੇ ਉੱਥੇ ਰੌਲਾ ਪਾਤਾ। ਹੁਣ ਮੇਰਾ ਮਤਲਬ ਹੈ ਉਹ ਸਿੰਗਲੇ ਨੂੰ 10 ਗਨਮੈਨ ਭੱਲੇ ਨੇ ਅਤੇ ਅਮਿਤ ਸ਼ਾਹ ਨੇ ਕਿਉਂ ਦਿੱਤੇ ਬਦਮਾਸ਼ ਨੂੰ? ਉਹਨੂੰ ਕੀ ਲੋੜ ਸੀ 10 ਗਨਮੈਨ ਦੇਣ ਦੀ? ਜੇ ਮੈਂ ਬੰਦੂਕ ਦਾ ਲਾਇਸੈਂਸ ਮੰਗਾ ਅਤੇ ਅਮਿਤ ਸ਼ਾਹ ਜੀ ਅਤੇ ਇਹ ਭੱਲਾ ਜੀ ਕਹਿੰਦੇ ਨਹੀਂ, ਇਹਨੂੰ ਇਹ ਲਾਇਸੈਂਸ ਹੀ ਨਹੀਂ ਅਸੀਂ ਦੇਣਾ। ਤੁਹਾਡੇ ਕੋਲ ਨਹੀਂ ਹੈਗਾ ਲਾਇਸੈਂਸ ਇੱਥੇ? ਹਾਂ, ਮੈਂ ਇਹ ਮੇਰੀ ਕਾਰਬਾਈਨ ਦੀ ਜਗ੍ਹਾ ਦੇ ਵਿੱਚ ਮੈਂ ਵੇਚਤੀ ਸੀ, ਕਿਉਂ ਕਰਕੇ ਮੇਰੀ ਉਮਰ 70 ਸਾਲ ਤੋਂ ਉੱਤੇ ਹੋ ਗਈ ਸੀ, ਅਤੇ ਆਟੋਮੈਟਿਕ ਬੰਦੂਕ ਮੈਂ ਨਹੀਂ ਸੀ ਰੱਖਣਾ ਚਾਹੁੰਦਾ, ਅਤੇ ਮੈਂ ਫਿਰ ਰਾਈਫਲ ਰੱਖਣਾ ਚਾਹੁੰਦਾ ਸੀ। ਉਹਦੇ ਬਦਲੇ ਮੈਨੂੰ ਲਾਇਸੈਂਸ ਹੀ ਨਹੀਂ ਦਿੰਦੇ ਹੈਗੇ। ਤੁਹਾਨੂੰ ਤਾਂ ਲਾਇਸੈਂਸ ਇੱਥੋਂ ਮਿਲਣਾ ਗਾ, ਉੱਥੋਂ ਕਿਉਂ? ਪੰਜਾਬ ਤੋਂ ਮਿਲਣਾ? ਜਿਹੜਾ ਪ੍ਰੋਹਿਬਿਟਡ ਵੈਪਨ ਹੁੰਦਾ ਹੈ, ਜਿਹੜੀ ਮੇਰੇ ਕੋਲ ਕਾਰਬਾਈਨ ਸੀ ਉਹ ਪ੍ਰੋਹਿਬਿਟਡ ਸੀਗੀ, ਉਹਨੂੰ ਮੈਂ ਵੇਚ ਕੇ ਮੈਂ ਪ੍ਰੋਹਿਬਿਟਡ ਵੈਪਨ ਲੈਣਾ ਚਾਹੁੰਦਾ, ਕਿ ਜਿਹੜਾ ਸਖਤ ਹੋਵੇ ਅਤੇ ਜਿਹੜਾ ਮਹਿਨੇਦਾਰ ਹੋਵੇ, ਜਿਹੜਾ ਕੁਛ ਨਾ ਕੁਛ ਕਰ ਸਕੇ। ਠੀਕ ਹੈ, ਉਹ ਨਹੀਂ ਦੇ ਰਹੇ? ਨਹੀਂ ਦੇ ਰਹੇ।
ਅੱਛਾ, ਤੁਹਾਨੂੰ ਸਿੱਖ ਲੀਡਰ ਕਿਹੜਾ ਐਡਮਾਇਰ ਕਰਦਾ ਪੂਰੀ ਹਿਸਟਰੀ, ਸਿੱਖ ਹਿਸਟਰੀ 'ਚ ਪੂਰੀ 'ਚ ਪੋਲੀਟੀਕਲ ਲੀਡਰ ਇਹ ਬਹੁਤ ਹੈ ਤੁਸੀਂ ਜੀ। ਕਿਹਨੂੰ ਐਡਮਾਇਰ ਕਰਦੇ ਹੋ? ਹਾਂ, ਸਾਰੇ ਬਾਬਾ ਦੀਪ ਸਿੰਘ ਹੈ, ਫਿਰ ਇਹ ਬੰਦਾ ਸਿੰਘ ਬਹਾਦਰ ਹੈ, ਮਹਾਰਾਜਾ ਰਣਜੀਤ ਸਿੰਘ ਹੈ, ਹਰੀ ਸਿੰਘ ਨਲੂਆ ਹੈ, ਫਿਰ ਸਾਰੇ ਹੈਗੇ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੈ, ਫਿਰ ਆਹੀ ਇੱਥੋਂ ਦੇ ਗਿਆਨੀ ਗੁਰਦਿੱਤ ਸਿੰਘ ਹੈਗੇ ਹੈ, ਬਹੁਤ ਤਕੜੇ ਲੀਡਰ ਹੋਏ ਹੈ। ਤੁਹਾਡੇ ਨਾਲ ਦਿਆਂ 'ਚੋਂ ਕੋਈ ਤੁਹਾਨੂੰ ਵਧੀਆ ਲੱਗਦਾ ਗਾ ਜਿਹੜੇ ਤੁਹਾਡੇ ਨਾਲ ਦਾ ਰਿਹਾ, ਚਾਹੇ ਉਹ ਚਟੌੜਾ ਨੇ, ਬਾਦਲ ਨੇ, ਕੋਈ ਵੀ ਹੈ, ਰਾਮੂ ਵਾਲੀਆ ਨੇ? ਇਹ ਦੇਖੋ, ਇਹ ਰਵਾਇਤੀ ਲੀਡਰ ਹੈ, ਇਹ ਹਕੂਮਤ ਦੇ ਨਾਲ ਰਹਿਣਾ ਚਾਹੁੰਦੇ ਆ। ਇਹਨਾਂ ਦੇ ਵਿੱਚ ਡਰ ਹੈ ਕਿ ਜੇ ਹਕੂਮਤ ਦੇ ਨਾਲ ਨਾ ਰਹੀਏ, ਸਾਨੂੰ ਇਹ ਉਹ ਗੋਲ ਗੱਪੇ ਨਹੀਂ ਮਿਲ ਸਕਦੇ ਹੈਗੇ ਜਿਹਦੇ ਨਾਲ ਇਹਨਾਂ ਨੂੰ ਆਰਾਮ ਆਉਂਦਾ। ਸੋ ਇਹ ਬਹੁਤ ਅੱਛੇ ਬੰਦੇ ਹੈ, ਪਰ ਇਹ ਸੈਂਟਰ ਦੇ ਅਧੀਨ ਚੱਲਦੇ ਆ ਹਿੰਦੂਤਵਾ ਦੇ, ਜਿਹੜਾ ਅਸੀਂ ਨਹੀਂ ਚੱਲਣਾ ਚਾਹੁੰਦੇ, ਨਾ ਅਸੀਂ ਚੱਲਦੇ ਹਾਂ ਕਿਸੇ ਦੇ ਥੱਲੇ। ਮਾਨ ਸਾਹਿਬ, ਇੱਕ ਗੱਲ ਤੁਹਾਡੇ ਬਾਰੇ ਹੋਰ ਬੜੀ ਚੱਲਦੀ ਹੈ ਕਿ ਮਾਨ ਸਾਹਿਬ ਕੋਲ ਇੱਕ ਲੈਟਰ ਆ, ਉਹਦੇ ਨਾਲ ਬੰਦੇ ਪੱਕੇ ਹੋ ਜਾਂਦੇ ਨੇ। ਇਹ ਕਿੰਨੀ ਕੁ ਏਜ ਸਚਾਈ ਆ? ਤੁਸੀਂ ਦਿੰਦੇ ਹੋ ਲੈਟਰ ਜਿਹੜੇ ਉੱਥੇ ਜਿਨ੍ਹਾਂ ਨੂੰ ਐਕਸਟ੍ਰੈਡੀਸ਼ਨ ਲੈਣੀ, ਜਿਹੜੇ ਜਾਂਦੇ ਨੇ, ਜਿਨ੍ਹਾਂ ਨੇ ਉੱਥੇ ਜਾ ਕੇ? ਜਿਹੜੇ ਬੰਦੇ ਮੁਸੀਬਤ 'ਚ ਆ ਉਹਨਾਂ ਨੂੰ ਚਿੱਠੀ ਦੇ ਦਿੱਤੀ ਹੈ, ਉਹਨਾਂ ਤੁਸੀਂ ਪਾਰਟੀ ਵੱਲੋਂ ਦਿੰਦੇ ਹੋ? ਹਾਂ, ਪਾਰਟੀ ਵੱਲੋਂ ਦੇ ਦਿੱਤੀ ਹੈ, ਉਹ ਪੱਕੇ ਹੋ ਜਾਂਦੇ ਵਿਚਾਰੇ। ਕਿੰਨੇ ਕੁ ਬੰਦੇ ਇਹੋ ਜਿਹੇ ਪੱਕੇ ਹੋਏ ਨੇ? ਪਤਾ ਨਹੀਂ ਕਿੰਨੇ, ਇਹ ਤਾਂ ਨਹੀਂ ਮੈਂ ਗਿਣੇ, ਪਰ ਇਹ 50,000 ਤਾਂ ਹੋ ਗਏ ਹੋਣੇ। ਉਹਦੀ ਕੋਈ ਫੀਸ ਤਾਂ ਨਹੀਂ ਹੈਗੀ? ਫੀਸ ਹੈਗੀ ਹੈ ਪਾਰਟੀ ਚਲਾਉਣ ਦੇ ਲਈ। ਅੱਛਾ, ਹਾਂ, ਪਾਰਟੀ ਦੇ ਲਈ ਫੰਡ ਜਿਹੜਾ ਹੈਗਾ ਹਾਂ ਉਹ ਲੈਂਦੇ ਉਹਦੇ ਲਈ? ਹਾਂ, ਬਸ। ਕਿੰਨੀ ਫੀਸ ਲੈਂਦੇ ਹੋ? ਕੋਈ ਪੱਕੀ ਹੈ ਜਾਂ ਕੋਈ ਬੰਦੇ ਦੇ ਵਿੱਤ ਮੁਤਾਬਕ ਆ? ਨਹੀਂ, ਪੱਕੀ ਹੈ, ਕਿਉਂ ਕਰਕੇ ਉਹ 30 ਲੱਖ ਰੁਪਈਆ ਖਰਚਦੇ ਹੈ ਅਤੇ 35,000 ਦੇ ਸਕਦੇ ਹੈ ਪਾਰਟੀ ਨੂੰ। 35,000 ਰੁਪਇਆ ਰੱਖਿਆ ਹੋਇਆ। 35,000 ਤੁਸੀਂ ਲੈਟਰ ਦਿੰਦੇ ਹੋ ਕਿ ਅਗਰ ਉੱਥੇ ਰਹਿਣਾ ਚਾਹੁੰਦਾ ਕੋਈ, ਜਿਹੜਾ ਉਹ ਕਹਿੰਦਾ ਗਾ ਕਿ ਜੀ ਮੈਂ ਇਹਨੂੰ ਖਤਰਾ ਭਾਰਤ 'ਚ, ਤਾਂ ਅਤੇ ਜਿਹੜੇ ਸ਼ਹੀਦਾਂ ਦੇ ਬੱਚੇ ਆ ਉਹਨਾਂ ਤੋਂ ਨਹੀਂ ਲਈਦਾ, ਜਿਹੜੇ ਗਰੀਬ ਹੈ ਉਹਨਾਂ ਤੋਂ ਨਹੀਂ ਲਈਦਾ, ਜਿਹੜੇ ਦੂਸਰੇ ਉਹਨਾਂ ਤੋਂ ਲੈਂਦੇ? ਹਾਂ, ਜਿਹੜੇ 30 ਲੱਖ 40 ਲੱਖ ਦੇ ਕੇ ਜਾਂਦੇ ਹੈ। ਅਤੇ ਫਿਰ ਜੇ ਤੁਹਾਡੇ ਵਿਰੋਧੀ ਤੁਹਾਡੇ 'ਤੇ ਜੇ ਐਂ ਕਹਿ ਦੇਣ ਵੀ ਦੇਖੋ ਜੀ ਮਾਨ ਸਾਹਿਬ ਤਾਂ ਪੈਸੇ ਲੈਂਦੇ ਲੈਟਰਾਂ ਦੇ, ਫਿਰ ਨਾ, ਫਿਰ ਮੈਂ ਪਾਰਟੀ ਕਿਵੇਂ ਚਲਾਊਂਗਾ? ਉਹ ਕਿਵੇਂ ਚਲਾਉਂਦੇ ਆ ਪਾਰਟੀ? ਮੇਰੇ ਵਿਰੋਧੀ ਵੀ ਤਾਂ ਪੈਸੇ ਆਪਣੀ ਪਾਰਟੀ ਲਈ ਲੈਂਦੇ ਹੀ ਹੈ। ਪਾਰਟੀ ਲਈ ਫੰਡ ਆ ਉਹ? ਹਾਂ, ਤੁਹਾਡੇ ਘਰ 'ਚ ਨਹੀਂ ਜਾਂਦਾ, ਉਹ ਪਾਰਟੀ ਦੇ ਖਾਤੇ ਜਾਂਦਾ? ਨਾ, ਮੇਰੇ ਫੰਡ ਦੇ ਵਿੱਚ ਨਹੀਂ। ਆ ਜਿਹੜਾ ਲੰਗਰ ਹੁਣ ਛਕਿਆ ਹੈ, ਇਹ ਮੇਰਾ ਲੰਗਰ ਹੈ, ਇਹ ਪਾਰਟੀ ਦਾ ਤਾਂ ਥੋੜ੍ਹੀ ਹੈ। ਸਵੇਰੇ ਸਾਰੇ ਜਿੰਨੇ ਆਉਂਦੇ ਆ 30-40 ਇੱਥੋਂ ਹੀ ਛਕਦੇ ਆ। ਇਹ ਪਾਰਟੀ ਦਾ ਲੰਗਰ ਤਾਂ ਨਹੀਂ, ਇਹ ਤਾਂ ਮੇਰਾ ਹੈ, ਪੁੱਛ ਲਓ ਇਹਨਾਂ ਨੂੰ। ਖੇਤੀ ਆਪ ਕਰਦੇ ਹੋ ਤੁਸੀਂ ਜਾਂ ਆਪ ਕੀਤੀ ਹੈ ਕਦੇ? ਹਾਂ ਹਾਂ, ਮੈਂ ਕਰਦਾ ਰਿਹਾ ਖੇਤੀ ਪਹਿਲਾਂ। ਕਦੋਂ ਕੀਤੀ ਹੈ? ਜਦੋਂ ਮੈਂ IPS 'ਚ ਵੀ ਸੀ, ਉਦੋਂ ਪਹਿਲਾਂ ਵੀ ਕੀਤੀ ਹੈ। ਸ਼ੌਂਕ ਕੀ ਹੈ ਤੁਹਾਡਾ? ਮੇਰਾ ਸ਼ੌਂਕ ਹੈ ਪੜ੍ਹਨਾ, ਘੁੰਮਣਾ, ਚੰਗੇ ਕੰਮ ਕਰਨੇ, ਸਾਰੇ ਹੈਗੇ ਆ ਸ਼ੌਂਕ ਮੇਰੇ। ਕਦੇ ਡਰ ਲੱਗਿਆ ਕਿਸੇ ਗੱਲ ਦਾ ਜ਼ਿੰਦਗੀ 'ਚ? ਕਦੇ ਡਰ ਲੱਗਿਆ ਹੋਵੇ ਕਿਸੇ ਗੱਲ ਦਾ? ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੋਲ ਗਿਆ ਸੀਗਾ। ਮੈਂ ਕਿਹਾ, ਬਾਬਾ ਜੀ ਮੈਨੂੰ ਡਰ ਲੱਗਦਾ। ਕਹਿੰਦੇ, ਤੁਹਾਨੂੰ ਕਿਵੇਂ ਡਰ ਲੱਗ ਸਕਦਾ? ਤੁਸੀਂ ਤਾਂ ਪੁਲਿਸ ਦੇ ਮਾਲਕ ਹੋ। ਮੈਂ ਕਿਹਾ, ਜੀ ਲੱਗਦਾ, ਹੁਣ ਮੈਂ ਕੀ ਕਰਾਂ? ਕਹਿੰਦੇ, ਚੰਗਾ ਤੁਸੀਂ ਨਾ ਫਿਰ 30 ਚੌਪਈ ਸਾਹਿਬ ਦੇ ਪਾਠ ਕਰ ਲਿਆ ਕਰੋ। ਫਿਰ ਮੈਂ ਪਾਠ ਕਰਨ ਲੱਗ ਪਿਆ। ਉਸ ਤੋਂ ਬਾਅਦ ਮੈਨੂੰ ਨਹੀਂ ਡਰ ਲੱਗਿਆ, ਨਾ ਜੇਲ੍ਹ 'ਚ, ਨਾ ਇੱਥੇ, ਨਾ ਕਿਤੇ। ਕੀ ਡਰ ਲੱਗਦਾ ਸੀ? ਕਿਹੋ ਜਿਹਾ ਡਰ ਲੱਗਦਾ ਸੀ? ਐਵੇਂ ਕੋਈ ਕੁਛ ਐ ਨਾ ਕਹਿ ਦੇ ਮੈਨੂੰ, ਐਵੇਂ ਕੋਈ ਗੱਲ ਨਾ ਹੋ ਜੇ, ਇਹ ਨਾ ਹੋ ਜੇ। ਹੁਣ ਆ ਵੀ ਕੋਈ ਡਰ ਹੈ ਕਿ ਇਹ ਜਦੋਂ ਅਸੀਂ ਬਾਹਰ ਜਾਂਦੇ ਹਾਂ, ਅਮਰੀਕਾ, ਯੂਰਪ, ਅਤੇ ਜਦੋਂ ਹਵਾਈ ਜਹਾਜ਼ ਅਫਗਾਨਿਸਤਾਨ ਆਉਂਦਾ ਹੈ,
ਤੇ ਉਦੋਂ ਫਿਰ ਉਹ ਉਤਰਾਈ 'ਚ ਆ ਜਾਂਦਾ ਦਿੱਲੀ ਲਈ। ਹਾਂ, ਤੇ ਉਹ ਜਿਹੜਾ ਪੈਸੇਂਜਰ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹਨੇ ਹੁਣ ਐਂ ਕੀਤਾ ਹੈਗਾ। ਹਾਂ, ਉਦੋਂ ਫਿਰ ਮੈਂ ਕਹਿੰਦਾ ਕਿ ਹੁਣ ਮੈਂ ਦਿੱਲੀ ਚੱਲਿਆ, ਮੈਨੂੰ ਤਾਂ ਇਹਨਾਂ ਨੇ ਫੜ ਲੈਣਾ ਕੰਜਰਾਂ ਨੇ। ਹੁਣ ਵੀ ਐਂ ਲੱਗਦਾ? ਹਾਂ, ਹਰ ਵਾਰ ਜਦੋਂ ਦਿੱਲੀ ਉਤਰਦੇ ਐਂ ਲੱਗਦਾ ਵੀ ਫੜ ਸਕਦਾ। ਹਾਂ, ਇਹ ਡਰ ਲੱਗਦਾ ਹੈ। ਡਰ ਤਾਂ ਕੀ ਹੈ। ਕਿੰਨੀ ਵਾਰ ਫੜਿਆ ਤੁਹਾਨੂੰ? ਹਾਂ, ਕਿੰਨੀ ਵਾਰ ਫੜਿਆ ਦਿੱਲੀ ਤੁਹਾਨੂੰ? ਇੱਕ ਵਾਰੀ ਫੜਿਆ ਸੀਗਾ, ਪਰ ਤਾਂ ਵੀ ਤਲਾਸ਼ੀ ਲੈਂਦੇ ਆ ਜੀ, ਸਵਾਲ ਪੁੱਛਦੇ ਆ ਕਿੱਥੇ ਗਏ ਕਿੱਥੇ ਨਹੀਂ ਗਏ। ਮੈਂ ਕਿਹਾ ਸਾਲਿਓ ਤੁਸੀਂ ਮੈਥੋਂ ਕੀ ਪੁੱਛਦੇ ਹੋ? ਜਦੋਂ ਪੁੱਛਦੇ ਆ ਨੈਸ਼ਨੈਲਿਟੀ ਕੀ ਹੈ, ਮੈਂ ਲਿਖ ਦਿੰਦਾ ਸਿੱਖ। ਮੈਂ ਤਾਂ ਨਹੀਂ ਕਦੇ ਨੈਸ਼ਨੈਲਿਟੀ ਇੰਡੀਅਨ ਲਿਖਿਆ। ਜਿਹੜਾ ਕਾਰਡ ਹੁੰਦਾ ਨਾ ਉਹ ਭਰਨਾ ਪੈਂਦਾ ਨੈਸ਼ਨੈਲਿਟੀ। ਮੈਂ ਤਾਂ ਲਿਖਦਾ ਸਿੱਖ। ਬੇਸ਼ੱਕ ਮੈਂ ਲੈਂਡ ਵਿਲਾਇਤ ਕਰ ਰਿਹਾ ਜਾਂ ਕੁਛ ਹੈ, ਨਾ ਕਿਤੇ ਵਿਲਾਇਤ ਵਾਲਿਆਂ ਨੇ ਪੁੱਛਿਆ ਕਿ ਤੂੰ ਤਾਂ ਇੰਡੀਅਨ ਹੈ, ਲਿਖਿਆ ਹੋਇਆ ਸਿੱਖ ਹੈ। ਸਾਰੇ ਮੰਨਦੇ ਆ ਕਿ ਸਿੱਖ ਨੈਸ਼ਨੈਲਿਟੀ ਹੈਗੀ ਆ, ਸਿੱਖ ਨੇਸ਼ਨ ਹੈਗਾ। ਹਾਂ, ਫਿਰ ਉਰੇ ਵਾਲੇ ਕੀ ਕਹਿੰਦੇ ਨੇ ਜਦੋਂ ਇੱਥੇ ਲਿਖਦੇ ਹੋ? ਇਹ ਨਹੀਂ ਇਹਨਾਂ ਦੀ ਸਾਰਿਆਂ ਦੀ ਕੀ ਇਹ ਜ਼ਰੂਰਤ ਹੈ ਮੈਨੂੰ ਪੁੱਛਣ ਦੀ। ਮੈਂ ਕਹਿ ਦੂੰਗਾ ਮੈਂ ਸਿੱਖ ਹੈ। ਤੁਹਾਡੀ ਭਾਸ਼ਾ ਬਦਲ ਗਈ, ਗੁੱਸਾ ਆਉਂਦਾ ਤੁਹਾਨੂੰ? ਕਿਵੇਂ? ਤੁਹਾਡੀ ਭਾਸ਼ਾ ਬਦਲ ਗਈ, ਗੁੱਸਾ ਆਉਂਦਾ ਤੁਹਾਨੂੰ? ਨਹੀਂ, ਸਿੱਖ ਸ਼ਬਦ ਬੋਲ ਰਹੇ ਹੋਗੇ। ਨਹੀਂ, ਫਿਰ ਇਹੋ ਜਿਹੇ ਬੰਦੇ ਜਿਹੜੇ ਇਹੋ ਜਿਹੇ ਸਵਾਲ ਪੁੱਛਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਤਾਂ ਗੁੱਸੇ ਨਾਲ ਜਵਾਬ ਦੇਣਾ ਪੈਂਦਾ, ਨਹੀਂ ਤਾਂ ਇਹ ਉੱਤੇ ਦੀ ਉੱਤੇ ਚੜ੍ਹਦੇ ਜਾਂਦੇ ਆ। ਕਦੀ ਜ਼ਿੰਦਗੀ 'ਚ ਕੋਈ ਐਂ ਲੱਗਿਆ ਕਿ ਆਹ ਗੱਲ ਦੇ ਲਈ ਪਛਤਾਤਾਪ ਕਰਨਾ ਚਾਹੀਦਾ, ਯਾਰ ਗਲਤ ਹੋ ਗਿਆ? ਨਾ ਨਾ ਨਾ, ਉਹਦਾ ਕਦਾ ਪਛਤਾਤਾਪ? ਨਹੀਂ, ਕਿਸੇ ਵੀ ਗੱਲ ਦਾ ਨਹੀਂ। ਇਸ ਗੱਲ ਦਾ ਨਹੀਂ, ਇਸ ਗੱਲ ਦਾ ਨਹੀਂ। ਹਾਂ, ਜ਼ਿੰਦਗੀ 'ਚ ਕੋਈ ਵੀ ਗੱਲ ਇਹੀ ਜੀ ਹੋਈ ਆ ਮਾਨ ਸਾਹਿਬ ਨਾਲ ਜੀ, ਮਾਨ ਸਾਹਿਬ ਨੂੰ ਲੱਗਿਆ ਤੁਹਾਡੇ ਤੋਂ ਕੋਈ ਐਕਟ ਹੋ ਗਿਆ ਹੋਵੇ, ਬਾਅਦ ਚੋਂ ਲੱਗਿਆ ਹੋਵੇ ਯਾਰ ਪਛਤਾਤਾਪ ਕਰੀਏ ਗੁਰਦੁਆਰਾ ਸਾਹਿਬ ਜਾ ਕੇ, ਨਾ ਨਾ ਨਾ, ਜਾਂ ਆਪਦੇ ਮਨ ਦੇ ਅੰਦਰ ਹੀ ਉਤਰਦਾ ਬੰਦਾ? ਵਾਹਿਗੁਰੂ ਨੇ ਮੈਥੋਂ ਇਹੋ ਜਿਹਾ ਕੰਮ ਨਹੀਂ ਕਰਾਇਆ ਹੈਗਾ ਨਾ, ਕਿ ਮੈਨੂੰ ਕਿਸੇ ਚੀਜ਼ ਦਾ ਪਛਤਾਤਾਪ ਹੋਵੇ ਨਾ। ਕਦੇ ਐਂ ਲੱਗਿਆ ਹੈਗਾ ਕਿ ਕੁਛ ਲੋਕ ਦੂਰ ਹੋ ਗਏ, ਨਹੀਂ ਹੋਣੇ ਚਾਹੀਦੇ ਜਿਹੜੇ ਤੁਹਾਡੇ ਵਧੀਆ ਦੋਸਤ ਰਹੇ ਹੋਣ ਕਦੇ? ਜਦੋਂ ਮੈਂ ਛੋਟਾ ਸੀ ਤੇ ਮੈਂ ਸਿੱਖਿਆ ਸੀ ਆਪਣੇ ਆਪ ਕਿ ਜੇ ਦੋਸਤੀ ਗਾੜੀ ਪਾ ਲਈਏ ਤੇ ਉਹ ਟੁੱਟ ਜੇ ਫਿਰ ਮਨ ਨੂੰ ਦੁੱਖ ਬੜਾ ਲੱਗਦਾ। ਸੋ ਮੈਂ ਇਹੋ ਜਿਹਾ ਰਿਲੇਸ਼ਨ ਕਿਸੇ ਨਾਲ ਰੱਖਿਆ ਹੀ ਨਹੀਂ ਕਦੇ ਕਿ ਜਿਹੜੀ ਇਹ ਦੋਸਤੀ ਯਾਰੀ ਫਟ ਜੇ ਤੇ ਉਹਦਾ ਦੁੱਖ ਲੱਗੇ। ਮੈਂ ਜਦੋਂ ਕਿਸੇ ਦੇ ਨੇੜੇ ਲੱਗਿਆ ਹੀ ਨਹੀਂ ਇੰਨਾ। ਜਿਵੇਂ ਗੁਰਤੇਜ ਸਿੰਘ IAS ਨੇ, ਹੋਰ ਕਿੰਨੇ ਬੰਦੇ ਤੁਹਾਡੇ ਨਾਲ ਹੁੰਦੇ ਸੀ, ਉਹ ਦੂਰ ਹੁੰਦੇ ਗਏ ਤੁਹਾਡੇ ਤੋਂ? ਬਹੁਤ ਸਾਰੇ ਲੋਕ ਤੁਹਾਡੇ ਦੂਰ ਹੋ ਗਏ, ਕਿਉਂ? ਹਾਂ, ਫਿਰ ਉਹ ਖਾਲਿਸਤਾਨ ਤੋਂ ਦੂਰ ਹੋਇਆ, ਮੈਥੋਂ ਥੋੜ੍ਹੀ ਦੂਰ ਹੋਏ ਆ। ਉਹਨਾਂ ਦੀ ਇੱਛਾ ਸੀਗੀ ਕਿ ਅਸੀਂ ਖਾਲਿਸਤਾਨ ਦੇ ਲਈ ਨਹੀਂ ਕੰਮ ਕਰ ਸਕਦੇ, ਅਸੀਂ ਪ੍ਰੋਪਰਟੀ ਬਣਾਉਣੀ ਹੈ, ਆਰਾਮ ਕਰਨਾ ਹੈ, ਐਸ਼ ਕਰਨੀ ਹੈ। ਅਤੇ ਖਾਲਿਸਤਾਨ ਦੇ ਵਿੱਚ ਤਾਂ ਧੱਕੇ ਹੀ ਹੈ, ਵਿਕਦੀ ਹੈ। ਹਾਂ, ਵਿਕਦੀ ਹੈ ਜਿਵੇਂ ਤੁਹਾਡੀ ਵਿਕ ਗਈ। ਕਿਵੇਂ? ਜ਼ਮੀਨ ਵਿਕ ਗਈ ਜਿਵੇਂ ਤੁਹਾਡੀ ਵਿਕਦੀ ਹੈ ਪ੍ਰਾਪਰਟੀ? ਨਹੀਂ ਨਹੀਂ, ਚਲੋ ਉਹ ਤਾਂ ਇਹ ਹੁੰਦਾ ਹੀ ਹੈ ਇਹ, ਪਰ ਅਜੇ ਵੀ ਹੈਗੀ ਹੈ, ਸਾਰਾ ਕੁਛ ਹੈਗਾ। ਕੋਈ ਸਾਨੂੰ ਕੋਈ ਹੈ ਨਹੀਂ ਗਾ, ਆਪਾਂ ਕਿਸੇ ਕੌਮ ਲਈ ਕੰਮ ਕਰ ਰਹੇ ਹਾਂ। ਇਹੋ ਜਿਹਾ ਪਲ ਕੋਈ ਜ਼ਿੰਦਗੀ ਜਦੋਂ ਸਭ ਤੋਂ ਜ਼ਿਆਦਾ ਖੁਸ਼ੀ ਹੋਵੇ ਮਾਨ ਸਾਹਿਬ ਨੂੰ, ਕਿਹਾ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ, ਚਾਹੇ ਪਰਿਵਾਰਕ ਹੋਵੇ ਜਾਂ ਸਮੂਹਿਕ ਹੋਵੇ? ਨਹੀਂ, ਇੰਨੀ ਨਹੀਂ ਕਦੇ ਵੀ, ਨਾ ਖੁਸ਼ੀ ਨਾ ਗਮੀ। ਕਿਉਂ ਨਾ ਖੁਸ਼ੀ ਨਾ ਗਮੀ? ਹੈ ਕਿ ਬੰਦਾ ਇਹ ਤਾਂ ਹੁੰਦਾ ਨਹੀਂਗਾ, ਬੰਦਾ ਖੁਸ਼ੀ ਵੀ ਹੁੰਦਾ, ਦੁਖੀ ਵੀ ਹੁੰਦਾ। ਹਾਂ, ਮੇਰਾ ਤੁਸੀਂ ਕਹਿੰਦੇ ਹੋ ਨਾ ਕਿ ਜਿਹੜੀ ਬਹੁਤ ਜ਼ਿਆਦਾ ਖੁਸ਼ੀ ਆਈ ਹੋਵੇ, ਕਦੇ ਵੀ ਖੁਸ਼ੀ ਆਈ ਹੋਵੇ? ਨਾ, ਬਹੁਤ ਜ਼ਿਆਦਾ ਨਹੀਂ। ਤੁਹਾਡੇ ਬੇਟਾ ਹੋਇਆ, ਬੇਟੀ ਹੋਈ ਕਦੇ ਕੋਈ, ਜਾਂ ਮੈਰਿਜ ਟਾਈਮ ਜਾਂ ਕਿਸੇ ਵੀ ਟਾਈਮ? ਨਹੀਂ, ਠੀਕ ਹੈ ਜੋ ਕੁਛ ਹੋ ਗਿਆ। ਵਿਆਹ ਜਿਹੜਾ ਪਨੀਤ ਕੌਰ ਜੀ ਤੁਹਾਡੇ ਰਿਸ਼ਤੇਦਾਰ ਨੇ, ਕੈਪਟਨ ਅਮਰਿੰਦਰ ਸਿੰਘ ਤੁਹਾਡੇ ਰਿਸ਼ਤੇਦਾਰ ਨੇ, ਅਤੇ ਇਹ ਪਰਿਵਾਰਾਂ ਦੋਨੇ ਭੈਣਾਂ ਨੇ ਤੁਹਾਡੇ ਪਤਨੀ ਅਤੇ ਪਨੀਤ ਕੌਰ ਜੀ, ਇਹਦੀ ਆਫਰ ਮਤਲਬ ਇਹਦਾ ਵਿਚੋਲਾ ਕੌਣ ਸੀਗਾ ਤੁਹਾਡਾ? ਮੇਰਾ ਖਿਆਲ ਸ਼ਾਇਦ ਮਹਾਰਾਜਾ ਪਟਿਆਲਾ ਹੀ ਸੀਗਾ, ਯਾਦਵਿੰਦਰ ਸਿੰਘ। ਅੱਛਾ, ਉਹਨਾਂ ਨੇ ਕਿਹਾ ਵੀ
ਉਦੋਂ ਤੱਕ ਪਰਨੀਤ ਕੌਰ ਹੋਰਾਂ ਦਾ ਵਿਆਹ ਹੋ ਚੁੱਕਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਅੱਛਾ, ਉਹ ਤੁਹਾਡੇ ਨਾਲ ਵਰਤਦੇ ਸੀਗੇ? ਕੌਣ? ਮਹਾਰਾਜਾ ਯਾਦਵਿੰਦਰ ਸਿੰਘ। ਉਹ ਤਾਂ ਬਹੁਤ ਕਲੋਜ਼ ਸੀਗੇ ਤੁਹਾਡੇ ਪਿਤਾ ਜੀ ਦੇ? ਹਾਂ, ਇਕੱਠੇ ਪੜ੍ਹੇ ਸੀਗੇ ਲਾਹੌਰ, ਬਹੁਤ ਨੇੜੇ ਸੀਗੇ, ਬਹੁਤ ਜ਼ਿਆਦਾ ਨੇੜੇ ਸੀਗੇ। ਇਹ ਸੱਚ ਹੈਗਾ ਕਿ ਪਟਿਆਲਾ ਘਰਾਣੇ ਬਾਰੇ ਕਿਹਾ ਜਾਂਦਾ ਕਿ ਹਿਟਲਰ ਨਾਲ ਵੀ ਇਹਨਾਂ ਦੇ, ਹਿਟਲਰ ਨੂੰ ਕੋਈ ਗੱਡੀ ਗਿਫਟ ਕੀਤੀ ਸੀ ਇਸ ਤਰ੍ਹਾਂ ਦਾ, ਜਾਂ ਹਵਾ 'ਚ ਹੀ ਗੱਲਾਂ ਹੁੰਦੀਆਂ ਨੇ? ਗੂਗਲ ਤੇ ਮੁਸੋਲਿਨੀ ਨਾਲ ਮਿਲੇ ਸੀਗੇ, ਮੁਸੋਲਿਨੀ ਨਾਲ ਮਿਲੇ ਸੀਗੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਮੁਸੋਲਿਨੀ ਨਾਲ ਮੁਲਾਕਾਤ? ਨਹੀਂ, ਮਹਾਰਾਜਾ ਭੁਪਿੰਦਰ ਸਿੰਘ ਹਿਟਲਰ ਨੂੰ ਵੀ ਮਿਲੇ ਸੀਗੇ, ਮੁਸੋਲਿਨੀ ਨੂੰ ਵੀ ਮਿਲੇ ਸੀ। ਗੱਡੀ ਗਿਫਟ ਕੀਤੀ ਸੀ ਕਹਿੰਦੇ ਉਹਨਾਂ ਨੂੰ, ਐ ਵੀ ਚਰਚਾ ਗੂਗਲ ਦੇ ਉੱਤੇ ਪੜ੍ਹ। ਉਹਨਾਂ ਨੂੰ ਨਹੀਂ ਸੀ ਲੋੜ ਹੈਗੀ ਕਿਸੇ ਗੱਡੀ ਦੀ, ਪਰ ਉਹਨਾਂ ਦੀਆਂ ਆਟੋਗ੍ਰਾਫਡ ਪਿਕਚਰਸ ਇਹਨਾਂ ਦੇ ਪੈਲੇਸ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ, ਮੁਸੋਲਿਨੀ ਦੀ, ਹਿਟਲਰ ਦੀ, ਚਰਚਿਲ ਦੀ, ਸਾਰੇ ਦੀ ਸੀਗੀ। ਅੱਛਾ, ਮਹਾਰਾਜਾ ਭੁਪਿੰਦਰ ਸਿੰਘ ਦੇ ਨਾਲ? ਨਹੀਂ, ਮਹਾਰਾਜਾ ਭੁਪਿੰਦਰ ਸਿੰਘ ਨੂੰ ਆਟੋਗ੍ਰਾਫ ਕਰਕੇ ਹਿਟਲਰ ਨੇ ਦਿੱਤੀ ਹੈ, ਮੁਸੋਲਿਨੀ ਨੇ ਦਿੱਤੀ ਹੈ, ਚਰਚਿਲ ਨੇ ਦਿੱਤੀ ਹੈ, ਜਾਰਜ ਦਾ 6th ਜਿਹੜਾ ਕਿੰਗ ਸੀ ਉਹਨੇ ਦਿੱਤੀ ਹੈ। ਇਹ ਪਰਿਵਾਰ ਦੇ ਨਾਲ ਕਿਵੇਂ ਤੁਹਾਡਾ ਫਿਰ ਇੰਨੀ ਨੇੜਤਾ ਕਿਵੇਂ ਸੀਗੀ? ਮੈਂ ਤੁਹਾਡੇ ਪਿਤਾ ਜੀ ਦੀ ਕਿਵੇਂ ਨੇੜਤਾ ਸੀ ਯਾਦਵਿੰਦਰ ਸਿੰਘ ਹੋਰਾਂ ਨਾਲ? ਇਕੱਠੇ ਪੜ੍ਹਦੇ ਸੀ ਜੀ ਉੱਥੇ ਐਚਐਸਐਨਸ ਕਾਲਜ ਲਾਹੌਰ। ਤੇ ਕ੍ਰਿਕਟਰ ਸੀਗੇ ਮੇਰੇ ਫਾਦਰ, ਬੜੇ ਤਕੜੇ, ਤੇ ਪਟਿਆਲੇ ਦੀ ਟੀਮ ਵੀ ਹੁੰਦੀ ਸੀਗੀ। ਤੁਹਾਡੇ ਵਿਚਾਰਕ ਤੌਰ ਤੇ ਮਤਭੇਦ ਰਹੇ ਹੈ ਕਿ ਜੋ ਤੁਸੀਂ ਇਕੱਠੇ ਬੈਠਦੇ ਹੋਵੋਗੇ ਜਾਂ ਤੁਹਾਡੇ ਪਿਤਾ ਜੀ ਬੈਠਦੇ ਹੋਣਗੇ? ਕਿਉਂਕਿ ਇਹ ਪਰਿਵਾਰ ਦੀ ਹਿਸਟਰੀ ਤਾਂ ਹੋਰ ਤਰ੍ਹਾਂ ਦੀ ਹਿਸਟਰੀ ਹੈਗੀ, ਤੁਹਾਡੀ ਹਿਸਟਰੀ ਹੋਰ ਤਰ੍ਹਾਂ ਦੀ ਹਿਸਟਰੀ ਹੈ। ਇਸ ਤਰ੍ਹਾਂ ਕਿਵੇਂ ਹੋ ਸਕਦਾ? ਤੁਸੀਂ ਸੈਪਰੇਸ਼ਨ ਦੀ ਗੱਲ ਕਰਦੇ ਰਹੇ ਹੋ ਕਿ ਜਾਂ ਤੁਸੀਂ ਇੱਕ ਸੈਪਰੇਟ ਨੇਸ਼ਨ ਦੀ ਗੱਲ ਕਰਦੇ ਰਹੇ ਹੋ, ਉਹ ਤੇ ਸਭ ਤੋਂ ਜ਼ਿਆਦਾ ਚੱਲੇ ਅੰਗਰੇਜ਼ਾਂ ਦੇ ਨਾਲ ਵੀ। ਉਹ ਨਹੀਂ ਕਰਨਾ ਚਾਹੁੰਦੇ, ਪਰ ਇਹ ਰਿਲੇਸ਼ਨਸ ਤਾਂ ਠੀਕ ਰੱਖਣੇ ਚਾਹੀਦੇ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਹੈ, ਤੇ ਮੈਨੂੰ ਪਤਾ ਹੋਣਾ ਚਾਹੀਦਾ ਉਹ ਕੀ ਹੈ। ਪੂਰੇ ਇੰਨੇ ਰਿਲੇਸ਼ਨ 'ਚ ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਪੋਲੀਟੀਕਲ ਚਰਚਾ ਹੋਈ ਇਹੋ ਜਿਹੇ ਮਸਲਿਆਂ 'ਤੇ, ਹਿਸਟੋਰੀਕਲ ਮਸਲਿਆਂ 'ਤੇ, ਕਿ ਤੁਹਾਡੇ ਪਰਿਵਾਰ ਦਾ ਇਤਿਹਾਸ ਕੀ ਹੈ, ਸਾਡੇ ਦਾ ਕੀ ਹੈ, ਜਾਂ ਇਹ ਮਸਲੇ ਕੀ ਸੀਗੇ, ਜਾਂ ਸਿੱਖਾਂ ਲਈ ਤੁਸੀਂ ਜਿੱਥੇ ਸਟੈਂਡ ਲੈਣੇ ਸੀ ਕਈ ਵਾਰ ਨਹੀਂ ਲਏ, ਕਈ ਵਾਰ ਲਏ ਵੀ? ਹਾਂ, ਹੋਈ ਹੈ, ਪਰ ਉਹਨਾਂ ਦੇ ਇਹ ਹਕੂਮਤ ਦੇ ਨਾਲ ਚੱਲਣੇ ਉਹਨਾਂ ਨੂੰ ਜ਼ਿਆਦਾ ਪਸੰਦ ਹੈ। ਮੈਨੂੰ ਨਹੀਂ ਪਸੰਦ ਹੈਗਾ ਕਿਸੇ ਦੇ ਥੱਲੇ ਲੱਗਣਾ, ਸਿੱਖ ਕੌਮ ਕਿਸੇ ਦੇ ਥੱਲੇ ਲੱਗੇ। ਬਰਾਬਰਤਾ ਤਾਂ ਹੋਣੀ ਚਾਹੀਦੀ ਹੈ। ਪਰ ਤੁਹਾਡੇ ਨਿੱਜੀ ਰਿਸ਼ਤੇ ਬਹੁਤ ਵਧੀਆ ਰਹੇ? ਹਾਂ, ਬਹੁਤ ਵਧੀਆ ਰਹੇ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਦਿਆਂ ਦੇਖ ਕੇ ਕਦੇ ਤੁਹਾਨੂੰ ਨਹੀਂ ਲੱਗਿਆ ਕਿ ਮੈਂ ਗਲਤੀਆਂ ਕਰ ਗਿਆ, ਐਵੇਂ ਖਾਲਿਸਤਾਨ ਦੇ ਮੁੱਦੇ ਚੱਕਦਾ ਰਿਹਾ, ਮੇਰਾ ਵੀ ਸੀਐਮ ਬਣਨ ਦਾ ਮੌਕਾ ਸੀਗਾ? ਮੈਂ ਤੁਹਾਨੂੰ ਕਿਹਾ ਮੈਂ ਸੀਐਮ ਨਹੀਂ ਬਣਨਾ ਹੀ ਨਹੀਂ ਸੀਗਾ, ਹਾਂ, ਤੁਸੀਂ ਪੀਐਮ ਹੀ ਬਣਨਾ ਖਾਲਿਸਤਾਨ ਦਾ ਜਦੋਂ ਬਣਨਾ। ਮੈਂ ਕਿਉਂ ਬਣਾ? ਜੇ ਨਹਿਰੂ 4 ਸਾਲ ਕੱਟ ਕੇ ਆਇਆ ਤੇ ਉਹ ਪ੍ਰਾਈਮ ਮਿਨਿਸਟਰ ਬਣ ਜੇ, ਤੇ ਸਿਮਰਨਜੀਤ ਸਿੰਘ ਮਾਨ ਕਿਉਂ ਇਹ ਚੀਫ ਮਿਨਿਸਟਰ ਬਣੇ? ਇਹ ਤਾਂ ਬਾਦਲ ਸਾਹਿਬ ਕਹਿੰਦੇ ਮੈਂ ਇੰਨੀ ਸਭ ਤੋਂ ਜ਼ਿਆਦਾ ਮੈਂ ਕੱਟੀ ਹੈਗੀ। ਹਾਂ, ਫਿਰ ਉਹ ਤਾਂ ਇਹ ਕਹਿੰਦਾ ਕਿ ਮੈਂ ਛੋਟੀ ਜਗ੍ਹਾ 'ਤੇ ਰਹਿਣਾ, ਮੈਂ ਪਸੰਦ ਹੈ, ਅਤੇ ਉਹਨੂੰ ਮੁਬਾਰਕ ਹੋ ਸਕਦੀ ਹੈ ਕਿ ਉਹ ਚੀਫ ਮਿਨਿਸਟਰ ਤੱਕ ਹੀ ਉਹਦਾ ਸੁਪਨਾ ਹੈਗਾ, ਮੇਰਾ ਨਹੀਂ ਹੈ। ਕੀ ਲੱਗਦਾ ਤੁਹਾਡੇ, ਤੁਸੀਂ ਜਿਵੇਂ ਅੱਜ ਆਪਾਂ ਆਇਆ ਮੈਂ ਤੁਹਾਡੇ ਕੋਲ, ਮੈਂ ਆਪਾਂ ਗੱਲਾਂ ਚੱਲੀਆਂ, ਤੁਸੀਂ ਕਿਹਾ 77 ਦੇ ਹੋ ਗਏ, ਨੇੜੇ ਹੀ ਲੱਗੇ ਪਏ ਆ, ਤੁਸੀਂ ਕਿਹਾ ਨਾ। ਹਾਲਾਂਕਿ ਸਾਡੀ ਤਾਂ ਕਾਮਨਾ ਤੁਸੀਂ ਬਹੁਤ ਲੰਬੀ ਉਮਰ ਹੋਵੇ ਤੁਹਾਡੀ। ਤੁਹਾਨੂੰ ਲੱਗਦਾ ਤੁਹਾਡੇ ਜਿਉਂਦੇ ਜੀ ਤੁਸੀਂ ਦੇਖ ਲਓਗੇ ਕੁਛ ਜੋ ਤੁਸੀਂ ਸੋਚਦੇ ਹੋ? ਕੀ ਪਤਾ ਯਾਰ, ਕੀ ਦੇਖ ਲਈਏ ਨਾ ਦੇਖੀਏ, ਪਰ 77 ਸਾਲ ਦੀ ਉਮਰ ਹੁਣ ਕਾਫੀ ਹੁੰਦੀ ਹੈ ਬੰਦੇ ਦੀ, ਹੈ ਨਾ, ਕਾਫੀ ਹੁੰਦੀ ਹੈ। ਅਤੇ ਨਾਲੇ ਐਕਟਿਵ ਰਿਹਾ ਮੈਂ। ਤੁਹਾਡੀ ਵਿਰਾਸਤ ਸਾਂਭਣ ਵਾਲਾ ਦਿਖਦਾ ਤੁਹਾਨੂੰ ਕੋਈ? ਨਿਕਲ ਹੀ ਜਾਊਗਾ ਕੋਈ ਨਾ ਕਿਉਂ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਸਾਂਭ ਲਿਆ ਸਾਰਾ ਕੁਛ, ਕਿਸੇ ਨੇ ਸੰਭੂਗਾ ਹੀ ਕੋਈ। ਇੰਨੇ ਸਟਰਗਲ ਤੋਂ ਬਾਅਦ ਕੋਈ ਨਾ ਕੋਈ ਤਾਂ ਸੰਭੂਗਾ ਹੀ ਇਸਨੂੰ। ਉਹ ਕਿਰਪਾਨ ਜਿਹੜੀ ਤੁਸੀਂ ਕਹਿੰਦੇ ਹੋ, ਉਹਦੀ ਹਿਸਟਰੀ ਕੀ ਹੈ ਕਿਰਪਾਨ ਦੀ? ਤੁਸੀਂ ਦੱਸਦੇ ਹੋ ਅਕਸਰ ਉਹ ਜਿਹੜੀ ਤੁਹਾਡੇ ਕੋਲ ਕਿਰਪਾਨ ਆ ਗਈ। ਹਾਂ, ਉਹ ਤੁਸੀਂ ਕਿਹਾ ਨਾ ਵਰਤੀ ਗਈ ਉਹ ਜਦੋਂ ਜੰਗ ਯੁੱਧ ਚੱਲ ਰਹੇ ਸੀ। ਹਾਂ, ਅਫਗਾਨਿਸਤਾਨ ਦੇ ਜੰਗ 'ਚ ਰਹੀ ਹੈ। ਉਹ ਕਿਹਦੇ ਕੋਲ ਆਊ ਕਿਰਪਾਨ ਤੁਹਾਡੇ ਅੱਗੇ? ਕਿਹਨੂੰ ਦੇ ਕੇ ਜਾਓਗੇ? ਇਹ ਦੇਖੋ ਜਿਹੜਾ ਇਹ ਉਸ ਨੂੰ
ਉਸ ਦੀ ਕਮਾਈ ਕਰੂਗਾ, ਉਹਦੇ ਕੋਲੇ ਚਲੀ ਜਾਊਗੀ, ਹੈ ਨਾ। ਇਹ ਤਾਂ ਕਮਾਈ ਦੀ ਗੱਲ ਹੈ। ਗਿਲਾ ਰਿਹਾ ਕਦੇ ਜ਼ਿੰਦਗੀ 'ਚ ਯਾਰ ਕਾਹਦਾ? ਕਿਸੇ ਵੀ ਗੱਲ ਦਾ ਕਿ ਯਾਰ ਕਿਹੜੇ ਕੰਮਾਂ 'ਚ ਤੁਰੇ ਫਿਰੇ ਜਾਂ ਕਿਉਂ ਹੋਇਆ? ਕਦੇ ਆਪਦੇ ਨਾਲ ਹੁੰਦਾ ਨਾ ਕਿ ਮੈਂ ਜੋ ਜ਼ਿੰਦਗੀ 'ਚ ਕੀਤਾ, ਜੋ ਪੋਲੀਟਿਕਸ ਕੀਤੀ, ਇਹ ਜਾਇਜ਼ ਸੀ ਮੇਰੇ ਲਈ ਜਾਂ ਕਿਤੇ ਗਲਤ? ਜਦੋਂ ਮੈਨੂੰ ਖਿਆਸ਼ ਹੀ ਨਹੀਂ ਹੈ ਤੇ ਮੈਨੂੰ ਕਾਹਦਾ ਗਿਲਾ ਹੋਊਗਾ? ਕੋਈ ਖੁਆਇਸ਼ ਨਹੀਂ? ਜਿੱਦਣ ਮੈਂ ਹਾਰਦਾ ਅਗਲੇ ਦਿਨ ਪੁੱਛ ਲਓ, ਇਹ ਮੈਂ ਅਗਲੇ ਪਿੰਡ ਜਾਂਦਾ, ਮੈਂ ਤਾਂ ਬਿਸਤਰੇ 'ਚ ਤਾਂ ਪਿਆ ਨਹੀਂ। ਹੁਣ ਦੇਖੋ ਬਾਦਲ ਤੇ ਬਾਕੀ ਸਾਰੇ ਪਏ ਹੋਏ ਆ, ਜਿੰਨੇ ਵੀ ਹਾਰੇ ਆ ਪਏ ਹੋਏ ਆ ਬਿਸਤਰਿਆਂ 'ਚ। ਕੋਈ ਹੌਸਪੀਟਲ? ਤੁਹਾਡੀ ਹਾਰਨ ਦੀ ਪ੍ਰੈਕਟਿਸ ਵੀ ਬਹੁਤ ਹੈਗੀ, ਇਸ ਕਰਕੇ ਤੁਹਾਨੂੰ ਨਹੀਂ ਲੱਗਦਾ? ਨਹੀਂ, ਕਿਉਂ ਕਰਕੇ ਇਹ ਮੈਂ ਉਸ ਲੈਵਲ 'ਤੇ ਪਹੁੰਚੇ ਨਹੀਂ ਕਿ ਇਹ ਜਿਹੜੀ ਮੇਰੀ ਇੱਛਾ ਹੈ ਉਹ ਤਾਂ ਹੋਰ ਹੈ, ਅਤੇ ਹਾਰਨਾ ਤਾਂ ਉਹਦੇ ਲਈ ਬਹੁਤ ਘਟੀਆ, ਇਹ ਛੋਟੀ ਚੀਜ਼ ਹੈ। ਹਾਂ, ਮੇਰਾ ਮਤਲਬ ਹੈ ਕਿ ਇਹ ਤਾਂ ਲੜਨਾ ਪੈਂਦਾ ਹੈ, ਇਹ ਲੜਨਾ ਪੈਂਦਾ ਹੈ। ਇਹ ਛੇਤੀ ਤਾਂ ਨਹੀਂ ਆਜ਼ਾਦੀ ਮਿਲਦੀ ਹੁੰਦੀ ਜੀ, ਇਹਦੇ ਲਈ ਤਾਂ ਲੜਾਈ ਹੁੰਦੀ ਹੈ। ਬੰਦਾ ਛੱਡੇ ਨਾ ਇਸ ਨੂੰ, ਬਸ ਲੱਗਿਆ ਰਹੇ। ਜਿਵੇਂ ਤੁਸੀਂ ਕਹਿੰਦੇ ਹੋ ਤੁਹਾਡੇ ਪਿਤਾ 'ਚ ਕਿਸੇ ਨੇ ਆ ਕੇ ਕਹਿਤਾ ਸੀ IPS ਬਣ ਜਾ, ਤੇਰੇ ਪਿਤਾ ਦਾ ਕੱਦ ਬਹੁਤ ਵੱਡਾ, ਵੱਡੇ ਬਰੂਟੇ ਥੱਲੇ ਕਈ ਵਾਰ ਛੋਟਾ ਦਰਖਤ ਉਹ ਹੋਏ ਹਨ। ਇਮਾਨ ਸਿੰਘ ਮਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਇੰਡੀਪੈਂਡੈਂਟ ਹੈ ਪੂਰਾ। ਹਾਂ, ਲੀਡਰਸ਼ਿਪ ਕੁਆਲਿਟੀ ਹੈਗੀ ਆ ਇਹਦੇ 'ਚ, ਹੈਗੀ ਆ। ਇਸ ਨਹੀਂ ਸਾਰਾ SGPC ਜਿਹੜੀ ਇਹ ਪਾਰਲੀਮੈਂਟ ਦੇ ਇਲੈਕਸ਼ਨਸ ਨਹੀਂ ਹੋ ਰਹੇ, ਇਸੇ ਨੂੰ ਹੀ ਇਹ ਜਿਹੜੀ ਧਾਰਮਿਕ ਚੀਜ਼ਾਂ ਹੈ ਉਹ ਇਹੀ ਸਾਂਭਦਾ। ਹਾਂ, ਇਮਾਨ ਸਿੰਘ ਨਾਂ ਕਿਹਨੇ ਰੱਖਿਆ ਸੀਗਾ? ਮੈਂ ਰੱਖਿਆ ਸੀਗਾ। ਕਿੱਥੋਂ ਲਿਆ ਨਾਮ ਇਹ? ਇੱਥੇ ਨਸਰਪੁਰ ਦੇ ਬਾਬਾ ਜੀ ਹੁੰਦੇ ਸੀਗੇ, ਅਤੇ ਉਹਨਾਂ ਕੋਲੇ ਅਸੀਂ ਜਾਂਦੇ ਹੁੰਦੇ ਸੀਗੇ, ਅਤੇ ਉਹ ਹਮੇਸ਼ਾ ਕਹਿੰਦੇ ਸੀ ਇਹ ਤਾਂ ਇਮਾਨੀ ਬਾਤ ਹੈ ਜੀ, ਇਮਾਨੀ ਬਾਤ ਹੈ। ਅਤੇ ਮੈਨੂੰ ਬਹੁਤ ਚੰਗਾ ਲੱਗਿਆ ਇਮਾਨ। ਹਾਂ, ਮੈਂ ਇਹਦਾ ਨਾਂ ਇਮਾਨ ਸਿੰਘ ਰੱਖਤਾ। ਤੁਸੀਂ ਧਾਰਮਿਕ ਤੌਰ ਦੇ ਉੱਤੇ ਕਿੰਨੀ ਪ੍ਰੈਕਟਿਸ ਕਰਦੇ ਹੋ? ਧਾਰਮਿਕ ਮਤਲਬ ਪਾਠ ਕਰਦੇ ਹੋ ਸਵੇਰੇ ਉੱਠ ਕੇ, ਸ਼ਾਮ ਨੂੰ ਕਰਦੇ ਹੋ? ਕਿੰਨੇ ਕੁ ਰਿਲੀਜੀਅਸ ਹੋ ਤੁਸੀਂ, ਕਿੰਨੇ ਕੁ ਅਧਿਆਤਮਕ ਹੋ? ਮੇਰਾ ਮਤਲਬ ਹੈ ਕਿ ਇਹ ਜਿਵੇਂ ਮੋਦੀ ਅਤੇ RSS ਹੈ, ਜਿਹੜੇ ਹੁਣ ਮਸੀਤਾਂ ਦੇ ਵਿੱਚ ਸ਼ਿਵਲਿੰਗ ਰੱਖ ਕੇ ਕਹਿ ਦਿੰਦੇ ਆ ਕਿ ਇਹ ਤਾਂ ਹਿੰਦੂਆਂ ਦਾ ਹੈ, ਅਤੇ ਮਗਰ ਪਏ ਹੋਏ ਆ ਦੂਜੇ ਧਰਮਾਂ ਦੇ, ਸਿੱਖਾਂ ਦੇ, ਈਸਾਈਆਂ ਦੇ। ਇਹੋ ਜਿਹੀ ਚੀਜ਼ ਤਾਂ ਮੇਰੇ 'ਚ ਹੈ ਨਹੀਂ ਭਾਵਨਾ ਕਿ ਕਿਸੇ ਮਜ਼ਹਬ ਦੇ ਖਿਲਾਫ ਪੈ ਜਾਓ। ਨਹੀਂ, ਪਰ ਤੁਹਾਡੀ ਪਰਸਨਲ ਪ੍ਰੈਕਟਿਸ ਕੀ ਹੈਗੀ? ਮੈਂ ਕਿਵੇਂ? ਜਿਵੇਂ ਇੱਕ ਪਰਸਨਲ ਪ੍ਰੈਕਟਿਸ ਹੈਗੀ, ਮਤਲਬ ਮੈਂ ਸਵੇਰੇ ਪਾਠ ਕਰਦਾ, ਸ਼ਾਮ ਨੂੰ ਪਾਠ ਕਰਦਾ। ਹਾਂ, ਮੈਂ ਕਰ ਲੈਂਦਾ। ਜਾਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ, ਤੁਹਾਡੀ ਪਰਸਨਲ ਪ੍ਰੈਕਟਿਸ ਕੀ ਹੈ? ਹਾਂ, ਮੈਂ ਕਰਦਾ ਆਪਣਾ ਪਾਠ, ਸਵੇਰੇ ਸ਼ਾਮ ਨੂੰ ਕਰ ਲੈਂਦਾ। ਪਰ ਮੈਂ ਜਿਵੇਂ ਹੁੰਦਾ ਨਾ ਕਿ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਤੁਹਾਡੀ ਐਨਰਜੀ ਦਾ ਸੋਰਸ ਕੀ ਹੈ? ਤੁਹਾਨੂੰ 70 ਸਾਲ ਦੀ ਉਮਰ 'ਚ ਉੱਠ ਕੇ ਤੁਰਨ ਦੇ ਲਈ ਕਿਹੜੀ ਚੀਜ਼ ਐਨਰਜੀ ਦਿੰਦੀ ਹੈ? ਮੈਂ ਤਾਂ ਕਹਿੰਦਾ ਖਾਲਿਸਤਾਨ ਹੀ ਦਿੰਦਾ ਹੋਊਗਾ, ਹੋਰ ਕੀ ਮੇਰੇ ਪੱਲੇ ਤਾਂ। ਤੁਹਾਡੀ ਐਨਰਜੀ ਦਾ ਸੋਰਸ ਖਾਲਿਸਤਾਨ ਸ਼ਬਦ ਆ? ਹਾਂ, ਜਾਂ ਤੁਹਾਡੀ ਇਮੈਜੀਨੇਸ਼ਨ ਆ? ਉਹ ਕੁਛ ਵੀ ਹੈ, ਤਮੰਨਾ ਹੈ ਨਾ। ਉਹਦੇ ਲਈ ਵਰਕ ਕਰੀਦਾ, ਦਿਨ ਰਾਤ ਲਿਖੀਦਾ, ਪੜ੍ਹੀਦਾ, ਹੈ ਨਾ। ਹੁਣ ਮੈਂ ਪੁੱਛਿਆ ਇੰਡੀਅਨ ਗਵਰਨਮੈਂਟ ਨੂੰ ਕਿ ਯੂਕਰੇਨ ਇੱਕ ਗਰੀਬ ਮੁਲਕ ਹੈ, ਉਹਦੇ 'ਤੇ ਰੂਸ ਨੇ ਹਮਲਾ ਕਰਤਾ, ਐਡੀ ਵੱਡੀ ਪਾਵਰ ਨੇ, ਅਤੇ ਉਹ ਲੜੀ ਜਾਂਦਾ। ਅਤੇ 2020 ਦੇ ਵਿੱਚ ਤੁਸੀਂ ਲੱਦਾਖ ਤੋਂ ਮੈਦਾਨ ਕਿਉਂ ਛੱਡ ਕੇ ਆ ਗਏ? ਕਿਉਂ ਹੱਥ ਖੜ੍ਹੇ ਕਰਤੇ? 900 ਸਕੁਅਰ ਕਿਲੋਮੀਟਰ ਕਿਉਂ ਤੁਸੀਂ ਲਟਾਤਾ ਚੀਨੀਆਂ ਨੂੰ? ਤੁਸੀਂ ਇਹਦੇ ਲਾਇਕ ਹੈਗੇ ਹੋ ਕਿ ਨਹੀਂ ਗੱਦੀ 'ਤੇ ਰਹਿਣ ਦੇ, ਹੈ ਨਾ। ਜੇ ਇੱਕ ਗਰੀਬ ਮੁਲਕ ਏਡੀ ਵੱਡੀ ਪਾਵਰ ਨਾਲ ਅਜੇ ਲੜੀ ਜਾਂਦਾ ਹੈ, ਉਹਨੇ ਹੌਸਲਾ ਨਹੀਂ ਛੱਡਿਆ, ਅਤੇ ਇੰਡੀਆ ਕਿਉਂ
ਡਰ ਕੇ ਚੁੱਪ ਕਰਕੇ ਬਹਿ ਗਿਆ। ਪਰ ਤੁਹਾਨੂੰ ਕਹਿੰਦੇ ਨੇ ਕਿ ਮਾਨ ਸਾਹਿਬ ਤੇ ਆਪਦੇ ਸ਼ੁਗਰ ਲਈ ਜਾਂ ਬੇਸਮਝੀ 'ਚ ਬਿਆਨ ਦੇ ਦਿੰਦੇ ਨੇ, ਕਹਿੰਦੇ ਸਾਰੇ ਆਪਦੇ ਬੱਚੇ ਉੱਥੇ ਯੂਕਰੇਨ ਲਈ ਲੜੋ, ਫਿਰ ਤੁਸੀਂ ਕਿਹਾ ਮੈਂ ਤੇ ਮੇਰਾ ਬੇਟਾ ਜਾਵਾਂਗੇ, ਉਹ ਵੀ ਨਹੀਂ ਗਏ। ਉੱਥੇ ਸਾਨੂੰ ਜਾਣ ਨਹੀਂ ਦਿੱਤਾ ਹੈਗਾ, ਪਰ ਜਾਣਾ ਚਾਹੀਦਾ। ਅਸੀਂ ਜਾਣਾ ਅਜੇ ਵੀ ਚਾਹੁੰਦੇ ਹਾਂ, ਪਰ ਅਜੇ ਸਾਨੂੰ ਇਜਾਜ਼ਤ ਨਹੀਂ ਮਿਲ ਰਹੀ। ਤਾਂ ਯੂਕਰੇਨ ਲਈ ਕਿਉਂ ਲੜਨਾ ਚਾਹੀਦਾ ਵੈਸੇ? ਕਿਉਂ ਕਰਕੇ ਉਹਦੇ 'ਤੇ ਹਮਲਾ ਹੋਇਆ, ਗਰੀਬ ਮੁਲਕ ਹੈ ਵਿਚਾਰਾ, ਇਹ ਰੂਸ ਨੇ ਹਮਲਾ ਕਰਤਾ ਹੈ। ਸਿੱਖ ਆਪਦੇ ਮਸਲੇ ਨਿਪਟਣਗੇ ਜਾਂ ਫਿਰ ਦੁਨੀਆ ਜੋ ਕੁਝ ਦੁਨੀਆ 'ਤੇ ਤਾਂ ਇੰਨੇ ਸੰਕਟ ਚੱਲ ਰਹੇ ਨੇ। ਹਾਂ, ਪਰ ਜਿੱਥੇ ਲੜਾਈ ਹੁੰਦੀ ਹੈ ਉੱਥੇ ਦਿਲ ਤਾਂ ਕਰਦਾ ਕਿ ਉਹਨਾਂ ਦੀ ਇਮਦਾਦ ਕਰੀਏ ਗਰੀਬਾਂ ਦੇ ਨਾਲ। ਨਹੀਂ, ਦੁਨੀਆ 'ਤੇ ਤਾਂ ਇੰਨੇ ਕਨਫਲਿਕਟ ਚੱਲ ਰਹੇ ਨੇ ਨਾ, ਪਰ ਇਹ ਤਾਂ ਬਹੁਤ ਖਾਸ ਹੈ। ਇਹ ਤਾਂ ਚਰਚਾ 'ਚ ਮੀਡੀਆ 'ਚ ਤਾਂ ਕਰਕੇ ਖਾਸ ਲੱਗਦਾ ਤੁਹਾਨੂੰ। ਦੁਨੀਆ 'ਤੇ ਤਾਂ ਕਿੰਨੇ ਕਨਫਲਿਕਟ ਚੱਲ ਰਹੇ ਨੇ, ਫਿਰ ਸਿੱਖ ਸਾਰੀ ਥਾਂ 'ਤੇ ਜਾਣ। ਚੱਲ ਰਹੇ ਹੈ, ਹੁਣ ਅਮਰੀਕਾ ਦਾ ਵੀ ਤਾਂ ਚੱਲ ਰਿਹਾ ਸੀ ਅਫਗਾਨਿਸਤਾਨ ਦੇ ਵਿੱਚ, ਪਰ ਸਿੱਖਾਂ ਤੋਂ ਬਗੈਰ ਅਫਗਾਨਿਸਤਾਨ ਨੂੰ ਕਦੇ ਫਤਿਹ ਨਹੀਂ ਕੀਤਾ ਕਿਸੇ ਮੁਲਕ ਨੇ, ਹੈ ਨਾ। ਪੋਲੀਟੀਕਲ ਪੋਜੀਸ਼ਨ 'ਚ ਵੈਸੇ ਸਿੱਖਾਂ ਨੂੰ ਕਿਹਦੇ ਨਾਲ ਹੋਣਾ ਚਾਹੀਦਾ ਇਸ ਟਾਈਮ? ਇੰਟਰਨੈਸ਼ਨਲੀ ਅਮਰੀਕਾ ਨਾਲ ਹੋਣਾ ਚਾਹੀਦਾ, ਜਾਂ ਇੱਧਰ ਦਾ ਜਿਹੜਾ ਬਣ ਗਿਆ ਚੀਨ ਤੇ ਰੂਸ ਦਾ ਇੱਕ ਬਣ ਗਿਆ ਗੜ, ਇਹਨਾਂ ਨਾਲ ਹੋਣਾ ਚਾਹੀਦਾ ਗਾ? ਮੇਰਾ ਤਾਂ ਖਿਆਲ ਆਪਾਂ ਨੂੰ ਨਿਊਟਰਲ ਰਹਿਣਾ ਚਾਹੀਦਾ, ਪਰ ਇਹ ਚੀਨ ਤੇ ਰੂਸ ਜਦੋਂ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਹੈ, ਜਦੋਂ ਰੂਸ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਬਰਤਾਨੀਆ ਤੇ ਇੰਡੀਅਨਸ ਦੇ ਨਾਲ ਹਮਲਾ ਕੀਤਾ ਹੈ, ਤੇ ਇਹਦੇ ਨਾਲ ਤਾਂ ਨਹੀਂ ਨਾ ਆਪਾਂ ਚੱਲ ਸਕਦੇ। ਤੇ ਅਮਰੀਕਾ ਕਿਹੜਾ ਫਿਰ ਘੱਟ ਕਰਦਾ? ਅਮਰੀਕਾ ਨੇ ਆਪਣੇ ਤੇ ਹਮਲਾ ਤਾਂ ਅਮਰੀਕਾ ਨੇ, ਤੁਸੀਂ ਕਹਿੰਦੇ ਬਾਕੀਆਂ ਲਈ ਲੜਨਾ ਚਾਹੀਦਾ, ਤਮਿਲਾਂ ਦੇ ਉੱਤੇ ਅਮਰੀਕਾ ਨੇ ਸਾਰਾ ਕੁਝ ਕੀਤਾ। ਤਮਿਲਾਂ ਦੇ ਉੱਤੇ ਜਿਹੜੀ ਤਮਿਲ ਮੂਵਮੈਂਟ ਸੀਗੀ ਪੂਰੀ, ਉਹਦੇ ਉੱਤੇ ਅਮਰੀਕਾ ਸ਼ਾਮਲ ਸੀਗਾ? ਨਾ ਨਾ ਨਾ, ਉਹ ਤਾਂ ਇੰਡੀਆ ਨੇ ਆਪਣੀ ਫੌਜ, ਇੰਡੀਆ ਤਾਂ ਚਲੋ ਇੱਕ, ਉੱਥੇ ਬਹੁਤ ਸਾਰੀਆਂ ਫੋਰਸਿਸ ਸੀ ਉੱਥੇ ਤਾਂ। ਨਹੀਂ, ਇੰਡੀਆ ਦੀ ਸੀਗੀ, ਤਦੇ ਤਾਂ ਰਾਜੀਵ ਗਾਂਧੀ ਨੂੰ ਮਾਰਤਾ। ਇਹਨੂੰ ਤਾਂ ਨਵੀਂ ਗੱਲ ਆ ਸਰ, ਜਦੋਂ ਖਤਮ ਹੋਈ ਆ ਉਦੋਂ ਕਹਿ ਰਿਹਾ ਮੈਂ, ਜਦੋਂ ਪ੍ਰਭਾਕਰ ਨੂੰ ਮਾਰਿਆ ਉਹਨਾਂ ਨੇ। ਨਹੀਂ, ਅਮਰੀਕਾ ਨੇ ਨਹੀਂ ਕੀਤਾ ਹੈਗਾ ਉੱਥੇ ਕੁਛ ਵੀ। ਉੱਥੇ ਸਾਰੇ ਹੀ ਸੀਗੇ, ਅਮਰੀਕਾ ਵੀ ਸੀਗਾ, ਚਾਈਨਾ ਵੀ ਸੀਗਾ। ਨਾ, ਉਹ ਤਾਂ ਕਿਹੜਾ ਹੁਣ ਮਤਲਬ ਔਨ ਰਿਕਾਰਡ ਆ ਕੇ ਕਹਿਣਾ ਹੈਗਾ, ਪਰ ਆਫ ਦੀ ਰਿਕਾਰਡ ਸਾਰੇ ਮੰਨਦੀ ਆ ਇੰਟਰਨੈਸ਼ਨਲ ਫੋਰਸਿਸ। ਨਹੀਂ, ਉੱਥੇ ਇੰਟਰਨੈਸ਼ਨਲ ਫੌਜਾਂ ਨਹੀਂ ਸੀ ਗਈਆਂ, ਸਿਰਫ। ਪਰ ਅਮਰੀਕਾ ਤਾਂ ਦੁਨੀਆ, ਨੌਮ ਚਮਸਕੀ ਇੱਕ ਬਹੁਤ ਵੱਡਾ ਉੱਥੋਂ ਦਾ ਵਿਦਵਾਨ ਆ, ਕਈ ਬੰਦੇ ਨੇ ਜਿਹੜੇ ਕਹਿੰਦੇ ਕਿ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਅਮਰੀਕਾ ਹੋਊਗਾ, ਪਰ ਮੇਰਾ ਦੁਨੀਆ ਦੇ ਬਿਨਾਂ ਪੁੱਛੇ ਇਰਾਕ 'ਚ, ਅਫਗਾਨਿਸਤਾਨ 'ਚ, ਵੀਅਤਨਾਮ 'ਚ, ਜਿੱਥੇ ਜੀ ਕਰਦਾ ਜਾ ਕੇ ਵੜ ਜਾਂਦੇ ਨੇ। ਹਾਂ, ਠੀਕ ਹੈ ਗੱਲ ਇਹ। ਫਿਰ ਗਲਤ ਗੱਲ ਮੰਨਦੇ ਨੇ ਲੋਕੀ, ਇਹ ਤਾਂ ਇਹ ਗਲਤ ਹੈ, ਗਲਤ ਹੈ ਜਿਹੜੀ ਚੀਜ਼ ਗਲਤ। ਮੈਂ ਵੀ ਕਹਿ ਰਿਹਾ ਸਿੱਖਾਂ ਦੀ ਭੀਸ਼ਣੀ ਅਮਰੀਕਾ ਨਾਲ ਕਿਵੇਂ ਠੀਕ ਹੋਊ? ਸਿੱਖ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ, ਗਰੀਬਾਂ ਮਜ਼ਲੂਮਾਂ ਲਈ ਲੜਨ ਵਾਲੇ। ਮੈਂ ਤਾਂ ਨਹੀਂ ਕਹਿੰਦਾ ਕਿ ਅਮਰੀਕਾ ਜਾਂ ਰੂਸ ਨਾਲ ਠੀਕ ਹੋਊਗੀ, ਮੈਂ ਤਾਂ ਨਹੀਂ। ਨਿਊਟਰਲ ਰਹਿਣਾ ਚਾਹੀਦਾ ਤੁਹਾਨੂੰ ਲੱਗਦਾ? ਹਾਂ, ਮੌਕੇ 'ਤੇ ਜਿਹੜਾ ਤੁਹਾਨੂੰ ਹੈਲਪ ਕਰੂਗਾ ਠੀਕ ਹੈ। ਧੰਨਵਾਦ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਇੰਨੀਆਂ ਗੱਲਾਂ ਕੀਤੀਆਂ ਤੁਸੀਂ, ਇੰਨਾ ਟਾਈਮ ਦਿੱਤਾ ਸਾਨੂੰ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਮਾਨ ਸਾਹਿਬ, ਬਹੁਤ ਧੰਨਵਾਦ।